KRP 1550 AM ਤੇ ਤੁਹਾਡਾ ਸਵਾਗਤ ਹੈ। ਮੈਂ ਤੁਹਾਡਾ ਮੇਜ਼ਬਾਨ ਹਰਜੀਤ ਸਿੰਘ ਗਿੱਲ। 11:12 ਹੋਏ ਨੇ। 3 ਸਤੰਬਰ ਦਾ ਦਿਨ ਆ ਵਰਾ 2020 ਦਾ। 19 ਭਾਦੋ ਨਾਨਕ ਸੰਮਤ 552 ਨਿੱਘਾ ਹਾਰਦਿਕ ਸਵਾਗਤ ਹੈ ਜੀ। ਅੱਜ ਦੀ ਲੋਕ ਸੱਥ ਦੇ ਵਿੱਚ ਅਹਿਮ ਘਟਨਾਵਾਂ, ਗੱਲਾਂ ਬਾਤਾਂ, ਗੀਤ ਸੰਗੀਤ, ਸੁਲਗ ਦੇ ਮਸਲਿਆਂ ਤੇ ਗੱਲ। ਪਹਿਲੇ ਖਬਰਾਂ ਦੇ ਨਾਲ ਹੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਪਾਈ ਜਿਹੜੀ ਹੈ ਉਹਦੇ ਲਈ PDF ਹੈ ਜਿਹੜੀ ਫਾਈਲ, ਉਹ ਇੰਟਰਨੈਟ ਤੇ ਜਿਹੜੀ ਪਈ ਹੈ ਉੱਥੋਂ ਕਾਪੀ ਕਰਕੇ ਲੋਕ ਛਾਪ ਸਕਦੇ ਆ। ਇਸ ਵਿਸ਼ੇ ਤੇ ਗੱਲਬਾਤ ਹੋਏਗੀ ਕਿਉਂਕਿ ਸ਼੍ਰੀ ਅਕਾਲ ਤਖਤ ਸਾਹਿਬ ਨੇ ਸਰੀ ਦੇ ਵਿੱਚ ਜਿਹੜੇ ਸਰੂਪ ਛਾਪੇ ਸੀ, ਰੁਪਦਮਨ ਮਲਕ ਹੋਰਾਂ ਨੇ ਤੇ ਬਲਵੰਤ ਸਿੰਘ ਪੰਧੇਰ ਉਹਨਾਂ ਨੂੰ ਇੱਕ ਚਿੱਠੀ ਲਿਖੀ ਹੈ ਕਿ 15 ਦਿਨਾਂ ਦੇ ਵਿੱਚ ਸਾਨੂੰ ਸਪਸ਼ਟੀਕਰਨ ਦਿੱਤਾ ਜਾਵੇ ਕਿ ਇਹ PDF ਦੀ ਫਾਈਲ, ਇਹ ਕਾਪੀ, ਇਹ ਸਟਿਕ ਕਿੱਥੋਂ ਲਈ ਹੈ। ਤੇ ਪੰਜਾਂ ਪਿਆਰਿਆਂ ਦੀ ਹਾਜ਼ਰੀ ਚ ਰੁਪਦਮਨ ਮਲਕ ਉਹਨਾਂ ਨੇ ਕਿਹਾ ਕਿ ਚੋਰ ਕਦੇ ਨਹੀਂ ਦੱਸਦਾ ਕਿਵੇਂ ਚੋਰੀ ਕੀਤੀ ਹੈ, ਪਰ ਫਿਰ ਵੀ ਸ਼੍ਰੀ ਅਕਾਲ ਤਖਤ ਸਾਹਿਬ ਨੇ ਪੁੱਛਿਆ। ਤੇ ਇਹਦੇ ਨਾਲ ਹੀ ਇੱਕ ਮੈਂ ਗੱਲ ਹੋਰ ਤੋਰਨੀ ਚਾਹੁੰਦਾ ਕਿ ਜਦ ਇਹ ਸਭ ਕੁਝ ਜਨਤਕ ਹੈ, ਇਹਦਾ ਕੰਟਰੋਲ ਕਿਵੇਂ ਕੀਤਾ ਜਾਵੇ। ਕੌਮ ਨੂੰ ਇਹਦੇ ਤੇ ਸਿਰ ਜੋੜ ਕੇ ਬੈਠਣਾ ਚਾਹੀਦਾ। ਜਿਹੜੇ ਇਹਦੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਰਾਹੀਂ ਕੁਝ ਅਜਿਹਾ ਕਰਨ ਦੀ ਲੋੜ ਹੈ ਕਿ ਇਹਨੂੰ ਦੁਬਾਰਾ ਕੋਈ ਛਾਪ ਨਾ ਸਕੇ। ਔਰ ਕੀ ਪਤਾ ਹੋਰ ਕਿੱਥੇ ਕਿੱਥੇ ਛਪੇ ਹੋਣਗੇ। ਹੋਰਾਂ ਦੇਸ਼ਾਂ ਦੀ ਵੀ ਗੱਲ ਚੱਲ ਰਹੀ ਹੈ ਕਿ ਛਾਪ ਕੇ ਲੋਕਾਂ ਨੇ ਉੱਥੇ ਹੀ ਰੱਖ ਲਏ। ਹੁਣ ਇਹਦਾ ਜੇ ਪੂਰਾ ਆਡਿਟ ਹੋਵੇ ਕਿ ਕਿੰਨੇ ਸਰੂਪ ਜਿਹੜੇ ਨੇ ਹਰਿਮੰਦਰ ਦਰਬਾਰ ਸਾਹਿਬ ਤੋਂ ਆਏ ਨੇ ਤੇ ਕਿੰਨੇ ਕਿੱਥੇ ਨੇ, ਇਹ ਗੱਲ ਹੋਵੇਗੀ। ਦੂਸਰੇ ਹਿੱਸੇ 'ਚ 12:20 ਤੇ ਸਰ ਕੁਲਦੀਪ ਸਿੰਘ ਤੱਖਰ ਮੇਰੇ ਨਾਲ ਸ਼ਾਮਲ ਹੋਣਗੇ, ਜਿਹੜੇ ਉੱਘੇ ਡੌਗ ਬਰੀਡਰ ਨੇ ਤੇ ਜਿਨ੍ਹਾਂ ਨੇ ਬੜਾ ਨਾਮਣਾ ਖੱਟਿਆ ਇੰਟਰਨੈਸ਼ਨਲ ਲੈਵਲ ਤੇ। ਉਹਨਾਂ ਦੇ ਸਿਖਾਏ ਹੋਏ, ਉਹਨਾਂ ਦੇ ਨਸਲ, ਉਹਨਾਂ ਦੀ ਪਾਲੀ ਹੋਈ ਜਰਮਨ ਸ਼ੈਫਰਡ ਡੌਗਸ ਦੁਨੀਆ ਦੀਆਂ ਵੱਡੀਆਂ ਲਾ ਐਨਫੋਰਸਮੈਂਟ ਦੇ ਵਿੱਚ ਕੰਮ ਕਰ ਰਹੇ ਨੇ, ਡਿਟੈਕਸ਼ਨ ਡੌਗ ਦਾ। ਤੇ ਉਹਨਾਂ ਨਾਲ ਡੌਗਸ, ਕਿਉਂਕਿ ਕਾਰਨ ਇਹ ਹੋਇਆ ਕਿ COVID-19 ਦੇ ਵਿੱਚ ਕਿਤੇ ਵੀ ਕੋਈ ਬਰੀਡਰ ਦੇ ਕੋਲ ਪੱਪੀ ਨਹੀਂ ਮਿਲ ਰਿਹਾ, ਕਿਸੇ ਵੀ ਨਸਲ ਦਾ, ਛੋਟੇ ਤੋਂ ਛੋਟਾ, ਬੜਾ ਤੋਂ ਬੜਾ, ਸਭ ਕੁਝ ਸਾਫ਼ ਹੋ ਗਿਆ। ਲੋਕਾਂ ਨੇ ਘਰਾਂ 'ਚ ਡੌਗ ਰੱਖ ਲਏ, ਕਹਿੰਦੇ ਹੁਣ ਜਾਣਾ ਤਾਂ ਕਿਤੇ ਹੈ ਨਹੀਂ, ਇਹਨਾਂ ਨੂੰ ਰੱਖੀ। ਤੇ ਇਹਦੇ ਨਾਲ ਬਿਲਕੁਲ ਹੀ ਕਿਸੇ ਬੰਦੇ ਸੋਚਦੇ ਜਿਨ੍ਹਾਂ ਨੇ ਰੱਖਿਆ ਉਹਨਾਂ ਨੂੰ ਪਤਾ ਕਰਕੇ ਵੇਖਿਓ ਬਈ ਕੀ ਤਣਾਅ ਨਾਂ ਦੀ ਕੋਈ ਗੱਲ ਹੈ। ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। ਜਰਮਨ ਸ਼ੈਫਰਡ ਪਹਿਲਾਂ ਤੋਂ ਹੀ ਉਹਨਾਂ ਨੇ ਪਾਲੇ ਨੇ, ਪਰ ਹੁਣ ਬਹੁਤ ਵਧੀਆ ਟੌਪ ਆਫ ਦਾ ਲਾਈਨ ਉਹਨਾਂ ਨੇ ਰੌਟਵੈਲਰ ਜਿਹੜੇ ਇੰਪੋਰਟ ਕੀਤੇ ਜਰਮਨੀ ਤੋਂ, ਉਹ ਵੀ ਉਹਨਾਂ ਨੂੰ, ਕਿਉਂਕਿ ਪਹਿਲਾਂ ਉਹ ਜਦ ਰੌਟਵੈਲਰ ਦੀ ਗੱਲ ਕਰਦੇ ਉਹ ਕਹਿੰਦੇ ਹੁੰਦੇ ਕਿੱਥੇ ਯਾਰ, ਇਹ ਤਾਂ ਅਨਪ੍ਰੈਡਿਕਟਡ ਹੈ, ਇਹ ਤਾਂ ਟਾਈਮ ਬੰਬ ਬੰਨੀ ਫਿਰਦੇ ਤੁਸੀਂ ਨਾਲ। ਪਰ ਹੁਣ ਉਹਨਾਂ ਨੇ ਇਸ ਤੇ ਰਿਸਰਚ ਕਰਕੇ, ਕਿਉਂਕਿ ਲੋਕਾਂ ਦਾ ਪਿਆਰ ਬਹੁਤ ਆ, ਰੌਟਵੈਲਰ ਜ਼ਿਆਦਾ ਰੱਖਦਾ, ਰੌਟਵੈਲਰ ਰੱਖਦਾ, ਪਰ ਡੌਗ ਬਰੀਡਰ ਕੀ ਹੈ, ਉਹਦੀਆਂ ਜ਼ਿੰਮੇਵਾਰੀਆਂ ਕੀ ਨੇ, ਡੌਗ ਸਿਖਾਉਣਾ ਕਿਵੇਂ, ਸ਼ਰਤਾਂ ਕੀ ਨੇ ਇੱਕ ਡੌਗ ਬਰੀਡਰ ਦੀ, ਇਸ ਤੇ ਗੱਲਬਾਤ ਹੋਏਗੀ। ਜਿਹੜੇ ਬਹੁਤ ਜਿਨ੍ਹਾਂ ਦਾ ਨਾਂ ਹੈ ਡੌਗ ਬਰੀਡਰ ਦਾ, ਦਸਤਖਤ ਕਰਾਉਂਦੇ ਨੇ 10 ਪੇਪਰਾਂ ਤੇ, ਤੁਸੀਂ ਇਹਨਾਂ ਬਰੀਡ ਨਹੀਂ ਕਰ ਸਕਦੇ, ਤੁਸੀਂ ਆਹ ਨਹੀਂ ਕਰ ਸਕਦੇ, ਤੁਸੀਂ ਉਹ ਨਹੀਂ ਕਰ ਸਕਦੇ, ਕਿਉਂਕਿ ਨਸਲ ਸਾਂਭਣੀ ਬਹੁਤ ਜ਼ਰੂਰੀ ਹੈ। ਜਰਮਨ ਸ਼ੈਫਰਡ ਤੇ ਰੌਟਵੈਲਰ ਜਰਮਨੀ ਦੀ ਇਹ ਨਸਲ ਹੈ। ਉਹਨਾਂ ਨਾਲ ਇਹਨਾਂ ਬਾਰੇ ਗੱਲਬਾਤ ਹੋਏਗੀ। ਦੋਨਾਂ ਦੇ ਉਹ ਮਾਸਟਰ ਨੇ। ਆਖਰੀ ਘੰਟੇ 'ਚ ਸਾਡੇ ਘਰਾਂ ਨੂੰ ਸਾਫ਼ ਤੇ ਤਾਜ਼ਾ ਕਿਵੇਂ ਰੱਖਿਆ ਜਾਵੇ, ਨਵੇਂ ਪੁਰਾਣੇ ਦੀ ਗੱਲ ਨਹੀਂ, ਘਰ ਨੂੰ ਸਾਫ਼ ਰੱਖਣ ਦੀ ਇੱਕ ਕਲਾ ਹੈ, ਘਰ ਨੂੰ ਤਾਜ਼ਾ ਰੱਖਣ ਦੀ ਇੱਕ ਕਲਾ। ਉਪਕਰਨ ਕਿਹੜੇ ਨੇ ਜਿਹੜੇ ਲਾਏ ਜਾ ਸਕਦੇ ਨੇ ਘਰ 'ਚ, ਜਿਹਦੇ ਨਾਲ ਹਵਾ ਘਰ 'ਚ ਸਰਕੂਲੇਟ ਹੋਵੇ, ਤਾਜ਼ੀ ਹਵਾ ਆਵੇ ਅੰਦਰ, ਚਾਹੇ ਤੁਹਾਡੇ ਦਰਵਾਜ਼ੇ ਖੁੱਲ੍ਹੇ ਆ ਚਾਹੇ ਨਹੀਂ ਖੁੱਲ੍ਹੇ, ਵਿੰਡੋਆਂ ਖੁੱਲ੍ਹੀਆਂ ਨੇ ਜਾਂ ਨਹੀਂ ਖੁੱਲ੍ਹੀ, ਸਾਡੀ ਸਪਾਈਸੀ ਕਿਚਨ ਜਾਂ ਬਾਹਰਲੀ ਕਿਚਨ, ਕੀ ਖਾਣਾ ਜਿਹੜਾ ਸਾਡਾ ਬਣਦਾ ਹੈ ਉਹਦੀ ਦੁਰਗੰਧ ਹੈ ਕਿ ਵਾਸ਼ਨਾ ਹੈ। 1844 247 1550 184424711550 ਔਨ ਏਅਰ ਨੰਬਰ। KRPradio.com ਤੇ ਸਿੱਧਾ ਪ੍ਰਸਾਰਣ ਚੱਲਦਾ। ਪ੍ਰੋਗਰਾਮ ਰਹਿ ਜੇ ਤਾਂ YouTube ਤੇ ਪਾਇਆ ਹੁੰਦਾ ਹੈ ਤੇ 604 440 6462 ਨਿੰਮੀ ਡੌਲਾ ਜੀ ਦਾ ਨੰਬਰ ਹੈ। ਫੋਨ ਕਰਕੇ ਤੁਸੀਂ ਕੋਈ ਵੀ ਐਡਵਰਟਾਈਜ਼ਮੈਂਟ ਲਈ ਕੋਈ ਗੱਲਬਾਤ ਕਰਨੀ ਹੋਵੇ ਤਾਂ ਕਰ ਸਕਦੇ ਹੋ। ਫੋਨ ਉਹੀ ਚੱਕਦੇ ਨੇ, ਉਹਨਾਂ ਕੋਲ ਹੀ ਹੈ। ਤੇ ਉਹਨਾਂ ਦੀ ਈਮੇਲ ਹੈ ਜਿਹੜੀ info@krpradio.com
अपना नंबर 6047291224 है 6047291224 जिथे तुसी WhatsApp टैक्सट मेरे लिए सौखा है ਤੁਹਾਡੇ ਵੀ ਰੁਝੇਵੇਂ ਨੇ ਮੇਰੇ ਵੀ ਰੁਝੇਵੇਂ ਨੇ ਮੈਂ ਤੁਹਾਨੂੰ ਜਿਹੜੇ ਆਨਸਰ ਕਰਦਾ WhatsApp ਟੈਕਸਟ ਹੋਵੇ ਫੋਨ ਕਈ ਵਾਰ ਬੇਵਸੀ ਹੋ ਜਾਂਦੀ harjeet.g@krpradio.com ਇਹ ਈਮੇਲ ਆ ਫੇਸਬੁੱਕ ਤੇ ਦੇ ਅਕਾਊਂਟ ਨੂੰ ਪੇਜ ਦੇ ਵਿੱਚ ਚੇਂਜ ਕਰ ਦੇਣਾ ਛੇਤੀ 5-4 ਦਿਨਾਂ 'ਚ ਫਿਰ ਸਾਰੇ ਉਧਰ ਨੂੰ ਆਪਾਂ ਇਕੱਠੇ ਕਰ ਦੇਣੇ ਨੇ ਕਿਉਂਕਿ ਉਹ 5000 ਵਾਲਾ ਬੜਾ ਚੱਕਰ ਹੈ ਉਹਦੇ ਤੇ ਬੜੀ ਤੰਗੀ ਹੁੰਦੀ ਹੈ ਨਹੋਰੇ ਮਾਰਦੇ ਯਾਰ ਦੋ ਸਾਨੂੰ ਨਾ ਐਡ ਕਰੀ ਲੋਕਾਂ ਨੂੰ ਐਡ ਕਰ ਲਈ ਲੋਕ ਸਾਰੇ ਇੱਕੋ ਜਿਹੇ ਨੇ ਪਰ ਹੁਣ ਮੇਰੀ ਬੇਵਸੀ ਹੈ ਪਤਾ ਨਹੀਂ ਕੀ ਹੋਇਆ ਇਹਨਾਂ ਨੇ 5000 ਤੇ ਢੱਕਣ ਲਾਤਾ WhatsApp ਵਾਲੇ ਮੈਸੇਜ ਨਹੀਂ 5 ਤੋਂ ਵੱਧ ਭੇਜਣ ਦਿੰਦੇ ਕੰਟਰੋਲ ਕਰਦਾ ਕੰਟਰੋਲ ਅੱਕ ਦੀਆਂ ਫੰਬੀਆਂ ਬੁੱਢੀਆਂ ਮਾਈਆਂ ਰਲ ਕੇ ਨਾਲ ਹਵਾਵਾਂ ਆਈਆਂ ਖੈ ਖੈ ਲੰਘਣ ਰੱਬ ਦੀਆਂ ਜਾਈਆਂ ਤੇਰੇ ਪਿੰਡ ਖਸ਼ਬੂਆਂ ਵੇ ਉੱਡ ਪਈ ਧੂੜ ਗਿੱਧੇ ਦੇ ਪਿੰਡ ਚੋਂ ਟੁੱਟ ਗਈ ਚੁੱਪ ਸੀ ਜਿਹੜੀ ਚਿਰ ਤੋਂ ਤੈਨੂੰ ਵੇਖਣ ਖਾਤਰ ਫਿਰ ਤੋਂ ਲੈਨੇ ਆ ਕਨਸੋਆਂ ਵੇ ਸਾਨੂੰ ਪੁੰਨਿਆ ਵਰਗੀਆਂ ਰਾਤਾਂ ਪਾਉਂਦੇ ਨਾਲ ਧਰੂ ਦੀਆਂ ਬਾਤਾਂ ਗੋਰੇ ਰੰਗ ਦੀਆਂ ਪ੍ਰਭਾਤਾਂ ਕਿਰਨਾਂ ਚਾਂਦੀ ਰੰਗੀਆਂ ਵੇ ਦਿਲ ਵੀ ਤੇਰੇ ਹਾਸਿਆਂ ਵਰਗੇ ਸਾਡੀ ਦੇਲੀਏ ਚਾਨਣ ਭਰ ਕੇ ਸੁੱਤੇ ਲੇਖ ਜੋ ਸੁੱਚੇ ਕਰ ਗਏ ਓਏ ਚੱਕ ਗਏ ਦਿਲ ਦੀਆਂ ਤੰਗੀਆਂ ਵੇ ਖੁਸ਼ਕੀ ਵੀ ਚੱਕਤੀ ਨਾਲ ਚਿੱਤਰ ਵਸਦਾ ਸਾਹੀ ਤੇਰੇ ਕਿਧਰੇ ਰੱਬ ਸਬੱਬੀ ਫੇਰੇ ਕਾਹਦੇ ਜੋਗੀਆਂ ਦੇ ਨਾਲ ਝੇੜੇ ਜਿਹੜੇ ਜ਼ੋਰ ਧੰਗਾਣੇ ਨਹੀਂ ਜਿਹੜੇ ਦੇਵਤੇ ਪੀਰ ਮਨਾਈਏ ਤੇਰੇ ਨਜ਼ਰੀ ਜੇ ਚੜ ਜਾਈਏ ਕਰਕੇ ਲੱਖ ਡੰਡੌਤਾਂ ਆਈਏ ਸੌਖੇ ਯਾਰ ਮਨਾਉਣੇ ਨਹੀਂ ਲੱਖ ਲੱਖ ਵਾਰ ਦੁਆਵਾਂ ਕਰਕੇ ਆਪਣੀਆਂ ਖਾਲੀ ਬੁਕਚੀਆਂ ਭਰ ਕੇ ਲੈਕ ਤੇਰੇ ਕਰਕੇ ਹਰਗੇ ਬਾਜੀ ਜਿੱਤ ਕੇ ਜਿੱਤੀ ਵੇ ਲੈ ਹੁਣ ਰੱਖ ਲੈ ਜਾਂ ਠੁਕਰਾ ਦੇ ਭੰਨ ਦੇ ਕਾਸੇ ਖੈਰ ਜਾਂ ਪਾ ਦੇ ਜਾਂ ਇਸ ਬੰਨੇ ਜਾਂ ਉਸਲਾ ਦੇ ਲੈ ਜਿੰਦੜੀ ਤੈਨੂੰ ਦਿੱਤੀ ਵੇ ਆ ਚੱਕ ਸੱਚੇ ਇਹ ਦਿਲ ਮਿਲਿਆਂ ਦੇ ਮੇਲੇ ਸੱਚੇ ਦਿਲ ਮਿਲਿਆਂ ਦੇ ਮੇਲੇ ਮਗਜ਼ਾਂ ਨਾਲ ਇਸ਼ਕ ਨਾ ਖੇਲੇ ਅਕਲਾਂ ਨਾਲ ਨਹੀਂ ਖੇਲਦਾ ਚਾਹੇ ਫਕਰ ਕਹਿ ਜਾ ਵੇਲੇ ਮੰਗਦਾ ਮਰਜ਼ੀਆਂ ਤੇਰੀਆਂ ਵੇ ਅਸੀਂ ਤਾਂ ਤਲੀਏ ਹੱਥ ਵਿਛਾਉਣੇ ਜਦੋਂ ਵੀ ਪੈਰ ਤੂੰ ਵਿਹੜੇ ਪਾਉਣੇ ਦਾਊ ਮਾਜਰੇ ਗੀਤ ਨੇ ਗਾਉਣੇ ਜਦ ਪਾਏਗਾ ਫੇਰੀਆਂ ਵੇ ਦਾਊ ਮਾਜਰੇ ਗੀਤ ਨੇ ਗਾਉਣੇ ਜਦ ਵੀ ਪਾਏਗਾ ਫੇਰੀਆਂ ਵੇ ਸੁਰਿੰਦਰ ਦਾਊ ਮਾਜਰਾ ਲਿਖਦਾ 11:27 ਹੋਏ ਨੇ ਸ਼ੁਰੂ ਦੇ ਵਿੱਚ ਇੱਕ ਖੁਸ਼ਖਬਰੀ ਤੁਹਾਨੂੰ ਦੇ ਦਿਆਂ ਕਿ ਜਿਵੇਂ ਪਹਿਲਾਂ ਵੀ ਦੱਸਿਆ ਸੀ ਇੱਕ ਦਿਨ ਕਿ ਨਵਾਂ ਰੇਡੀਓ ਜਿਹੜਾ ਸ਼ੇਰੇ ਪੰਜਾਬ 600 AM ਤੇ ਉਹਦੀ ਟੈਸਟਿੰਗ ਸ਼ੁਰੂ ਹੋ ਗਈ 50,000 ਵਾਟ ਦਾ ਉਹ ਰੇਡੀਓ ਆ ਹਲੇ ਉਹਦਾ 100ਵਾਂ ਹਿੱਸਾ ਟੈਸਟ ਹੋ ਰਿਹਾ ਸੋ ਹਲੇ 100ਵਾਂ ਹਿੱਸੇ ਤੇ ਮਾੜੀ ਜੀ ਟੂਟੀ ਉਹਦੀ ਖੋਲੀ ਹੈ ਸਿਆਟਲ 'ਚ ਹੁਣ ਖੜਕਦਾ ਤੇ ਜਦ 50,000 ਵਾਟ ਤੇ ਉਹਨੇ ਚੱਲਣਾ ਮੈਨੂੰ ਨਹੀਂ ਲੱਗਦਾ ਸੂਬੇ ਦਾ ਕੋਈ ਹਿੱਸਾ ਹੋਊ ਜਿੱਥੇ ਉਹਦੀ ਸੁੱਚ ਮਰੋੜ ਕੇ ਉਹ ਨਾ ਚੱਲੇ ਤੁਹਾਨੂੰ ਪਤਾ ਹੈ ਕਿ ਤੁਹਾਡੀ ਸੇਵਾ ਜਿਹੜੀ ਹੈ 2009 ਦੇ ਵਿੱਚ ਆਹੀ ਮਹੀਨੇ ਇਸੇ ਰੇਡੀਓ ਤੋਂ ਸ਼ੇਰੇ ਪੰਜਾਬ ਤੋਂ ਸ਼ੁਰੂ ਕੀਤੀ ਸੀ ਤਾਰੀਖ 18 ਸਤੰਬਰ ਹੈ ਜਾਂ 23 ਸਤੰਬਰ ਆ ਦੋਨਾਂ ਦੇ ਵਿੱਚ ਥੋੜਾ ਜਿਹਾ ਫਰਕ ਆ ਮੈਨੂੰ ਲੱਭ ਜਾਣੀ ਡਾਇਰੀ ਮੇਰੀ ਲਿਖੀ ਹੋਈ ਆ ਪਹਿਲੇ ਪ੍ਰੋਗਰਾਮ ਦਾ ਬਿਰਬਾ ਪਾਇਆ ਸੀ 18 ਸਤੰਬਰ ਜਾਂ 23 ਦੱਸ ਦਾਂਗੇ ਅਗਲੇ ਫਿਰ ਆਪਾਂ ਉਦਣ ਲੋਕ ਸੱਤ ਦੀ ਗੱਲ ਵੀ ਕਰਾਂਗੇ ਤੇ ਫਿਰ 2014 ਦੇ ਵਿੱਚ ਜਦ ਕੈਨੇਡੀਅਨ ਕਿਉਂਕਿ ਪਹਿਲਾਂ ਇਹ ਰੇਡੀਓ ਖਰੀਦ ਕੇ ਬਾਅਦ ਪਰਿਵਾਰ ਨੇ ਸ਼ੁਰੂ ਕੀਤਾ ਸੀ ਭਾਈਚਾਰੇ 'ਚ ਤੇ ਫਿਰ ਜਦ ਉਹਨਾਂ ਨੇ ਮੰਗ ਕੀਤੀ ਕੈਨੇਡੀਅਨ ਰੇਡੀਓ ਟੈਲੀਵਿਜ਼ਨ ਕਾਰਪੋਰੇਸ਼ਨ ਤੋਂ ਕਿ ਸਾਨੂੰ ਵੀ ਦਿਓ ਅਸੀਂ ਖਰੀਦਿਆ ਹੋਇਆ ਬਾਕੀਆਂ ਨੂੰ ਮਿਲਦੇ ਉਹ ਕਹਿੰਦੇ ਤੁਹਾਡੇ ਕੋਲ ਅਮਰੀਕਨ ਰੇਡੀਓ ਪਹਿਲਾਂ ਇਹ ਛੱਡੋ ਉਹਨਾਂ ਨੇ ਘੱਟ ਕਿਹਾ ਕੰਪੀਟੀਸ਼ਨ ਵਾਲਿਆਂ ਨੇ ਬਾਹਲਾ ਕਿਹਾ ਵੀ ਇਹਨੂੰ ਭੇਜੋ ਬਾਹਰ ਇਹ ਫਿਜ਼ੀਕਲੀ ਨਹੀਂ ਇੱਥੇ ਹੋ ਸਕਦੇ ਅਮਰੀਕਨ ਫ੍ਰੀਕੁਐਂਸੀ ਹੈ ਇਹ ਕਿਵੇਂ ਹੋਵੇ ਜਾਂ ਉਸ ਸਮੇਂ ਪਰਿਵਾਰ ਕੋਲ ਇਹ ਚੁਆਇਸ ਸੀ ਕਿ ਉਹ ਇੱਕ ਰੇਡੀਓ ਦਾ ਨਾਂ ਹੋਰ ਰੱਖ ਕੇ ਇੰਟਰਨੈਟ ਰੇਡੀਓ ਬਣਾ ਲੈਂਦੇ ਤੇ ਇਹ ਉੱਧਰ ਚੱਲੀ ਜਾਂਦਾ ਇਸ ਤਰ੍ਹਾਂ ਹੋ ਸਕਦਾ ਸੀ ਪਰ ਉਹਨਾਂ ਨੇ ਕਿਹਾ ਵੀ ਨਹੀਂ ਸਿੱਧੀ ਉਹ ਸੱਚੀ ਗੱਲ ਕਰਨੀ ਹੈ ਤੇ ਫਿਰ ਅਪਲਾਈ ਕੀਤਾ ਰੇਡੀਓ ਮਿਲੇ ਪਿਛਲੇ 4 ਸਾਲ ਹੋ ਗਏ ਮੇਰਾ ਖਿਆਲ ਰੇਡੀਓ ਮਿਲੇ ਨੂੰ AM ਦਾ ਕੰਮ ਬਹੁਤ ਹੈ ਟਰਾਂਸਮੀਟਰ ਲਾਉਣੇ ਪਰਮਿਸ਼ਨਾਂ ਲੈਣੀਆਂ ਜ਼ਮੀਨ ਖਰੀਦਣੀ FM ਦਾ ਕੁਛ ਨਹੀਂ
ਢਾਂਗਾ जिथे गट दो मर्जी तो शुरू कर लो। हुण ਇਹਦੀ ਟੈਸਟਿੰਗ शुरू हुई है शेरे पंजाब रेडियो की ते 600 AM बिल्कुल नवे सिरों नवी चीज़ नवा सब कुछ जिहदा होना वैबसाइट शुरू हो गई है। मैं शेयर भी की है फेसबुक से अपनी ते प्रोग्राम जिमें प्रबंधकों ने कहा मैनूं लगदा आखिरी हफ्ते सितंबर दे शुरू हो जाने। रेडियो होगा तो पता लगू रेडियो चलता ते नाल जिहड़ा स्टाफ जिहड़ा सिरे दा नवां ते नवां उहदा स्लोगन सब कुछ ही नवां कीता गया। गल ये आवे पावर बहुत आ उस रेडियो 50,000 वाट बहुत वड्डा जिहड़ा ओह फ्रीकुएंसी है। डेटे की तुहानूं लोड़ नहीं पैनी, सुच मरोड़े गल बन जा कर ते स्वाद भी सुच मरोड़ के आउंदा। जिंदगी च शुरुआत के समय जिहड़ा नौ तुहाडे नाल लग जांदा उही रहिंदा। KRPI का नौ नहीं आया, 6 वरे हो गए इत्थे बैठिਆਂ ਨੂੰ शेरे पंजाब के नौ के नाल ही नौ जुड़िया। इस गल का माण भी है। नौ वर्गी हुई जे उहदे वर्गे ही होस्ट होण फिर स्वाद है। हक सच की गल होवे ते सिर धड़दी लगे चाहे लगे, पर इउं ना होवे भी 9 शेरे पंजाब ते होस्ट ने जिहड़े वो स्लिप कढदे, ये ना गल होवे। कायम होवे गल पूरी। अपनी तो ट्रेनिंग ही इउं होई है पहले दिनों बई कायम ही रखना काम, खंगूरा मारना ही है ते शेरे पंजाब जिंदाबाद कहना ही कहना। भाइयों लिए ये खंगूरा इउं है कि खंगूरा इउं है कि तुहाडे नाल है, दुश्मन लिए ये ललकरा कि कायम हो जा। सो ये धन्यवाद है। मैं तुहानूं खुशखबरी तां देनी चाहुंदा सी कि अज सवेरे ही सुनिया वो टेस्ट हो रहा, तो मैं क्या सारे दसा। इस तरह ही रेडियो आउण कम्यूनिटी दे विच ते कम्यूनिटी दे रेडियो कम्यूनिटी नूं सर्व करन जवे नाल। फिर ठीक है, बिजनेस भी है, बिजनेस के नाल नाल इहदी बहुत वड्डी जिम्मेवारी है। ते हुण अगले वाले साल दे विच रहणगे ओह जिहड़े कम्यूनिटी नूं सर्व करनगे, बाकी दरवाजे बंद होणगे। 150-200 रेडियो बंद हो जाना एक साल दे विच, क्योंकि जिहड़ी एडवरटाइजमेंट घट गई। ते तुसीं भी जिन्ने बिजनेस वाले हो तुसीं भी हुण अपने आप नूं जिवें पिछले दिनां दे विच तुहानूं बेनती कीती कि एडवरटाइज की लोड़ है, नेरी लियाती तुसीं, धन्नवाद है। तुसीं भी ऐन पूरा पुण के सिੱਟਿਆ करो। हुण जे तुहाडीਆਂ मंगां ते तुहाडीਆਂ गल्लां नूं सर्व नहीं करता कोई रेडियो स्टेशन, उन्होंने एडवरटाइजमेंट देना, इसका मतलब यह है भी अपने हथी जिहड़ा एक फोड़ा उन्होंने होर जिहड़ा वड्डा होण देना। तो ये जरूर ख्याल रखनी। तो फिर एक बार बाद परिवार नूं धन्नवाद। सरजीत सिंह बाद जिन्हां ने शुरू कीता सी, उन्हां दे आशीर्वाद दे नाल ही ये सारियां गल्लां हो रही। वड्डे ने वो गुरु पातशाह किरपा करन ते तंदुरुस्त रहन, वो चढ़दी कला दे विच रहन। ट्रूडो नहीं कहते बई हुण आपां काम अगला शुरू करना भी जब थोड़ा सर्ब मुक गया ना फिर तुसीं अनएम्पलॉयमेंट ते आ जाओ। अनएम्पलॉयमेंट 6 महीने होर देंगे तुहानूं। मतलब ट्राले खोले पे ने, हुण तां ट्राले की हुण तां वी ट्रेन खोली पई है। ये पहला ये लै लो 4-5 महीने 2-2 हज़ार, ये गांह फिर जो 1200-1500 थोड़ी आखिरी नौकरी के हिसाब न अनएम्पलॉयमेंट फिर शुरू हो। ये कोविड-19 सी, ये अनएम्पलॉयमेंट हुण जिहड़ी थोड़ा जिहा जिहड़ियां सर्व दी पेमेंट्स डिले भी हो रहा है। ते डिले वो ट्रूडो साहब कहते कि प्रोसैस दे विच हिकअप्स ने, थोड़े ਜਿਹੇ हिचकियां आउंदियां। हुण जिन्हां दे जिहड़े 2000 ते गिੱਝ गए शरीर जिहड़ी चीज़ ते लग जांदा है वो फिर भालदा। हुण ये 4 महीने जिहड़े हुण 6 महीने होर मतलब ये है बई ठंड हो गई। फिर अक्तूबर नवंबर दसंबर जनवरी फरवरी मार्च अगली मौसमे बहार तक तो नहीं काम ते आउंदे बंदे। वजह हो गई बस। फिर काम किने करना जे 1500-1600 दो बंदे 4000 आउंदा, फिर 3200-3300 आउण लगा, 500-700 ही है। वो आप कैश कूश इधर उधर कर लांगे, 4000 बनाई जाना।
ਹੁਣ ਵੀ ਕੈਸ਼ ਹੋ ਹੀ ਜਾਂਦਾ ਇੱਧਰ ਉੱਧਰ ਤਾਂ ਥੋੜਾ ਬਹੁਤ ਸਾਰੇ ਹੀ ਕਰਦੇ ਆ। ਸਾਡੇ ਆਪਣੀ ਭਾਈਚਾਰਾ ਨਹੀਂ ਇਕੱਲਾ ਕਰਦਾ, ਸਾਰੇ ਹੀ ਕਰਦੇ ਆ। ਜਦ ਮੈਂ ਗੱਲ ਕਰਦਾ ਸਾਰਿਆਂ ਦੀ ਕਰਦਾ ਹੁੰਦਾ, ਇਉਂ ਨਹੀਂ ਕਿ ਅਸੀਂ ਉਹ ਕਰਦੇ, ਸਭ ਕਰਦੇ ਆ, ਕੋਈ ਘਾਟਾ ਨਹੀਂ। ਰਿਚਮੰਡ ਵਾਲਾ ਜਿਹੜਾ ਟੱਬਰ ਹੈ ਉਹ ਤਾਂ ਰਾਹ ਵੀ ਨਹੀਂ ਦਿੰਦਾ ਵੀ ਮੈਂ ਕਿੱਥੋਂ ਆਇਆ ਤੇ ਕਿੱਥੇ ਨੂੰ ਗਿਆ। ਸੋ ਇਹ ਮਤਲਬ ਪ੍ਰਧਾਨ ਮੰਤਰੀ ਸਾਹਿਬ ਹੁਣ ਟਰਾਲੇ ਜਿਹੜੇ ਲਾ ਰਹੇ ਨੇ ਤੇ ਆਪਣੀਆਂ ਵੋਟਾਂ ਵੀ ਨਾਲ ਹੀ ਪੱਕੀਆਂ ਹੋ ਰਹੀਆਂ ਨੇ। ਗੱਲਾਂ ਦੋਨੇ ਨੇ, ਜੇ ਉਂਗਲ ਕਰੋਗੇ ਅਗਲਾ ਕਹੂ ਤੂੰ ਪਾਪੀ ਹੈ, ਸਾਊ ਬੰਦੇ ਨੂੰ ਤੂੰ ਕਿਉਂ ਕਹਿਣਾ ਪੈਸੇ ਕਿਉਂ ਨਾ ਦੇਵੇ, ਉਹ ਪੈਸੇ ਜ਼ਰੂਰ ਦੇਵੇ। ਤੇ ਲੋਕਾਂ ਦੀ ਸੇਵਾ ਦੇ ਵਿੱਚ ਹੀ ਮੇਵਾ, ਨਾਲੇ ਵੋਟਾਂ ਪੱਕੀਆਂ ਹੋ ਗਈਆਂ। ਇਮੀਗ੍ਰੈਂਟ ਤਾਂ ਵੈਸੇ ਹੀ ਲਿਬਰਲ ਦੇ ਨੇੜੇ ਰਹਿੰਦੇ, ਕਹਿੰਦੇ ਇਹਨਾਂ ਨੇ ਸਾਨੂੰ ਸੱਦਿਆ। ਤੇ ਜੇ ਆ ਹੁਣ ਕਰਦੇ ਫਿਰਦੇ ਆ ਪੱਕ ਪਕਈਆ ਜਾਂ ਕਰਦੇ, ਜੇ ਕਰ ਗਏ ਪੱਕੇ ਚੱਲ 3 ਸਾਲਾਂ ਨੂੰ ਉਹ ਵੀ ਸਿਟੀਜ਼ਨ ਹੋਏ ਲੈ, ਉਹ ਮੂਲੋਂ ਹੀ ਕੁਛ ਇੱਧਰ ਉੱਧਰ ਹੋ ਜਾਵੇ ਗੱਲ ਹੋ ਸਕਦੀ ਹੈ। ਨਹੀਂ ਤਾਂ ਜਦ ਇਹ ਪ੍ਰਧਾਨ ਮੰਤਰੀ ਵਧੀਆ ਲੋਕਾਂ ਨੂੰ ਸਰਵ ਕਰੇ, ਜਿਹੜੀ ਗੱਲ ਠੀਕ ਹੈ ਉਹ ਇਹ ਹੈ ਕਿ ਜਦ ਤੁਸੀਂ ਇਸ ਨੂੰ ਚੈਲੰਜ ਕਰਦੇ ਹੋ ਕਿ ਇਹ ਨਹੀਂ ਹੋਣਾ ਚਾਹੀਦਾ, ਅਗਲਾ ਕਹਿੰਦਾ ਕਿਉਂ ਨਹੀਂ ਹੋਣਾ ਚਾਹੀਦਾ, ਪੈਸੇ ਮਿਲਣੇ ਚਾਹੀਦੇ ਆ। ਪੈਸੇ ਜਿਹੜੇ ਮਿਲਦੇ ਆ ਸਰਦਾਰ ਜੀ ਇਹ ਮੋੜਨੇ ਵੀ ਹੈ। ਤੁਸੀਂ ਨਹੀਂ ਮੋੜੋਗੇ, ਟੱਬਰ ਆਉਣ ਵਾਲੇ ਜਵਾਕ ਮੋੜ ਦੇਣਗੇ, ਮੋੜਨਗੇ। ਹਾਂ ਹੁਣ ਧਾਨਾਂ ਦੇ ਨਾਲ ਜਿਹੜਾ ਡੀਲੇ ਨੂੰ ਪਾਣੀ ਆਉਣਾ ਉਹ ਗੱਲ ਠੀਕ ਹੈ। ਸਰਦਾਰੀ ਲਿਬਰਲ ਦੀ, ਸਰਦਾਰੀ ਟਰੂਡੋ ਦੀ, ਨਾਲ ਦਿਆਂ ਨੇ ਜਿਨ੍ਹਾਂ ਨੇ ਜਿਹੜੇ ਲਮਕੇ ਹੋਏ ਨੇ ਅੱਧ ਵਿਚਾਲੇ, ਉਹਨਾਂ ਦਾ ਵਿੱਚੇ ਸੂਤ ਆ ਜਾਣਾ। ਨਾਲੇ ਤਾਂ ਪਾਰਟੀਆਂ ਸ਼ਾਰਟੀਆਂ ਛਕੋ, ਨਾਲੇ $2 ਲੱਖ ਦੀ ਤਨਖਾਹ ਲਓ ਤੇ ਬੱਲੇ ਬੱਲੇ ਨਾਲੇ ਪੀਲਾ ਚਿੱਟਾ ਕੋਟ ਪਾ ਕੇ ਪੰਜਾਬ ਦਾ ਗੇੜਾ ਦਿਓ। ਤਾਂ ਕੰਮ ਬਹੁਤ ਸੂਤ ਗਈਆਂ ਦੇ ਤਾਂ ਬੈਠਿਆ ਹੋਇਆ। ਸੋ ਇਹ ਹੁਣ ਜਿਹੜਾ ਐਕਸਟੈਂਡ ਕਰਤਾ 26 ਵੀਕਾਂ ਲਈ, ਤਾਂ 6 ਮਹੀਨੇ ਦੇ ਉੱਪਰ 2 ਹਫ਼ਤੇ ਬਣਦੇ ਆ। ਮਤਲਬ ਅਕਤੂਬਰ ਤੋਂ ਲਾ ਲਓ, ਫਿਰ ਅਗਲੇ ਸਾਲ ਦੇ ਨਗਰ ਕੀਰਤਨ ਤੱਕ ਕੰਮ ਤੇ ਜਾਣ ਦੀ ਲੋੜ ਨਹੀਂ। ਕਰਨ ਸਿੰਘ ਜੀ, ਲਾਈਨ ਨੰਬਰ 2। ਹਾਂ ਗਿੱਲ ਸਾਹਿਬ, ਪਹਿਲਾਂ ਤਾਂ ਬਹੁਤ ਬਹੁਤ ਵਧਾਈਆਂ ਤੁਹਾਨੂੰ, ਬੜੀ ਵਧੀਆ ਖਬਰ ਸੁਣਾਈ ਹੈ ਤੁਸੀਂ ਅੱਜ, ਕਨਫਰਮ ਕੀਤਾ। ਐਕਚੁਅਲੀ ਪਤਾ ਸੀਗਾ ਕਈ ਦਿਨਾਂ ਦਾ, ਮੈਂ ਖੁਦ ਟਰਾਈ ਕਰ ਰਿਹਾ ਸੀਗਾ ਗਿੱਲ ਸਾਹਿਬ ਨੂੰ ਪੁੱਛੀਏ ਭਈ ਮੰਗਣਾ ਤਾਂ ਹੋ ਗਿਆ, ਹੁਣ ਮਿਰਗੀ ਵੀ ਖਾ ਦਿਓ, ਕਿਉਂਕਿ ਆਪਣੇ ਥੋੜ੍ਹਾ ਜਿਹਾ ਸਿਸਟਮ ਪਹਿਲਾਂ ਹੋਰ ਤਰ੍ਹਾਂ ਸੀਗਾ। ਸੋ ਜਿੱਦਾਂ ਤੁਸੀਂ ਦੱਸ ਰਹੇ ਹੈਗੇ ਆ, ਜੇ ਸਟੂਡੀਓ ਹਿਸਾਬ ਨਾਲ ਸਾਰਾ ਕੁਛ ਹੋ ਗਿਆ ਤੇ ਫਿਰ ਗਿੱਲ ਸਾਹਿਬ ਦੇਖੋ ਹੋਸਟ ਨੂੰ ਵੀ ਪ੍ਰੋਗਰਾਮ ਕਰਨੇ ਦਾ ਮਜ਼ਾ ਆਉਂਦਾ। ਤੁਹਾਨੂੰ ਪਤਾ ਕਿ ਤੁਸੀਂ ਬਹੁਤ ਹੀ ਸੀਮਤ ਜਿਹੇ ਸਾਧਨ ਹੁੰਦੇ ਹੋਏ ਵੀ ਇੰਨਾ ਸਾਰੇ ਪਾਸੇ ਵਿੱਚ ਤੁਸੀਂ WhatsApp ਚੈੱਕ ਕਰਨੀ, ਵਿੱਚ ਕਾਲਾਂ ਅਟੈਂਡ ਕਰਨੀਆਂ, ਵਿੱਚ ਹੋਰ ਫਿਰ ਇਹ ਵੀ ਨਹੀਂ ਪਤਾ ਹੁੰਦਾ ਕਿ ਉੱਥੇ ਕਰਨ ਸਿੰਘ ਕਿਹੜਾ ਹੈਗਾ ਕਿਹੜਾ ਨਹੀਂ ਹੈਗਾ, ABCD ਹੁਣ ਕਈ ਵਾਰੀ ਭੁਲੇਖਾ ਪੈ ਜਾਂਦਾ ਹੈ ਨਾ ਜੀ। ਸੋ ਬਿਲਕੁਲ ਜੀ, ਇਹ ਵਧੀਆ, ਬਹੁਤ ਵਧਾਈਆਂ ਬਾਦ ਪਰਿਵਾਰ ਨੂੰ ਵੀ, ਸੁੱਖੀ ਬਾਦ ਹੋਣਾ ਨੂੰ, ਆਪਣੇ ਜਿੰਨੇ ਵੀ ਹੈਗੇ ਆ। ਸੋ ਇਹ ਕਾਫੀ 3-4 ਸਾਲ ਤੋਂ ਤੁਸੀਂ ਦੱਸ ਰਹੇ ਸੀਗੇ, ਪਤਾ ਲੱਗ ਰਿਹਾ ਸੀਗਾ ਇੱਥੇ ਕੀ ਹੋ ਰਿਹਾ ਹੈਗਾ। FM ਪਹਿਲਾਂ ਚਾਲੂ ਹੋ ਗਿਆ ਜਿਹੜਾ ਇੱਕ ਮਿਲਿਆ ਸੀਗਾ ਇੱਥੇ ਸਰੀ ਦੇ ਵਿੱਚ। ਤੇ ਜੇ ਤੁਸੀਂ ਇਹਦੀ ਦੱਸ ਰਹੇ ਆ ਫ੍ਰੀਕੁਐਂਸੀ, ਗਿੱਲ ਸਾਹਿਬ ਹਾਲੇ ਤਾਂ ਕਿਰਪਾ ਦੇ ਉੱਤੇ ਹੀ ਕਲੋਨੇ ਤੋਂ ਸੋਹੀਅਸ ਤੋਂ ਐਡ ਆਉਂਦੀ ਆ। ਮੈਨੂੰ ਲੱਗਦਾ ਆਪਣਾ ਬਿਜ਼ਨਸਮੈਨ ਤਾਂ ਮੇਰੇ ਖਿਆਲ ਸਾਰੇ BC ਦੇ ਵਿੱਚ ਹੀ ਹੈਗੇ ਆ, ਉੱਪਰ ਪ੍ਰਿੰਸ ਜਾਰਜ ਤੱਕ ਵੀ। ਫਿਰ ਤਾਂ ਬਿਜ਼ਨਸਮੈਨਾਂ ਨੂੰ ਚਾਹੀਦਾ ਹੈਗਾ ਕਿ ਮੀਡੀਆ ਦੀ ਸਪੋਰਟ ਕਰਨ। ਸੋ ਦੂਸਰੀ ਗੱਲ ਹੁਣ ਟਰੂਡੋ ਸਾਹਿਬ ਦੀ ਮੈਂ ਥੋੜ੍ਹੀ ਜਿਹੀ ਕਰੀ ਦਿੰਦਾ ਹੈਗਾ ਆ। ਗਿੱਲ ਸਾਹਿਬ ਦੇਖੋ, ਮੈਂ ਕਈ ਵਾਰੀ ਜਿੱਦਾਂ ਹੁਣ ਕਈ ਵਾਰੀ ਹੈ ਨਾ, ਆਪਾਂ ਨੂੰ ਥੋੜ੍ਹਾ ਜਿਹਾ ਕੰਟਰੀ ਬਾਰੇ ਵੀ ਸੋਚਣਾ ਚਾਹੀਦਾ, ਬੀਇੰਗ ਸਿਟੀਜ਼ਨ ਹੈ ਨਾ ਜੀ। ਸੋ ਇਲੈਕਸ਼ਨ ਹੋ ਜਾਵੇ, ਜੇ ਹੋ ਜਾਵੇ ਉਹ ਹੋ ਜਾਵੇ, ਮੈਂ ਅੱਗੇ ਵੀ ਇਹੀ ਕਿਹਾ ਸੀਗਾ ਕਿ ਇਲੈਕਸ਼ਨ ਆ ਜਿਹੜੀ ਉਹਦਾ ਸਮਾਂ ਹੀ ਨਹੀਂ ਹੈਗਾ ਇਸ ਵੇਲੇ। ਕੈਨੇਡੀਅਨ ਉੱਤੇ ਇੰਨਾ ਭਾਰ ਨਾ ਪਾਵੇ ਗਵਰਨਮੈਂਟ। ਔਰ ਮੈਨੂੰ ਲੱਗਦਾ ਕੁਛ ਜੋ ਵੀ ਹੈਗਾ ਸ਼ੁਭ ਸ਼ਗਨ ਆਪਾਂ ਕਹਿ ਸਕਦੇ ਹਾਂ, ਸ਼ੁਭ ਸ਼ਗਨਾਂ ਵਾਲੀ ਗੱਲ ਆ ਰਹੀ ਆ, ਕਿਉਂਕਿ NDP ਪਾਰਟੀ ਦੇ ਜਿਹੜੇ ਲੀਡਰ ਹੈਗੇ ਆ ਇਸ ਵੇਲੇ, ਉਹਨਾਂ ਨੂੰ ਵੀ ਥੋੜ੍ਹਾ ਜਿਹਾ ਲੋਕਾਂ ਦੀ ਸੇਵਾ ਕਰਨ ਦਾ ਮੌਕਾ ਮਿਲ ਸਕਦਾ ਹੈ। ਕਿਉਂਕਿ ਕਈ ਵਾਰੀ ਪਾਵਰ ਦੇ ਵਿੱਚ ਹਿੱਸੇਦਾਰੀ ਹੈ ਨਾ ਜਿਹੜੀ, ਗਿੱਲ ਸਾਹਿਬ ਇਹ ਵੀ ਬਹੁਤ ਵੱਡੀ ਗੱਲ ਆ। ਸੋ ਉਸ ਵੇਲੇ ਤੁਸੀਂ ਆਪਣੇ ਲੋਕਾਂ ਦੇ ਵਾਸਤੇ ਕੁਛ ਭਲਾ ਕਰ ਸਕਦੇ ਹੋ। ਹੁਣ ਜਿਹੜੀ ਟਰੂਡੋ ਸਾਹਿਬ ਦੀ ਤੁਸੀਂ ਗੱਲ ਕਰਦੇ ਆ ਕਿ ਅਨਪਲਾਈਮੈਂਟ ਹੁਣ ਪੇ ਕਰਨਗੇ, ਜੇ ਉਹ ਦੇਖੋ ਇਹਦੇ ਵਿੱਚ ਵੀ ਹੈ ਤਾਂ ਇਹ ਗਵਰਨਮੈਂਟ ਬੜੀ ਸਿਆਣੀ ਆ। ਅਨਪਲਾਈਮੈਂਟ ਉਹਨੇ ਕਿਹਾ $400 ਦੇਣੀ ਆ। ਬੇਸ਼ੱਕ ਕੋਈ 5000 ਬਣਾਉਂਦਾ ਸੀ, ਬੇਸ਼ੱਕ ਕੋਈ 2 ਲੱਖ ਬਣਾਉਂਦਾ ਸੀਗਾ। ਜਿਹੜਾ 2 ਲੱਖ ਬਣਾਉਂਦਾ ਸੀ ਉਹਦੀ ਤਾਂ ਅਨਪਲਾਈਮੈਂਟ ਵੀ 7-8 ਹੋ ਜਾਣੀ ਆ। ਸੋ ਉਹਨੇ ਕ੍ਰਾਈਟੇਰੀਆ ਇੱਕੋ ਜਿਹਾ ਰੱਖਿਆ। ਔਰ ਜਦੋਂ ਜਿਹੜੀ ਅਨਪਲਾਈਮੈਂਟ ਹੈ ਗਿੱਲ ਸਾਹਿਬ, ਇਹਦੇ ਵਿੱਚ ਇੰਨਾ ਸੌਖਾ ਨਹੀਂ ਹੈਗਾ ਜਿਵੇਂ ਸਰਬ ਦੇ ਵੇਲੇ ਲੋਕਾਂ ਨੇ ਫਟਾਫਟ ਕੀ ਕਹਿੰਦੇ ਹੁੰਦੇ ਆ ਚਿੱਤਰੀ ਦਾਲ ਵੰਡੀ ਆ, ਉਹ ਕੰਮ ਨਹੀਂ ਹੋਣਾ ਹੈਗਾ। ਹੁਣ ਜੋਬਾਂ ਵੀ ਲੋਕਾਂ ਨੂੰ ਫਿਰ ਕੁਐਸਚਨ ਆਨਸਰ ਵੀ ਹੁੰਦੇ ਉਹਦੇ, ਤੁਸੀਂ ਕਿੱਥੇ ਗਏ ਸੀ, ਕੀ ਕੀਤਾ ਸੀ। ਸਰਬ ਵੇਲੇ ਤਾਂ ਇਹ ਸੀਗਾ ਕਿ ਚਲੋ ਠੀਕ ਹੈ, ਉਹ ਤਾਂ ਆਪਾਂ ਕਹਿ ਸਕਦੇ ਕਿ ਮਹਾਮਾਰੀ ਸੀਗੀ, ਹੈ ਨਾ ਜੀ। ਸੋ ਮੈਂ ਬੀਇੰਗ ਏ ਕੈਨੇਡੀਅਨ, ਮੈਂ ਤਾਂ ਇਹੀ ਸੋਚੂਗਾ ਕਿ ਹਾਲੇ ਇਲੈਕਸ਼ਨ ਜਿਹੜੀਆਂ ਪਾਰਟੀਆਂ ਮੰਗ ਰਹੀਆਂ ਹੈਗੀਆਂ, ਇੱਕ ਤਾਂ ਆਪੇ ਹਾਲੇ ਪੈਰਾਂ ਭਾਰ ਨਹੀਂ ਹੈਗੀਆਂ। ਆਪੋਜੀਸ਼ਨ ਦੱਸੋ, ਹਾਲੇ ਸਾਡੇ ਲੀਡਰ ਜਿਹੜੇ ਬਣੇ ਆ ਕੰਜ਼ਰਵੇਟਿਵ ਦੇ, ਬੇਸ਼ੱਕ ਮੈਂ ਕੰਜ਼ਰਵੇਟਿਵ ਸਪੋਰਟਰ ਆ,
ਬਟ ਹਾਲੇ ਉਹ ਉਹਦੀਆਂ 45 ਮਾਰਦੇ ਹੈਗੇ, ਆਪਣਾ ਪਰਫਾਰਮੈਂਸ ਸ਼ੋਅ ਕਰਨ, ਫੇਰ ਹੀ ਲੋਕਾਂ ਦੇ ਜਾਣੇ ਦਾ ਫਾਇਦਾ ਹੈਗਾ ਜੀ। ਤੇ ਅੱਜ ਵੋਟਾਂ ਪੈ ਜਾਂਦੀਆਂ ਗੱਲ ਸਾਹਿਬ, ਮੁੜ ਕੇ ਫੇਰ ਉਹੀ ਖਿਚੜੀ ਸਰਕਾਰ ਹੀ ਬਣਨੀ ਆ, ਔਰ ਇੱਥੇ ਜਿਹੜੇ ਚੌਧਰੀ ਹੈਗੇ ਆ ਉਹਨੇ ਫੇਰ ਆਪਣੀਆਂ ਚਲਾ ਦੇਣੀਆਂ। ਲੋਕਾਂ ਨੂੰ ਕਹਿਣੇ ਦਾ ਮੌਕਾ ਮਿਲ ਜਾਂਦਾ ਜੀ, ਸਾਨੂੰ ਤਾਂ ਮੌਕਾ ਨਹੀਂ ਮਿਲਿਆ, ਸਾਨੂੰ ਤਾਂ ਢਾਹ ਲਿਆ। ਸੋ ਜਿੱਦਾਂ ਵੀ ਹੈਗਾ ਇਹ ਮੈਂ ਬੇਨਤੀ ਕਰੂੰਗਾ ਜਗਮੀਤ ਸਿੰਘ ਉਹਨਾਂ ਨੂੰ, ਨੈਸ਼ਨਲ ਲੀਡਰ ਜਿਹੜੇ ਹੈਗੇ ਆ ਆਪਣੇ NDP ਦੇ, ਕਿ ਟਰੂਡੋ ਸਾਹਿਬ ਦੇ ਨਾਲ ਨੈਗੋਸ਼ੀਏਟ ਕਰਕੇ ਜੋ ਵਾਅਦੇ ਕੀਤੇ ਉਹ ਆਹ ਮੈਡੀਕੇਅਰ ਦੇਖੋ ਸਾਹਿਬ ਬਹੁਤ ਐਕਸਪਲੇਨ ਕਰਦੇ ਹੈਗੇ ਸਾਰਾ ਕੁਝ ਹੀ। ਸੋ ਹੁਣ ਇਹ ਵੀ ਪਤਾ ਲੱਗ ਗਿਆ ਕਿ ਕੋਈ ਐਡਾ ਵੱਡਾ ਬਰਡਨ ਨਹੀਂ ਹੈਗਾ, ਇਹ ਗੌਰਮੈਂਟ ਦਾ ਬਹੁਤ ਈਜ਼ੀ ਚੱਕ ਸਕਦੀ ਹੈ ਮੈਡੀਕੇਅਰ ਦਾ, ਫਾਰਮਾਕੇਅਰ ਦਾ ਜਿਹੜਾ ਖਰਚਾ ਹੈਗਾ ਆ, ਕਿਉਂਕਿ ਦਵਾਈਆਂ ਪਿੱਛੋਂ ਥੋਕ ਦੇ ਭਾਅ ਮਿਲਦੀਆਂ, ਜਿਹੜੀ $100 ਦੀ ਆਪਾਂ ਨੂੰ ਮਿਲਦੀ ਗਿੱਲ ਸਾਹਿਬ ਉਹਦੀ ਕਾਸਟ ਸਾਰੀ $15-20 ਆਉਂਦੀ ਆ। ਸਾਰਾ ਕੰਟਰੋਲ ਆਪਣੇ ਹੱਥ ਵਿੱਚ ਲੈ ਲਵੇ। ਪੈਸਾ ਤਾਂ ਇਹ ਬਣਾ ਰਹੇ ਆ ਜਿਹੜੇ ਗੱਪੇ ਬੈਠੇ ਹੈਗੇ, ਜਿੱਦਾਂ ਹੁਣ NGO ਕਹਿ ਲਓ ਫਾਰਮੇਸੀ ਕਹਿ ਲਓ, ਚਲੋ ਮੈਂ ਕਿਸੇ ਦੇ ਬਿਜ਼ਨਸ ਦੇ ਖਿਲਾਫ ਨਹੀਂ ਹੈਗਾ, ਪਰ ਜਿਹੜਾ ਰਤਨ ਚੋਣਾ ਹੈਗਾ ਗਰੀਬਾਂ ਦਾ ਉਹ ਬਹੁਤ ਮਾੜੀ ਗੱਲ ਆ। ਔਰ ਦੂਸਰੀ ਹੁਣ ਜਿਹੜਾ ਕਹਿ ਰਹੇ ਹੈਗੇ ਕਿ ਇਮੀਗ੍ਰੇਸ਼ਨ ਦਾ, ਦੇਖੋ ਇਹ ਲਾਰੇ ਹੀ ਹੈਗੇ ਆ। ਵੈਸੇ ਮੈਂ ਤਾਂ ਇਹੀ ਕਹੂੰਗਾ ਜੋ ਇੱਥੇ ਲੋਕੀ ਰਹਿ ਰਹੇ ਆ ਇਲੀਗਲ ਗਿੱਲ ਸਾਹਿਬ, ਜੋ ਉਹਨਾਂ ਦਾ ਸ਼ੋਸ਼ਣ ਹੋ ਰਿਹਾ, ਜੋ ਲੁੱਟ ਹੋ ਰਹੀ ਆ, ਔਰ ਉਹਦੇ ਨਾਲ ਸਭ ਤੋਂ ਵੱਡਾ ਘਾਟਾ ਕਿਹਨੂੰ ਪੈ ਰਿਹਾ? ਰੈਵਨਿਊ ਕੈਨੇਡਾ ਨੂੰ। ਕੋਈ ਟੈਕਸ ਨਹੀਂ ਵਿਚਾਰੇ ਪੇ ਕਰ ਰਹੇ, ਉਹ ਕੋਈ ਕੁਛ ਨਹੀਂ ਕਰ ਰਹੇ ਹੈਗੇ। ਸੋ ਇਹ ਬਹੁਤ, ਜੇ ਉਹ ਚੰਗੇ ਨਾਗਰਿਕ ਬਣ ਗਏ, ਇਸ ਕੰਟਰੀ ਦੇ ਸਿਟੀਜ਼ਨ ਬਣ ਗਏ, ਉਹ ਵੀ ਇੱਥੇ ਮੌਜਾਂ ਮਾਣਨ ਤੇ ਆਪਣਾ ਘੱਟੋ ਘੱਟ ਉਹਨਾਂ ਨੂੰ ਅਧਿਕਾਰ ਹੋਊਗਾ ਕੰਮ ਕਰਨੇ ਦਾ, ਔਰ ਇਮਾਨਦਾਰੀ ਦੇ ਨਾਲ ਕੰਟਰੀਬਿਊਸ਼ਨ ਕਰਨਗੇ। ਕਿਉਂਕਿ ਜਦੋਂ ਇੱਕ ਸਿਟੀਜ਼ਨ ਹੁੰਦਾ ਜੀ ਫਿਰ ਉਹ ਆਪਣੇ ਪਰਿਵਾਰ ਬਾਰੇ ਸੋਚਦਾ, ਤਾਂ ਆਟੋਮੈਟਿਕਲੀ ਉਹਨਾਂ ਨੂੰ ਸਾਰਾ ਕੁਛ ਹੈਗਾ ਪੇਰੋਲ ਉੱਤੇ ਜਾਣਾ ਹੀ ਪੈਣਾ ਹੈਗਾ ਆ। ਬਾਕੀ ਜਿਹੜੇ LMI ਆ ਜਾਂ ਕੁਛ ਹੋਰ ਜੋ ਫਰਾਡ ਹੁੰਦੇ ਇਹਨਾਂ ਬਾਰੇ ਮੇਰੀ ਬੇਨਤੀ ਆ ਜਗਮੀਤ ਸਿੰਘ ਹੋਣਾ ਨੂੰ ਕਿ ਉਹਨਾਂ ਨੂੰ ਕਹਿਣ ਗਵਰਨਮੈਂਟ ਨੂੰ ਉੱਤੇ ਪ੍ਰੈਸ਼ਰ ਪਾਉਣਗੇ, ਭਾਈ ਲਾ ਐਨਫੋਰਸਮੈਂਟ ਵਿੱਚ ਭਰਤੀ ਕਰੋ, ਚਾਹੇ CRA ਹੋਵੇ, ਚਾਹੇ CBSA ਹੋਵੇ, ਚਾਹੇ ਪੁਲਿਸ ਹੋਵੇ, ਚਾਹੇ ਕੋਈ ਹੋਰ ਹੋਵੇ। ਇਹ 1930 ਵਾਲਾ ਮਾਡਲ ਆ ਜਿਹੜਾ ਕੈਨੇਡਾ ਵਿੱਚ ਹੁਣ ਨਹੀਂ ਚੱਲਣਾ ਹੈਗਾ, ਕਿਉਂਕਿ ਉਸ ਵੇਲੇ ਇੱਥੇ ਵਾਕਿਆ ਹੀ ਬੰਦੇ ਬਹੁਤ ਇਮਾਨਦਾਰ ਸੀ, ਸਾਰੇ ਆਪਣਾ ਫੋਲੋ ਕਰਦੇ ਸੀ ਰੂਲ ਐਂਡ ਰੈਗੂਲੇਸ਼ਨ ਨੂੰ, ਕੋਈ ਹੇਰਾਫੇਰੀ ਨਹੀਂ ਕਰਦਾ ਹੈਗਾ। ਆ ਤੁਸੀਂ ਅਰੇਂਜਮੈਂਟ ਵਾਲਿਆਂ ਦੀ ਗੱਲ ਕੀਤੀ ਆ, ਇਹਨਾਂ ਦੀ ਤਾਂ ਸਾਰਾ ਹੀ ਕੰਮ ਹੀ ਮਤਲਬ ਕਿ ਬਲੈਕ ਮਾਰਕੀਟ ਆ। ਔਰ ਜਿਹੜੀ ਬਲੈਕ ਮਾਰਕੀਟ ਦੀ ਮਨੀ ਆ ਗਿੱਲ ਸਾਹਿਬ, ਉਹ ਬਹੁਤ ਹੀ ਮਤਲਬ ਕਿ ਕਿਸੇ ਵੀ ਕੰਟਰੀ ਦੀ GDP ਲਈ ਔਰ ਭਾਈਚਾਰੇ ਦੇ ਲਈ ਬਹੁਤ ਹੀ ਨੁਕਸਾਨਦੇਹ ਆ। ਉੱਥੋਂ ਹੀ ਫਿਰ ਟੈਰੋਰਿਜ਼ਮ ਕਹਿ ਲਓ ਜਾਂ ਗੈਂਗਿਜ਼ਮ ਕਹਿ ਲਓ ਜਾਂ ਜਿਹੜੇ ਮਾਫੀਆ ਹੈਗੇ ਆ ਉੱਥੋਂ ਹੀ ਪਣਪਦੇ ਹੈਗੇ ਆ, ਜਦੋਂ ਬਲੈਕ ਮਨੀ ਇਨਵੋਲਵ ਹੁੰਦੀ ਹੈਗੀ ਆ। ਚਾਹੇ ਆਪਾਂ ਹੁਣ ਗੱਲ ਕਰ ਲਈਏ ਕਿ ਸਰੀ ਦੇ ਵਿੱਚ ਕਿੱਡੇ ਕਿੱਡੇ ਬਿਲਡਰ ਬਣੇ ਹੋਆ, ਫਲਾਣੇ ਧਮਕਾਨੇ ਜੀ, ਬਹੁਤ ਹੀ ਇਮਾਰਤਾਂ ਹੁੰਦੇ ਆ। ਸੋ ਉਹਨਾਂ ਕੋਲ ਉਹਦਾ ਚੱਕਰ ਹੀ ਇਹ ਆ ਕਿ ਉਹ ਸਾਰਾ ਉਹਨੂੰ ਸਿਸਟਮ ਹੀ ਕਰਪਟ ਕਰ ਦਿੱਤਾ ਹੈਗਾ ਆ। ਬਾਕੀ ਕੋਈ ਐ ਨਹੀਂ ਹੈਗਾ ਕਿ ਉੱਪਰੋਂ ਡਿੱਗੇ ਹੋਏ ਆ, ਉਹ ਵੀ ਸਾਡੇ ਤੁਹਾਡੇ ਵਰਗੇ ਹੀ ਇੱਥੇ ਹੀ ਏਦਾਂ ਹੀ ਆਏ ਸੀਗੇ, ਬਟ ਉਹ ਚੋਰ ਮੋਰੀਆਂ ਕਰਕੇ ਸਾਰਾ ਕੁਛ ਹੀ, ਜੇ 4 ਲੋਟਾਂ ਜਿੱਥੇ ਬਣਨੀਆਂ ਸੀਗੀਆਂ ਉੱਥੇ 6 ਬਣਾਤੀਆਂ, ਜਿੱਥੇ 8 ਬਣਨੀਆਂ ਸੀ ਉੱਥੇ 12 ਬਣਾਤੀਆਂ। ਸੋ ਇਹ ਕੰਮ ਕਰਕੇ ਹੀ ਉਹ ਮਤਲਬ ਕਿ ਉਹਨਾਂ ਕੋਲ ਸਾਰਾ ਪੈਸਾ ਹੈਗਾ। ਸਿਸਟਮ ਸਹੀ ਹੋਣਾ ਚਾਹੀਦਾ ਵੀ ਹੈਗੇ ਕੈਨੇਡੀਅਨ ਸਿਟੀਜ਼ਨ। ਸੋ ਬਾਕੀ ਤੁਹਾਨੂੰ ਵਧਾਈਆਂ ਅਗੇਨ ਜੀ। ਫਿਰ ਆਪਾਂ ਚਾਹੁੰਦੇ ਹਾਂ ਕਿ ਛੇਤੀ ਤੋਂ ਛੇਤੀ ਨਵੇਂ ਸਟੇਸ਼ਨ ਦੇ ਉੱਤੇ ਆਵੋ ਐਂਡ ਸ਼ੇਰੇ ਪੰਜਾਬ ਦੇ ਉੱਤੇ ਫਿਰ ਸ਼ੇਰ ਗੱਜਣ। ਥੈਂਕ ਯੂ ਤੁਹਾਡਾ ਬਹੁਤ ਬਹੁਤ। ਸਿੰਘ ਜੀ, ਕੁਛ ਮੇਰੇ ਵਾਲੇ ਪਾਸੇ ਵਾਲੇ ਤੁਸੀਂ ਗੱਲਾਂ ਹੀ ਕਰਦੇ ਸੀ ਕਿ ਕਈ ਵਾਰ ਇੱਧਰ ਹੋ ਜਾਂਦਾ ਉੱਧਰ ਹੋ ਜਾਂਦਾ, ਉਹੀ ਗੱਲ ਹੋਈ, ਫੋਨ ਮੇਰਾ ਕੱਟਿਆ ਗਿਆ, ਤੁਸੀਂ ਬੋਲੀ ਗਏ, ਮਾਫੀ ਚਾਹੁੰਦਾ। ਸਤਿਪਾਲ ਸਿੰਘ ਜੀ, ਤੁਸੀਂ ਇਹ ਤੇ 3 ਸਤਿ ਸ਼੍ਰੀ ਅਕਾਲ ਗਿੱਲ ਸਾਹਿਬ ਤੇ ਸਤਿ ਸ਼੍ਰੀ ਅਕਾਲ ਤੁਹਾਡੇ ਲਿਸਨਰ ਨੂੰ। ਸਤਿ ਸ਼੍ਰੀ ਅਕਾਲ ਸੇਖੋ ਸਾਹਿਬ। ਸਤਿ ਸ਼੍ਰੀ ਅਕਾਲ ਗਿੱਲ ਸਾਹਿਬ। ਤੇ ਦੇਖੋ ਕੱਲ ਪ੍ਰਧਾਨ ਮੰਤਰੀ ਸਾਹਿਬ ਦਾ BC ਦਾ ਦੌਰਾ ਸੀਗਾ ਤੇ ਉਹਦੇ ਵਿੱਚ ਬੜੇ ਤਿੱਖੇ ਸਵਾਲ ਕੀਤੇ CBC ਨੇ ਵੀ ਤੇ ਰੈਡ FM ਦੇ ਹੋਸਟ ਹਰਜਿੰਦਰ ਸਿੰਘ ਨੇ ਸਾਹਿਬ ਨੇ ਵੀ, ਤੇ ਉਹਦੇ ਵਿੱਚ ਜਿਹੜੇ ਜਵਾਬ ਉਹਨੇ ਦਿੱਤੇ ਉਹਦੀ ਬੜੀ ਨਮੋਸ਼ੀ ਹੋਈ ਸੁਣ ਕੇ। ਪਹਿਲਾਂ ਤਾਂ ਮੈਂ ਦੱਸਣਾ ਚਾਹਾਂਗਾ ਕਿ ਜਿਹੜਾ CBC ਨੇ ਉਹਨਾਂ ਨੂੰ ਇੰਟਰਵਿਊ ਕੀਤਾ ਤਾਂ ਉਹਦੇ ਵਿੱਚ ਉਹਨਾਂ ਨੇ ਓਵਰਡੋਜ਼ ਡੈਥ ਨੂੰ ਲੈ ਕੇ ਦੱਸਿਆ ਕਿ 6000 ਦੇ ਕਰੀਬ BC ਦੇ ਵਿੱਚ ਡੈਥ ਹੋ ਚੁੱਕੀਆਂ ਨੇ, ਔਰ ਜਿਹੜੀ ਪਿਛਲੇ ਸਮੇਂ ਦੇ ਵਿੱਚ ਹੋਈ ਹੈ, ਔਰ 900 ਦੇ ਕਰੀਬ ਇਸ ਸਾਲ ਆਲਰੇਡੀ ਅੰਕੜੇ ਜਿਹੜੇ ਜੁਲਾਈ ਦੇ ਦੱਸੇ ਗਏ ਨੇ ਡੈਥ ਹੋ ਚੁੱਕੀਆਂ ਓਵਰਡੋਜ਼ ਕਰਕੇ। ਔਰ ਪਿੱਛੇ ਓਵਰਡੋਜ਼ ਅਵੇਅਰਨੈਸ ਡੇ ਵੀ ਮਨਾਇਆ ਗਿਆ। ਬਰਾਡ ਬ੍ਰਿਜ ਦੇ ਉੱਪਰ ਜਿਨ੍ਹਾਂ ਦੇ ਬੱਚੇ ਦੀ ਡੈਥ ਹੋਈ ਉਹਨਾਂ ਦੇ ਸ਼ੂ ਉੱਥੇ ਟਾਈ ਅਪ ਕੀਤੇ ਗਏ, ਔਰ ਉਹ ਬੜੇ ਮਤਲਬ ਕਿ ਦੁਖਦਾਈ ਮੈਸੇਜ ਸੀ ਉਹਨਾਂ ਦੇ ਉੱਪਰ ਜਿਹੜੇ ਲੱਗੇ ਹੋਏ ਸੀ, ਜਿਹੜੇ ਕਿ ਪੜ੍ਹੇ ਵੀ ਨਹੀਂ ਜਾ ਸਕਦੇ ਸੀਗੇ। ਔਰ ਜਦੋਂ ਪ੍ਰਧਾਨ ਮੰਤਰੀ ਸਾਹਿਬ ਨੂੰ ਇਹ ਪੁੱਛਿਆ ਗਿਆ ਕਿ ਕੀ ਤੁਸੀਂ ਡੀਕ੍ਰਿਮੀਨਲਾਈਜੇਸ਼ਨ ਕਰੋਗੇ ਡਰੱਗ ਦੀ, ਜਿਵੇਂ ਪੁਰਤਗਾਲ ਦੇ ਵਿੱਚ, ਯੂਰਪ ਦੇ ਵਿੱਚ 90 ਦੇ ਦਹਾਕੇ ਦੇ ਵਿੱਚ ਕੀਤਾ ਗਿਆ ਸੀਗਾ, ਓਵਰਡੋਜ਼ ਕ੍ਰਾਈਸਿਸ ਨੂੰ ਕੰਟਰੋਲ ਕਰਨ ਲਈ ਫਾਰਮਾਸਿਊਟੀਕਲ ਕੰਪਨੀਆਂ ਦੇ ਉੱਪਰ ਸ਼ਿਕੰਜੇ ਕੱਸੇ ਗਏ ਸੀ, ਡਾਕਟਰਾਂ ਦੇ ਉੱਪਰ ਪ੍ਰਸਕ੍ਰਿਪਸ਼ਨ ਉੱਤੇ ਸ਼ਿਕੰਜੇ ਕੱਸੇ ਗਏ ਸੀਗੇ।
ਤਾਂ ਪ੍ਰਧਾਨ ਮੰਤਰੀ ਸਾਹਿਬ ਕਹਿੰਦੇ ਕਿ ਡੀਕ੍ਰਿਮੀਨਲਾਈਜੇਸ਼ਨ ਨਾਲ ਕੁਝ ਨਹੀਂ ਹੋਣ ਲੱਗਾ, ਇਹ ਕੋਈ ਸਿਲਵਰ ਬੁਲਟ ਨਹੀਂ ਹੈਗਾ। ਇਹ ਗੱਲ ਸੁਣ ਕੇ ਬੜੀ ਨਮੋਸ਼ੀ ਹੋਈ ਕਿ ਉਹ ਓਵਰਡੋਜ਼ ਡੈਥ ਨੂੰ ਲੈ ਕੇ ਬਿਲਕੁਲ ਹੀ ਸੀਰੀਅਸ ਹੀ ਨਹੀਂ ਹੈਗੇ ਔਰ ਨਾ ਹੀ ਕੋਈ ਕੰਮ ਕਰਨ ਨੂੰ ਤਿਆਰ ਨੇ। ਇੱਥੇ ਤੱਕ CBC ਦੇ ਰਿਪੋਰਟਰ ਨੇ ਗੱਲ ਕਹੀ ਕਿ ਤੁਹਾਡੀਆਂ ਜਿਹੜੀਆਂ ਹੈਲਥ ਅਥਾਰਟੀ ਨੇ, ਤੁਸੀਂ ਦੇਖੋ COVID-19 ਦੇ ਵਿੱਚ ਜਦੋਂ ਵੀ ਐਗਜ਼ਾਮਪਲ ਦਿੰਦੇ ਹੋ ਹੈਲਥ ਅਥਾਰਟੀ ਦੀ ਗੱਲ ਮੰਨ ਕੇ ਗੱਲ ਕਰਦੇ ਹੋ। ਹੁਣ ਜਦੋਂ ਡੀਕ੍ਰਿਮੀਨਲਾਈਜੇਸ਼ਨ ਦੀਆਂ ਸਾਰੀ ਅਥਾਰਟੀ ਕਹਿ ਰਹੀਆਂ ਨੇ, BC ਦਾ ਹੈਲਥ ਅਥਾਰਟੀ ਕਹਿ ਰਹੀ ਆ, ਅੰਟੇਰੀਓ ਦੀ ਕਹਿ ਰਹੀ ਆ, ਮੌਂਟਰੀਅਲ ਦੀ ਕਹਿ ਰਹੀਆਂ ਨੇ, ਉਹ ਤਕਰੀਬਨ ਸਾਰੇ ਕੈਨੇਡਾ ਦੀ ਹੈਲਥ ਅਥਾਰਟੀ ਕਹਿ ਰਹੀਆਂ ਕਿ ਇਹਨਾਂ ਨੂੰ ਡੀਕ੍ਰਿਮੀਨਲਾਈਜ਼ ਕਰੋ ਔਰ ਸੇਫ ਸਪਲਾਈ ਸਟਾਰਟ ਕਰੋ ਜੇ ਬਚਾਣੇ ਨੇ, ਜੇ ਐਡਿਕਟਿਡ ਲੋਕਾਂ ਨੂੰ ਬਚਾਉਣਾ ਹੈ ਤਾਂ ਉਹਦੇ ਤੋਂ ਤਕਰੀਬਨ ਸਟੇਟ ਫਾਰਵਰਡ ਉਹਨਾਂ ਨੇ ਇਨਕਾਰੀ ਕਰਤੀ। ਦੇਖੋ COVID-19 ਦੇ ਵਿੱਚ ਤਾਂ ਉਹ ਕਹਿੰਦੇ ਜੀ ਅਸੀਂ ਹੈਲਥ ਅਥਾਰਟੀਜ਼ ਦੀ ਗੱਲ ਮੰਨਦੇ ਹਾਂ ਜੀ, ਅਸੀਂ ਜੋ ਵੀ ਫੈਸਲਾ ਕਰਨਾ ਉਹਨਾਂ ਦੇ ਮੁਤਾਬਕ ਕਰਨਾ। ਜਦੋਂ ਓਵਰਡੋਜ਼ ਦੀ ਗੱਲ ਆ ਜਾਂਦੀ ਹੈ ਉਦੋਂ ਡਿਨਾਈ ਕਰ ਦਿੰਦੇ ਨੇ। ਇਹ ਦੋਗਲੀ ਨੀਤੀ ਮੈਨੂੰ ਸਮਝ ਨਹੀਂ ਆ ਰਹੀ ਕਿਉਂ ਹੈਗੀ ਆ, ਨੰਬਰ 1। ਨੰਬਰ 2, ਸਿੰਧ ਸਾਹਿਬ ਨੇ ਉਹਨਾਂ ਨੂੰ ਪੁੱਛਿਆ ਕਿ LMIs ਅਬਿਊਜ਼ ਹੋ ਰਹੀਆਂ ਨੇ ਔਰ ਸ਼ਰੇਆਮ ਇੱਥੇ ਵਿਕ ਰਹੀਆਂ ਨੇ, ਕੀ ਤੁਹਾਨੂੰ ਪਤਾ ਹੈ? ਉਹ ਕਹਿੰਦੇ ਜੀ ਮੈਨੂੰ ਪਤਾ ਹੈ। ਉਹਨਾਂ ਨੇ ਪੁੱਛਿਆ ਕਿ ਤੁਹਾਨੂੰ ਇਹ MP ਜਾ ਕੇ ਦੱਸਦੇ ਜਿਨ੍ਹਾਂ ਤੁਸੀਂ ਨਾਂ ਲੈ ਰਹੇ, ਕਿਉਂਕਿ ਉਹਨਾਂ ਨੇ ਰਣਦੀਪ ਸਰਾਏ, ਸੁਖ ਧਾਰੀਵਾਲ ਸਾਹਿਬ ਦਾ ਨਾਂ ਲਿੱਤਾ ਸੀਗਾ, ਇਮੀਗ੍ਰੇਸ਼ਨ ਤੇ ਬਹੁਤ ਕੰਮ ਕਰਦੇ ਨੇ। ਉਹ ਕਹਿੰਦੇ ਹਾਂਜੀ ਮੈਨੂੰ ਦੱਸਦੇ ਨੇ। ਉਹਨਾਂ ਨੇ ਪੁੱਛਿਆ ਕੀ ਤੁਸੀਂ ਜਾਣਦੇ ਹੋ ਕਿ 50-50 ਹਜ਼ਾਰ ਦੀਆਂ LMI ਵਿਕ ਰਹੀਆਂ ਨੇ? ਉਹ ਕਹਿੰਦੇ ਮੈਂ ਜਾਣਦਾ। ਜੇ ਪ੍ਰਧਾਨ ਮੰਤਰੀ ਨੂੰ ਇਹ ਗੱਲ ਦਾ ਪਤਾ ਹੈ ਕਿ 50-50 ਹਜ਼ਾਰ ਦੀਆਂ LMI ਵਿਕ ਰਹੀਆਂ ਨੇ ਔਰ ਔਨ ਏਅਰ ਇਹ ਗੱਲ ਮੰਨ ਕੇ ਗਏ ਨੇ ਔਰ ਇਸ ਚੀਜ਼ ਨੂੰ ਉਹਨਾਂ ਨੇ ਮੰਨਿਆ, ਤਾਂ ਉਹਨਾਂ ਨੇ ਕਾਰਵਾਈ ਕਿਉਂ ਨਹੀਂ ਕੀਤੀ? ਜੇ ਕੋਈ ਹੋਰ ਪ੍ਰਧਾਨ ਮੰਤਰੀ ਹੁੰਦਾ G7 ਕੰਟਰੀ ਦਾ, ਉਹ ਰਿਜ਼ਾਈਨ ਕਰ ਦਿੰਦਾ ਇੰਨੀ ਗੱਲ ਜੇ ਉਹਨੇ ਕਹਿ ਦਿੱਤੀ ਹੁੰਦੀ। ਔਰ ਸਾਡੇ ਪ੍ਰਧਾਨ ਮੰਤਰੀ ਬਿਲਕੁਲ ਨਾਰਮਲ ਤਰੀਕੇ ਨਾਲ ਕਹਿ ਕੇ ਚਲੇ ਗਏ ਔਰ ਉਹਨਾਂ ਨੂੰ ਕੋਈ ਅਸਰ ਨਹੀਂ ਹੋਇਆ। ਕਿੱਥੇ LMI 50-50 ਹਜ਼ਾਰ ਦੀਆਂ ਵਿਕ ਰਹੀਆਂ, ਸਿਸਟਮ ਅਬਿਊਜ਼ ਹੋ ਰਿਹਾ ਔਰ ਇਸ ਚੀਜ਼ ਨੂੰ ਉਹ ਮੰਨਦੇ ਕਿ ਸਿਸਟਮ ਅਬਿਊਜ਼ ਹੋ ਰਿਹਾ। ਜੇ ਸਿਸਟਮ ਅਬਿਊਜ਼ ਹੋ ਰਿਹਾ ਤਾਂ ਉਹਨੂੰ ਫਿਕਸ ਕਿੰਨੇ ਕਰਨਾ? ਇਹਨਾਂ ਨਹੀਂ ਕਰਨਾ ਕਿ ਇਹਨਾਂ ਨੂੰ ਹੁਣ ਅਜੇ ਤੱਕ ਪਤਾ ਹੀ ਨਹੀਂ ਲੱਗਾ ਕਿ ਸਿਸਟਮ ਫਿਕਸ ਕਿਵੇਂ ਹੋਣਾ? ਜੇ ਫਿਕਸ ਨਹੀਂ ਕਰ ਸਕਦੇ, ਜੇ ਇਹਨਾਂ 'ਚ ਕੈਪੇਬਿਲਿਟੀ ਨਹੀਂ ਹੈਗੀ, ਛੱਡ ਦੇਣ ਕੁਰਸੀ। ਜੇ ਦਿਨ ਕਿਸੇ ਇਨਸਾਨ ਨੂੰ ਜਿਹੜਾ ਕੋਈ ਹੋਰ ਆ ਕੇ ਪ੍ਰਧਾਨ ਮੰਤਰੀ ਕੈਪੇਬਿਲਿਟੀ ਹੋਵੇ ਜਿਹਦੇ ਵਿੱਚ ਇਹ ਫਿਕਸ ਕਰ ਸਕੇ, ਕਿਉਂਕਿ ਇੰਨੀ ਵੱਡੀ ਗੱਲ ਔਨ ਏਅਰ ਪਬਲਿਕ ਪਲੇਟਫਾਰਮ ਦੇ ਉੱਪਰ ਪ੍ਰਧਾਨ ਮੰਤਰੀ ਕਹੇ ਜੀ ਮੈਨੂੰ ਪਤਾ ਹੈ ਜੀ LMI ਵਿਕਰੀਆਂ 50-50 ਹਜ਼ਾਰ ਦੀ, ਇਹ ਅੱਜ ਦੀਆਂ ਨਹੀਂ ਵਿਕਰੀਆਂ, ਪਿਛਲੇ 4 ਸਾਲ ਦੀਆਂ ਵਿਕਰੀਆਂ ਨੇ। ਔਰ ਇਹ ਜਿਹੜੀ ਕਨਵੋਕੇਸ਼ਨ ਹੈਗੀ ਆ, ਮੇਨ ਸਟ੍ਰੀਮ ਮੀਡੀਆ ਨੇ ਵੀ ਬਕਾਇਦਾ ਨਾਮ ਦੇ ਕੇ ਪ੍ਰਿੰਟ ਕੀਤੀ ਹੈ। ਗਲੋਬਲ ਮੇਲ ਨੇ ਵੀ ਅੱਜ ਇਹ ਖਬਰ ਬ੍ਰੇਕ ਕੀਤੀ ਹੈਗੀ ਹੈ। ਇਸ ਤੋਂ ਪਹਿਲਾਂ ਕੱਲ ਨੈਸ਼ਨਲ ਵਾਚ ਇੱਕ ਮੀਡੀਆ ਅਦਾਰਾ ਜਿਹੜਾ ਕਿ ਪ੍ਰਧਾਨ ਮੰਤਰੀ ਦਾ ਅੱਖ ਰੱਖਦਾ, ਕਿਸੇ ਵੀ ਮੀਡੀਆ ਤੇ ਇੰਟਰਵਿਊ ਬੋਲਦੇ ਆ, ਜੋ ਵੀ ਬੋਲਦੇ ਆ ਉਹਨਾਂ ਦਾ ਐਨਾਲਿਸਿਸ ਕਰਦੇ ਆ, ਉਹਨਾਂ ਨੇ ਵੀ ਗੱਲ ਕੀਤੀ ਆ। ਉਹਨਾਂ ਨੇ ਜਿਹੜੀ ਮੇਨ ਉਹਦੀ ਸਟੋਰੀ ਬਣਾਈ ਹੈਗੀ ਆ, ਉਹ ਗਵਰਨਰ ਜਨਰਲ ਨੂੰ ਲੈ ਕੇ ਬਣਾਈ ਆ, ਕਿਉਂਕਿ ਰੈੱਡ FM ਤੇ ਪ੍ਰੇਜ਼ ਕੀਤੀ ਗਵਰਨਰ ਜਨਰਲ ਦੀ, ਜਿਹੜੀ ਕਿ ਨੈਸ਼ਨਲ ਮੀਡੀਆ ਦੀ ਬ੍ਰੇਕਿੰਗ ਨਿਊਜ਼ ਬਣ ਗਈ। ਔਰ ਇਹ ਜੇ ਚੀਜ਼ਾਂ ਜਦੋਂ BC ਦੇ ਅੰਦਰ ਆ ਕੇ ਪ੍ਰਧਾਨ ਮੰਤਰੀ ਨੂੰ ਮਤਲਬ ਕਿ ਫੇਸ ਕਰਨੀਆਂ ਪਈਆਂ, ਤਾਂ ਇਹਨਾਂ ਨੂੰ ਅੰਡਰਸਟੈਂਡ ਕਰਨਾ ਚਾਹੀਦਾ ਕਿ ਓਵਰਡੋਜ਼ ਇਸ਼ੂ ਕਿੱਡਾ ਵੱਡਾ ਹੈਗਾ ਸਾਡਾ BC ਦਾ। LMI ਜਿਹੜੀਆਂ ਵਿਕਰੀਆਂ ਕਿੱਡਾ ਵੱਡਾ ਇਸ਼ੂ ਹੈ। ਉਸ ਤੋਂ ਬਾਅਦ ਮਨੀ ਲਾਂਡਰਿੰਗ ਹੈ ਕਿੱਡਾ ਵੱਡਾ ਇਸ਼ੂ ਹੈ, ਕਿਉਂਕਿ ਇਹ ਕਿਸੇ ਚੀਜ਼ ਨੂੰ ਵੀ ਸੀਰੀਅਸਲੀ ਨਹੀਂ ਲੈ ਰਹੇ। ਔਰ ਸਭ ਤੋਂ ਵੱਡੀ ਜਿਹੜੀ ਲੋਕਾਂ ਨੂੰ ਅੰਡਰਸਟੈਂਡ ਕਰਨਾ ਚਾਹੀਦਾ ਹੈ ਕਿ ਹੀ ਇਜ਼ ਨਾਟ ਸੀਰੀਅਸ ਅਬਾਊਟ ਹਿਜ਼ ਜੌਬ। ਜਿਸ ਬੰਦੇ ਨੇ ਪ੍ਰਧਾਨ ਮੰਤਰੀ ਦੀ ਕੁਰਸੀ ਤੇ ਬੈਠਦੇ ਹੋਏ ਕਹਦੇ ਕਿ ਮੈਨੂੰ ਪਤਾ ਜੀ 50-50 ਹਜ਼ਾਰ ਦੀ LMI ਵਿਕਦੀਆਂ, ਪ੍ਰਧਾਨ ਮੰਤਰੀ ਦੇ ਤਾਂ ਇਸ਼ਾਰੇ ਦੇ ਨਾਲ ਸਵੇਰ ਤੱਕ ਐਕਸ਼ਨ ਹੋ ਜਾਣੇ ਚਾਹੀਦੇ ਸੀਗੇ। ਇਹ ਜਿੰਨੇ ਵੀ ਠੱਗ ਖਾਨੇ ਨੇ ਇਹ ਤਾਂ ਬੰਦ ਹੋ ਜਾਣੇ ਚਾਹੀਦੇ ਸੀਗੇ। ਪਰ ਹੈਰਾਨੀ ਹੋਈ, ਮਜ਼ੇ ਨਾਲ ਬੜਾ ਨਾਰਮਲ ਕਹਿ ਕੇ ਨੌਨ ਸੀਰੀਅਸ ਆਨਸਰ ਦੇ ਕੇ ਚਲੇ ਗਏ। ਮੁਸੀਬਤ ਉੱਥੇ ਦੀ ਉੱਥੇ ਆ। ਓਵਰਡੋਜ਼ ਨਾਲ ਲੋਕ ਉਵੇਂ ਹੀ ਮਰ ਰਹੇ ਆ, LMI ਉਵੇਂ ਹੀ ਵਿਕ ਰਹੀਆਂ ਨੇ ਤੇ ਕੋਈ ਮਤਲਬ ਕਿ ਸੋਲੂਸ਼ਨ ਨਹੀਂ ਦੇ ਪਾਏ। ਇਹ ਹੁਣ ਫੈਸਲਾ ਲੋਕਾਂ ਨੇ ਕਰਨਾ ਕਿ ਇਹ ਜਾਂ ਜਿਹੜਾ ਸੀਰੀਅਸ ਨਾ ਹੋਵੇ, ਮੁੱਦਿਆਂ ਦੇ ਬਾਰੇ ਸੀਰੀਅਸ ਨਾ ਹੋਵੇ। ਕੀ ਸਾਨੂੰ ਇਹੋ ਜਿਹਾ ਪ੍ਰਧਾਨ ਮੰਤਰੀ ਚਾਹੀਦਾ? ਮੈਂ ਸਮਝਦਾ ਨਹੀਂ ਚਾਹੀਦਾ। ਹੁਣ ਫੈਸਲਾ ਤੁਸੀਂ ਲੋਕਾਂ ਨੇ ਕਰਨਾ ਜੀ। ਥੈਂਕ ਯੂ ਜੀ। ਧੰਨਵਾਦ ਜੀ, ਬਹੁਤ ਬਹੁਤ। ਬਿਲਕੁਲ, ਉਹ ਸਵਾਲ ਜਦ ਪੁੱਛੇ ਜਾਂਦੇ ਨੇ, ਜੇ ਸਵਾਲ ਦਾ ਜਵਾਬ ਇਹ ਮੂਹਰੇ ਬੰਦਾ ਨਹੀਂ ਦਿੰਦਾ, ਫਿਰ ਉਸ ਜੇ ਬੰਦੇ ਨੂੰ ਲਿਆ ਕੇ ਰੇਡੀਓ ਤੇ ਕੀ ਕਰਨਾ? ਮੈਂ ਤਾਂ ਇਹ ਵੀ ਗੱਲ ਦੇ ਹੱਕ 'ਚ
ਮੋਢੇ ਤੇ ਅਸੀਂ ਇੱਕ ਆਪਣਾ ਉਈਓ ਹੀ ਲਾ ਲੈਣਾ ਤਗਮਾ ਚੱਕ ਕੇ ਸਟਾਰ ਕੇ ਸਾਡੇ ਪ੍ਰੋਗਰਾਮ ਤੇ ਫਲਾਣਾ ਆਇਆ ਫਲਾਣਾ। ਜੇ ਮੇਰੇ ਸਵਾਲਾਂ ਦਾ ਜਵਾਬ ਹੀ ਨਹੀਂ ਬੰਦਾ ਦਿੰਦਾ ਮੂਹਰੇ, ਫਾਇਦਾ ਕੀ ਹੈ? ਉਹਦਾ ਕੋਈ ਫਾਇਦਾ ਨਹੀਂ। ਤੋ ਜਦ ਉਹਨੂੰ ਦੱਸਦਾ ਕਿ 50,000 ਦੀ ਵਿਕਦੀ ਹੈ ਤੇ ਉਹ ਕਹਿੰਦਾ ਤੁਹਾਡੇ ਆਹ MP ਮੇਰਾ ਕੰਮ ਕਰਦੇ, ਤੇ MPਆਂ ਨੇ ਦੱਸਿਆ ਨਹੀਂ ਫਿਰ ਤੈਨੂੰ ਪ੍ਰਧਾਨ ਮੰਤਰੀ ਸਾਹਿਬ ਕਿ $50,000 ਦੀ ਵਿਕਦੀ ਹੈ, ਤੇ ਜਿਹੜੇ 50,000 ਦੀ ਵੇਚਦੇ ਨੇ ਉਹਨਾਂ ਨਾਲ ਤਾਂ ਕੇਕ ਕੱਟ ਕੇ ਛਕਦੇ ਨੇ ਤੇਰੇ MP। ਇਹ ਕੀ ਦੱਸਣਗੇ ਜਾ ਕੇ? ਆਹ ਵੀ ਗੱਲ ਪੁੱਛਣ ਵਾਲੀ ਸੀ ਜਦ ਹੀ ਵੀ ਪ੍ਰਧਾਨ ਮੰਤਰੀ ਸਾਹਿਬ ਜਿਹੜੇ ਤੂੰ MPਆਂ ਦੇ ਨਾਂ ਲੈਣਾ ਹੈ, ਇਹ ਤਾਂ ਕੇਕ ਕੱਟਦੇ ਨੇ ਜਿਹੜੇ 50,000 ਦਾ ਵੇਚਦੇ ਨੇ ਉਹਨਾਂ ਦਾ, ਤੇ ਜੱਫੀਆਂ ਪਾਉਂਦੇ ਨੇ। ਆਹ ਪੁੱਛਣਾ ਸੀ ਸੋ ਦੁਆਰਾ ਰੀਬਟਲ ਕਰਕੇ, ਫਿਰ ਸਵਾਦ ਆਉਣਾ ਸੀ। ਪਿਛਲੇ ਦਿਨੀ ਤੁਹਾਨੂੰ ਪਤਾ ਹੈ ਕਿ ਸਰੀ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਜਿਹੜੇ ਨੇ ਉਹ ਛਾਪ ਦਿੱਤੇ ਗਏ ਸੀ, ਤੇ ਉਹਨਾਂ ਦੇ ਲਈ ਇਹ ਕਿਸ ਤਰ੍ਹਾਂ ਛਾਪਣ ਲੱਗੇ, ਕਿਹਨੇ ਤੁਹਾਨੂੰ ਪੈਨ ਡਰਾਈਵ ਦਿੱਤੀ? ਸ਼੍ਰੀ ਅਕਾਲ ਤਖਤ ਸਾਹਿਬ ਤੋਂ ਪ੍ਰੈਸ ਨੋਟ ਜਾਰੀ ਕੀਤਾ, ਜਿਹਦੇ ਵਿੱਚ ਇਹ ਕਿਹਾ ਗਿਆ ਕਿ ਅੱਜ ਮਿਤੀ 3 ਸਤੰਬਰ 2020 ਨੂੰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਦੀ ਕਾਰਜਕਾਰੀ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਪ੍ਰੈਸ ਨੋਟ ਜਾਰੀ ਕਰਦਿਆਂ ਕਿਹਾ ਕਿ ਰਪਤੁੰਮਣ ਸਿੰਘ ਮਲਕ ਤੇ ਬਲਵੰਤ ਸਿੰਘ ਪਧੇਰ ਸਰੀ BC ਪਾਸੋਂ ਭਾਈ ਹਰਦੀਪ ਸਿੰਘ ਨਿੱਜਰ ਮੁੱਖ ਸੇਵਾਦਾਰ ਗੁਰੂ ਨਾਨਕ ਸਿੰਘ ਗੁਰਦੁਆਰਾ ਸੁਸਾਇਟੀ ਸਰੀ ਡੈਲਟਾ BC ਕੈਨੇਡਾ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਅਤੇ ਛਪਾਈ ਵਿੱਚ ਵਰਤੀ ਗਈ ਸਾਰੀ ਮਸ਼ੀਨਰੀ ਸਮੇਤ PDF ਫਾਈਲਾਂ ਵਾਲੀ ਪੈਨ ਡਰਾਈਵ ਪ੍ਰਾਪਤ ਕੀਤੀ ਹੈ। ਉਸ ਸੰਬੰਧੀ ਰਪਤੁੰਮਣ ਸਿੰਘ ਮਲਕ ਤੇ ਬਲਵੰਤ ਸਿੰਘ ਪਧੇਰ ਨੂੰ ਸਪਸ਼ਟ ਦੱਸਣ ਲਈ ਕਿਹਾ ਗਿਆ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਸਰੂਪ ਛਾਪਣ ਲਈ ਉਹਨਾਂ ਨੇ PDF ਫਾਈਲ ਵਾਲੀ ਪੈਨ ਡਰਾਈਵ ਕਿਸ ਤੋਂ ਅਤੇ ਕਿੱਥੋਂ ਪ੍ਰਾਪਤ ਕੀਤੀ। ਸਿੰਘ ਸਾਹਿਬ ਜੀ ਨੇ ਇਹ ਵੀ ਕਿਹਾ ਕਿ ਇਸ ਦੀ ਜਾਣਕਾਰੀ 15 ਦਿਨਾਂ ਦੇ ਅੰਦਰ ਦਫ਼ਤਰ ਸਕੱਤਰੇਤ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਭੇਜੀ ਜਾਵੇ। ਸੋ 18 ਸਤੰਬਰ ਤੱਕ ਇਹ ਜਾਣਕਾਰੀ ਚਾਹੀਦੀ ਹੈ। ਹੁਣ ਇਹਦੇ ਨਾਲ ਇਹ ਵਿਸ਼ਾ ਇਹ ਹੈ ਕਿ ਜਿਹੜੀ ਇਹ ਪੈਨ ਡਰਾਈਵ ਹੈ, ਕਈ ਜਿਹੜੇ IT ਦੇ ਐਕਸਪਰਟ ਨੇ ਉਹ ਕਹਿੰਦੇ ਇਹ ਤਾਂ ਇੰਟਰਨੈਟ ਤੋਂ ਤੁਸੀਂ ਕਾਪੀ ਕਰ ਸਕਦੇ ਹੋ, ਲੋੜ ਨਹੀਂ ਹੈ, ਹਾਈ ਰੈਜ਼ੋਲੂਸ਼ਨ ਇਹਦੇ ਤੋਂ ਹੀ ਹੋ ਸਕਦੀ ਹੈ। ਪਰ ਇਹ ਜਿਹੜੀ ਪੈਨ ਡਰਾਈਵ ਹੈ ਇਸ ਗੱਲ ਤੇ ਮੰਨੀ ਹੈ, ਇਹ 5 ਪਿਆਰਿਆਂ ਨੇ ਜਦ ਗਏ ਸੀ ਕਿ ਬਈ ਮੈਂ ਇਹ ਚੋਰ ਆ ਜਿਹੜਾ ਉਹ ਚੋਰੀ ਕਰ ਕਿਵੇਂ ਕੀਤੀ ਹੈ ਇਹ ਨਹੀਂ ਦੱਸਦਾ। ਇਹ ਗੱਲ ਜਿਹੜੀ ਹੋਈ ਹੈ ਮੀਟਿੰਗ ਦੇ ਵਿੱਚ। ਹੁਣ ਇਹ ਵਿਸ਼ਾ ਇੱਕ ਇਹ ਹੈ ਕਿ ਜੇ ਇੰਟਰਨੈਟ ਤੋਂ ਲੋਕ ਕਾਪੀ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਛਾਪ ਸਕਦੇ ਆ, ਫਿਰ ਇਹਦਾ ਮਤਲਬ ਦੁਨੀਆ ਦੇ ਵਿੱਚ ਹੋਰ ਵੀ ਕਿਤੇ ਗੱਲ ਹੋਈ। ਹੁਣ ਇਹਦੇ ਤੇ ਇੱਕ ਬਹਿਸ ਛਿੜ ਗਈ, ਬਹੁਤ ਲੋਕ ਇਸ ਗੱਲ ਤੇ ਉਹ ਕਹਿੰਦੇ ਫੇਰ ਕੀ ਗੱਲ ਹੋ ਗਈ, ਇਹ ਗੁਰੂ ਗ੍ਰੰਥ ਸਾਹਿਬ ਜੀ ਛਾਪ ਲੈ, ਕਿਉਂਕਿ ਇਹ ਬਹਿਸ ਹੀ ਛੇੜਨੀ ਸੀ। ਇਹ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਛਾਪਣ ਦੀ ਗੱਲ ਨਹੀਂ, ਇੱਕ ਧਿਰ ਖੜੀ ਕਰਨ ਦੀ ਗੱਲ। ਜਿਵੇਂ ਧਿਰਾਂ ਸਦਾ ਹੀ ਖੜੀਆਂ ਗਈਆਂ, ਇਸ ਧਰਤੀ ਤੇ ਸਿੱਖਾਂ ਦਾ ਨੁਕਸਾਨ ਇਹ ਧਿਰ ਖੜੀ ਕਰਨ ਤੇ ਹੋਇਆ। ਜਿਵੇਂ ਪਹਿਲੀ ਗੱਲ 1970-71 ਦੇ ਵਿੱਚ ਜਦ ਗੁਰਦੁਆਰਾ ਸਾਹਿਬ ਟੋਰਾਂਟੋ ਦੇ ਵਿੱਚ ਸ਼ੁਰੂ ਹੋਇਆ ਇੱਕ ਚਰਚ ਦੇ ਵਿੱਚ, ਤੇ ਉੱਥੇ ਖੱਬੇ ਪੱਖੀ ਧਿਰ ਕਹਿੰਦੀ ਤੁਹਾਡਾ ਪ੍ਰਬੰਧ ਨਹੀਂ ਵਧੀਆ ਹੁੰਦਾ, ਅਸੀਂ ਇੱਥੇ ਧਿਰ ਬਣਾਉਣੀ ਹੈ। ਉਹਨਾਂ ਦਿਨਾਂ ਦੇ ਵਿੱਚ ਹੀ ਜਗਜੀਤ ਸਿੰਘ ਚੌਹਾਨ ਗੇੜਾ ਮਾਰ ਕੇ ਜਾਂਦਾ, ਤੇ ਜਦ ਖਾਲਿਸਤਾਨ ਦੀ ਗੱਲ ਚੱਲਦੀ 70-71 ਦੇ ਵਿੱਚ ਇਹ ਸਾਰਾ ਕੁਝ ਸੌਫਟ ਟਾਰਗੇਟ ਦੇ ਵਿੱਚ ਦਿੱਤਾ ਹੈ ਵੀ ਕਿਵੇਂ ਸਿੱਖ ਦੇ ਮੂਹਰੇ ਖੜੇ ਹੋਏ। ਉਹਦੇ ਤਹਿਤ ਹੀ ਅਸੀਂ ਖੜੇ ਹੋਏ, ਇੱਥੇ ਥੱਲੇ ਬਹਿਣਾ ਤੇ ਉੱਪਰ ਬਹਿਣਾ। 12-13 ਸਾਲ ਉਹ ਖਾਈ ਦੇ ਵਿੱਚੋਂ, ਔਖਿਆਈ ਚੋਂ ਲੰਘੀ ਕੌਮ ਮਿਲੀਅਨਸ ਆਫ ਡਾਲਰ ਗੁਰਦੁਆਰਿਆਂ ਦੇ ਜਿਹੜੇ ਵਕੀਲਾਂ ਦੀ ਝੋਲੀ 'ਚ ਚਲ ਗਏ, ਮਿਲੀਅਨਸ ਆਫ ਡਾਲਰ। ਉਹ 'ਚੋਂ ਮਿਲਿਆ ਕੀ? ਬਦਨਾਮੀ, ਡਾਂਗਾਂ, ਸੋਟੇ। ਤੇ ਆਹ ਹੁਣ ਜਿਹੜਾ ਕੰਮ ਹੈ ਇਹ ਹੁਣ ਸਿਰੇ ਦੀ ਪੌੜੀ ਨੂੰ ਹੱਥ ਪਾਇਆ ਅਗਲੇ ਨੇ। ਇਹ ਤੋੜ ਦਿਓ ਗੱਲ, ਤੋੜ ਤੋਂ ਬਹਿਸ ਸ਼ੁਰੂ ਤੋਂ ਗੱਲ ਹੋਊ ਵੀ ਛਾਪ ਲਓ, ਕਹਿੰਦੇ ਛਾਪ ਲਓ ਘਰੇ ਯਾਰ, ਇਹ 'ਚ ਕਿਹੜੀ ਗੱਲ ਹੈ। ਨਾਲ ਉਹ ਕਹਿ ਰਹੇ ਨੇ ਗੁਰੂ ਗ੍ਰੰਥ ਸਾਹਿਬ ਦੇ ਸਾਰੇ ਅੰਗ ਨੇ ਜਿਹੜੇ ਉਹ ਇੰਟਰਨੈਟ ਤੇ ਨੰਬਰ ਪਾਓ, ਗੂਗਲ ਕਰੋ, ਅੰਗ ਆ ਜਾਂਦਾ ਅਰਥਾਂ ਸਮੇਤ। ਟੈਕਨੋਲੋਜੀ ਇੱਕ ਗੱਲ ਹੈ, ਜਿਹੜੀ ਸਾਨੂੰ ਪ੍ਰਗਟ ਗੁਰਾਂ ਦੀ ਦੇਹ ਹੈ, ਜਿਹੜੀ ਸ਼ਬਦ ਗੁਰੂ ਆ, ਉਹ ਸਰੂਪ ਇੱਕ ਅਲੱਗ ਗੱਲ ਹੈ। ਜਿਹੜੇ ਗੁਰਦੁਆਰਾ ਸਾਹਿਬ ਦੇ ਵਿੱਚ ਸਵੈਮਾਨ ਨੇ, ਤਖਤ ਤੇ ਬੈਠੇ ਨੇ, ਤਖਤੇ ਦੇ ਲਾਇਕ। ਸੋ ਇਹ ਜਿਹੜੀ
ਕਹਾਣੀ ਚੱਲ ਰਹੀ ਹੈ ਨਾ ਹੁਣ, ਉਹਦੇ ਵਿੱਚ ਦੁਸ਼ਮਣ ਬਾਤ ਕਰੇ ਅਨਹੋਣੀ। ਹੁਣ ਜਿਹੜਾ 350 400 ਉੱਥੇ ਨਹੀਂ ਲੱਭ ਰਿਹਾ, ਉਹ ਕਿੱਥੇ ਆਇਆ? ਉਹ ਤਾਂ ਨਹੀਂ ਇੱਥੇ ਆ ਗਿਆ, ਕਿਉਂਕਿ ਮਹਿਤੇ ਤੇ ਰੂਪ ਉਹਨਾਂ ਦੀ ਯਾਰੀ ਬਹੁਤ ਹੈ ਸਰੀ ਦੇ ਵਿੱਚ, ਤੇ ਇੱਥੇ ਗੇੜੇ ਸਰੀ ਦੇ ਬਹੁਤ ਵੱਜਦੇ ਆ ਉਹਨਾਂ ਦੇ, ਤੇ ਉਹ ਕਿਹਦੇ ਕੋਲ ਰੁਕਦੇ ਆ, ਕਿਹਨਾਂ ਨਾਲ ਉਹਦੀਆਂ ਯਾਰੀਆਂ ਨੇ। ਰੂਪ ਸਿੰਘ ਦਾ ਟੱਬਰ ਟੀਹਰ ਦੇ ਵੀ ਬੱਚੇ ਇੱਥੇ ਪੱਕੇ ਕੀਤੇ ਨੇ, ਇਹ ਵੀ ਗੱਲ ਚੱਲਦੀ। ਹੁਣ ਕਹਾਣੀ ਇਹ ਹੈ, ਮਹਿਤਾ ਫਿਰਦਾ ਪ੍ਰੈਜ਼ੀਡੈਂਟ ਬਣਨ ਨੂੰ, ਮਹਿਤੇ ਦੇ ਨਾਲ ਗੱਲਬਾਤ ਚੱਲ ਰਹੀ ਹੈ ਬਾਹਰ, ਉਹਦੇ ਗੇੜੇ ਸਰੀ 'ਚ ਬੜੇ ਵੱਜਦੇ ਆ। ਇੱਕ ਨਗਰ ਕੀਰਤਨ ਤੇ ਵੀ ਖੜਾ ਸੀ ਖਾਲਸਾ ਸਕੂਲ ਕੋਲ ਨੂੰ, ਵੇਖਿਆ ਇੱਥੇ। ਤੇ ਸੰਗਤਾਂ ਦੀ ਉਹ ਗਲਤੀ ਹੈ ਕਿ ਬੰਦਾ ਖੜਾ ਹੋਵੇ ਤੇ ਬੰਦੇ ਨੂੰ ਪੁੱਛਣ ਨਾ ਵੀ ਹਾਂ ਵੀ ਦੱਸ ਮਿੱਤਰਾ ਕੀ ਕਹਾਣੀ ਹੈ ਤੇਰੀ। ਇਹ ਜਿਹੜੀ ਹੁਣ ਇਹ ਨਵਾਂ ਇੱਕ ਇਸ਼ੂ ਹੈ, ਪਰ ਇਹ ਤੇ ਸ਼੍ਰੀ ਅਕਾਲ ਤਖਤ ਸਾਹਿਬ ਨੂੰ 15 ਦਿਨਾਂ 'ਚ ਕੀ ਸੁਨੇਹਾ ਜਾਂਦਾ ਹੈ, ਕੀ ਕਿਹਾ ਜਾਂਦਾ ਹੈ, ਇਹ ਪਤਾ ਕਰਨਾ। ਬਹੁਤ ਗੱਲ ਇਹ ਵੀ ਚੱਲਦੀ ਹੈ ਕਿ ਇਹ ਵਪਾਰ ਨਹੀਂ ਜੀ, ਇਹ ਸੇਵਾ। ਇੱਕ ਗੁਟਕਾ ਲੈਣਾ ਹੋਵੇ ਨਾ, ਗੁਟਕਾ ਆਪਾਂ ਗੁਟਕੇ ਲੈ ਕੇ ਆਉਂਦੇ ਨਾ ਛੋਟੇ ਗੁਰਦੁਆਰਾ ਸਾਹਿਬਾਨਾਂ ਦੇ ਵਿੱਚੋਂ, ਗੁਟਕੇ ਦੀ ਜਦ ਸੇਵਾ ਤੁਹਾਨੂੰ ਮਿਲਦੀ ਹੈ, ਗੁਟਕਾ ਤੁਹਾਨੂੰ ਮਿਲਦਾ ਹੈ, ਜੇ ਗੁਟਕੇ ਦੀ ਭੇਟਾ $5 ਲਿਖੀ ਹੋਵੇ 50 ਦੇ ਕੇ ਆਉਣੇ ਆ ਵੀ ਸਾਹਿਬ ਦੀ ਬਾਣੀ ਮੈਂ ਘਰੇ ਲੈ ਕੇ ਚੱਲਿਆ। ਤੇ ਗੁਰੂ ਗ੍ਰੰਥ ਸਾਹਿਬ ਜਦ ਤੁਸੀਂ ਲੈ ਕੇ ਜਾਣਾ, ਤੇ ਜਦ ਮੈਂ ਕਹਿਣਾ ਵੀ ਭੇਟਾ ਇਹਦੀ ਕੋਈ ਨਹੀਂ ਹੈ, ਇਹਦੀ ਭੇਟਾ ਬਿਲਕੁਲ ਇਹ ਕੋਈ ਨਹੀਂ, ਤੁਸੀਂ ਫਿਰ ਉਸ ਸਮੇਂ ਖੀਸੇ ਖਾਲੀ ਕਰ ਦੇਣੇ, ਖੀਸੇ ਕੱਢ ਜਿੰਨੇ ਜੇਬ 'ਚ ਨੇ ਉਨੇ ਹੀ ਰੱਖਦੇ, ਗੁਰੂ ਲੈ ਕੇ ਜਾਣਾ ਮੈਂ ਕਰ। ਬਿਜ਼ਨਸ ਦੇ ਟੈਕਟਸ ਹੁੰਦੇ ਆ, ਵਪਾਰ ਕਰਨ ਦਾ ਇੱਕ ਢੰਗ ਹੈ। ਇਹਦੇ ਨਾਲ ਹੀ ਕੌਮ ਇਸ ਗੱਲ ਤੇ ਵੀ ਕੰਮ ਕਰੇ ਕਿ ਜਿਹੜੇ ਤੁਹਾਡੇ ਇੰਸਟੀਚਿਊਟ ਬਣਾਏ ਹੋਏ ਨੇ, ਤੁਸੀਂ ਹੱਥੀਂ ਬਣਾਏ ਨੇ, ਉਹ ਹੱਥੀਂ ਬਣਾਏ ਹੋਏ ਇੰਸਟੀਚਿਊਟਸ ਦਾ ਕਿਹਦੇ ਕੋਲ ਕੰਟਰੋਲ ਹੈ, ਕਿਹਦੇ ਹੱਥ 'ਚ ਨੇ ਉਹ ਚੀਜ਼ਾਂ, ਤੇ ਉਹਨੂੰ ਕੌਮ ਆਪਣੇ ਹੱਥ 'ਚ ਲੈ ਸਕਦੀ ਹੈ। ਉਹਦਾ ਮੁਲਾਂਕਣ ਕਰੋ ਵੀ ਇੱਕ ਟੱਬਰ ਦੇ 8-8 7-7 ਡਾਇਰੈਕਟਰ ਹੋ ਸਕਦੇ ਨੇ, 6-6 ਡਾਇਰੈਕਟਰ ਹੋ ਸਕਦੇ ਨੇ, 5-5 ਹੋ ਸਕਦੇ ਨੇ, ਜਾਂ ਇੰਸਟੀਚਿਊਟਸ ਦੀਆਂ ਬ੍ਰਾਂਚਾਂ ਸਾਰੇ ਟੱਬਰ ਦੇ ਕੰਟਰੋਲ 'ਚ ਹੋ ਸਕਦੀਆਂ ਨੇ। ਬਣਾਵੋ ਤੁਸੀਂ ਫਰੀ ਜਵਾਕ ਸਕੂਲਾਂ 'ਚੋਂ ਲਾ ਲਏ, ਇੱਧਰੋਂ ਉੱਧਰੋਂ ਹਟਾ ਕੇ ਕਾਰਾਂ 'ਚ ਢੋਹੋ, ਮੌਰਗੇਜਾਂ ਘਰ ਤੇ ਤੁਸੀਂ ਲਵੋ, ਮਾਲਕ ਤੁਸੀਂ ਕਿਸੇ ਨੂੰ ਬਣਾ ਦੇਵੋ, ਸ਼ਾਬਾਸ਼ ਹੈ ਤੁਹਾਡੇ। ਜਿਹੜੇ ਮੂਹਰੇ ਲੱਗੇ ਹੋਏ ਸੀ ਉਹ ਕਹਿੰਦੇ ਅਸੀਂ ਬਿਮਾਰ ਹੋ ਗਏ, ਹੁਣ ਅਸੀਂ ਕੀ ਕਰ ਲਈਏ, ਅਸੀਂ ਹੁਣ ਕੁਛ ਨਹੀਂ ਕਰ ਸਕਦੇ। ਤੇ ਤੁਸੀਂ ਜਿਹੜਾ ਇਹ ਚਾਬੀਆਂ ਫੜਾ ਕੇ ਜਿੱਦਣ ਘਰ ਨੂੰ ਤੁਰੇ ਸੀ ਉਦੋਂ ਦੱਸਿਆ ਲੋਕਾਂ ਨੂੰ, ਤੁਸੀਂ ਕੱਲੇ ਨੂੰ ਚੁੱਕ ਕੇ ਜਦ ਕੱਢਿਆ ਤੁਹਾਨੂੰ, ਤੁਸੀਂ ਲੋਕਾਂ ਨੂੰ ਦੱਸਿਆ ਆ ਕੇ, ਦੱਸਦੇ ਤਾਂ ਸਹੀ ਵੀ ਭਾਈ ਆਹ ਹੋ ਰਿਹਾ ਲੋਕਾਂ ਨਾਲ। ਬੁੱਕਲ 'ਚ ਗੁੜ ਤੁਸੀਂ ਭੰਨਿਆ, ਅਗਲੇ ਨੇ ਤੁਹਾਡਾ ਬੁੱਕਲ 'ਚ ਭੰਨ ਲਿਆ, ਫਿਰੀ ਚੱਲੋ ਜ਼ਬਤ ਤੇ। ਹੁਣ ਜਦ ਤਾਂ ਯਾਰੀਆਂ ਪਗਾਈਆਂ, ਹੁਣ ਸੁਨੇਹੇ ਭੇਜ ਦਿਓ ਸਾਨੂੰ ਵੀ ਕੱਢਤਾ, ਜਿੱਦਣ ਕੱਢੇ ਉਦੋਂ ਨਾ ਬੋਲੇ। ਹੁਣ ਡੱਗ ਵੱਜਦੇ ਫਿਰਦੇ ਹੋ, ਜਦ ਅਗਲੇ ਨੇ ਮੱਖਣੀ ਦੇ ਵਿੱਚੋਂ ਬਾਲ ਵਾਂਗੂ ਕੱਢ ਕੇ ਰੱਖਤਾ। ਉਹ ਕਹਿੰਦੇ ਲੱਗੀਆਂ ਇੱਟਾਂ ਉੱਟਾਂ ਤੁਹਾਡੀਆਂ, ਲੱਗੀ ਤੁਹਾਡੇ ਚੱਕੋ ਚਲੋ ਹੁਣ ਚੱਕੋ ਸਮਾਨ, ਬਸ ਆਹ ਬਾਣੀ ਪੜ੍ਹਨੀ ਆ, ਆਹ ਬਾਣੀ ਨਹੀਂ ਪੜ੍ਹਨੀ। ਜਿਹੜੀ ਇਹ ਨਹੀਂ ਪੜ੍ਹਨ ਵਾਲੇ ਉਹ ਰਹਿ ਜਾਓ, ਜਿਹਨੇ ਪੜ੍ਹਨੀ ਉਹ ਚਲੇ ਜਾਓ ਬਾਹਰ। ਪਹਿਲਾਂ ਹੀ ਅਗਲਾ ਜੁਗਾੜ ਉੱਥੇ ਸੈੱਟ ਕਰਤਾ, ਉਦੋਂ ਹੀ ਅੱਧੇ 50% ਤਾਂ ਉਦੋਂ ਹੀ ਗਏ, ਬਾਕੀ 50 ਇਕੱਲੇ ਕਰਤਾ। ਜਿਹਨੇ ਕੋਈ ਸਵਾਲ ਪੁੱਛਿਆ ਉਹ ਕਹਿੰਦਾ ਵੀ ਇਹਨੂੰ ਕੱਢੋ, ਇਹ ਸਵਾਲ ਪੁੱਛਦਾ। ਇਹ ਗਲਤੀ ਬਣਾ ਕੇ ਚਾਬੀਆਂ ਫੜਾਉਣ ਵਾਲੇ ਦੀ ਹੈ। ਹੁਣ ਭੰਗੀਆਂ ਦੀ ਤੋਪ ਮੇਰੇ ਤਾਂ ਮੋਢੇ ਤੇ ਹੈ ਜਿਹੜੀ ਮੈਂ ਚਲਾ ਦੇਣੀ ਹੈ। ਮੈਨੂੰ ਸੁਨੇਹੇ ਤੁਸੀਂ ਭੇਜਦੇ ਹੋ, ਮੈਂ ਕੀ ਕਰੂੰਗਾ? ਕੁਛ ਨਹੀਂ। ਹਲੇ ਵੀ ਕੌਮ ਇਕੱਠੀ ਹੋ ਗਈ। ਇਸ ਗੱਲ ਇੱਕ ਨਹੀਂ, ਜਿੰਨੇ ਇੰਸਟੀਚਿਊਟ ਕਮੇਟੀ ਦੇ ਤੌਰ ਤੇ ਬਣੇ ਨੇ, ਜਿਨ੍ਹਾਂ ਤਾਂ ਹੈਗੇ ਪਰਸਨਲ ਨਾਂ ਤੇ, ਉਹਨਾਂ ਨੂੰ ਤਾਂ ਤੁਸੀਂ ਚੈਲੰਜ ਨਹੀਂ ਕਰ ਸਕਦੇ। ਜਿਹੜੀਆਂ ਆਰਗੇਨਾਈਜੇਸ਼ਨ ਬਣਾਈਆਂ ਨੇ, ਚਾਹੇ ਧਾਰਮਿਕ ਬਣਾਈਆਂ ਚਾਹੇ ਸਮਾਜਿਕ ਬਣਾਈਆਂ ਨੇ, ਉਹਦੇ ਤੇ ਕਿਹੜੇ ਬੰਦਿਆਂ ਦਾ ਕਬਜ਼ਾ ਤੇ ਕਿਹੜੇ ਬੰਦੇ ਉਹਦੇ ਤੇ ਨੌਕਰੀ ਕਰ ਰਹੇ ਨੇ ਪਿਛਲੇ 20 ਸਾਲਾਂ ਤੋਂ, ਉਹਦਾ ਮੁਲਾਂਕਣ ਕਰੋ। ਹੋਵੋ ਇਕੱਠੇ, ਕਮਿਊਨਿਟੀ ਦੇ ਵਿੱਚੋਂ ਕੋਈ 50 ਬੰਦੇ ਇਕੱਠੇ ਹੋ ਸਕਦੇ ਨੇ ਜਿਹੜੇ ਇਸ ਤੇ ਕੰਮ ਕਰਨ। ਜਿਹੜੇ ਬੇਡਰ ਹੈ, ਰੱਖੋ ਮੀਟਿੰਗ। ਕੋਈ ਕਹਿਣ ਨਾਲ ਤਾਂ ਕੱਖ ਨਹੀਂ ਹੋਣਾ ਨਾ। ਜਦ ਤੁਸੀਂ ਕਿਸੇ ਨੂੰ ਪਾਲਦੇ ਹੋ, ਉਹ ਪਾਲ ਕੇ ਫਿਰ ਅਗਲਾ ਮਰਜ਼ੀ ਕਰਦਾ ਜਾਂ ਪਾਵਰ ਦੇ ਦਿੰਦੇ ਹੋ, ਬਸ ਸਿੰਪਲ ਇਹੀ ਗੱਲ ਹੋਈ ਹੈ। ਬਸ ਇਸ ਦੇ ਲਈ ਥੋੜਾ ਬਹੁਤ ਸਿਆਣਪ ਤੋਂ ਕੰਮ ਲਈਏ, ਗਾਂ ਹੀ ਸਿਆਣੇ ਹੋ ਜਾਈਏ, ਗਾਹਾਂ ਹੀ ਸਿਆਣੇ ਹੋ ਜਾਓ ਕਿ
ਨਾ ਇਸ ਤਰ੍ਹਾਂ ਕਰੋ, ਨਾ ਕੁਛ ਬਣਾ ਕੇ ਕਿਸੇ ਦੇ ਹੱਥੀਂ ਦਿਓ। ਕਿਸੇ ਨੇ ਬਿਜ਼ਨਸ ਕਰਨਾ ਪੈਸੇ ਲਾਵੇ ਤੇ ਬਿਜ਼ਨਸ ਕਰੇ, ਦੁਨੀਆ ਬਿਜ਼ਨਸ ਕਰਦੀ ਹੈ। ਤੁਸੀਂ ਬਣਾ ਕੇ ਅਗਲੇ ਨੂੰ ਐਮਪਾਇਰ ਖੜਾ ਕਰਕੇ ਦਿੰਦੇ ਹੋ, ਬਸ ਫਿਰ ਮਰਜ਼ੀ ਹੈ ਤਾਂ ਅਗਲੇ ਦੀ ਮਰਜ਼ੀ ਹੈ ਜਿਹਦਾ ਕੰਟਰੋਲ ਹੈ। ਔਰ ਦੁੱਖ ਦੀ ਗੱਲ ਹੈ, ਇੱਕ ਜਗ੍ਹਾ ਨਹੀਂ ਸਾਰੀ ਜਗ੍ਹਾ ਤੇ ਜਿਨ੍ਹਾਂ ਨੇ ਕਮਿਊਨਿਟੀ ਦੇ ਵਿੱਚ ਕੰਮ ਕੀਤਾ, ਕਮਿਊਨਿਟੀ ਦੇ ਵਿੱਚ ਕੰਮ ਕਰਨ ਤੋਂ ਬਾਅਦ ਉਹਨਾਂ ਨੇ ਕਿਹਾ ਵੀ ਹੁਣ ਇਹ ਕਰਨਗੇ ਖਰਾਬ, ਉਹਨੂੰ ਕੋਈ ਚੱਕੋ ਵੀ ਸਮਾਨ ਤੂੰ ਚੱਲ ਬਾਹਰ। ਕਿਸੇ ਦੇ ਦੋਸ਼ ਲਾਤਾ, ਕਿਸੇ ਦੇ ਕੁਛ ਦੋਸ਼ ਲਾਤਾ, ਕਿਸੇ ਨੂੰ ਕਰੈਕਟਰਲੈਸ ਕਹਿ ਦਿਓ, ਕਿਸੇ ਨੂੰ ਕਹਿ ਦਿਓ ਇਹਨੇ ਚੋਰੀ ਕਰ ਲਈ, ਕਿਸੇ ਨੂੰ ਉਈਓ ਦੁੜਕ ਦਿਓ, ਚੱਲ ਬਸ। ਔਰ ਜਿਹੜੇ ਤੁਹਾਨੂੰ ਇੰਸਟੀਚਿਊਟ ਲੱਗਦੇ ਆ, ਇਹ ਤੁਹਾਡੇ ਟੈਕਸ ਪੇਅਰਸ ਦੇ ਪੈਸੇ ਆਉਂਦੇ ਆ ਇਹਨਾਂ 'ਚ, ਇਹ ਯਾਦ ਰੱਖਿਓ। ਮਿਲੀਅਨਸ ਆਫ ਡਾਲਰ ਸਾਲ ਦੀ ਫੰਡਿੰਗ ਹੈ, ਮਿਲੀਅਨਸ ਆਫ ਡਾਲਰ। ਤੇ ਉਹਨੂੰ ਕਿਹਨੇ ਕੰਟਰੋਲ ਕੀਤਾ ਉਹ ਵੀ ਤੁਹਾਨੂੰ ਪਤਾ। ਪ੍ਰਾਈਵੇਟ ਸਕੂਲ ਨੇ ਜਿਹੜੇ ਆ ਤੁਹਾਡੇ ਧਰਮ ਦੇ ਨਾਂ ਤੇ ਸਕੂਲ ਚੱਲਦੇ ਨੇ ਵੀ ਪੰਜਾਬੀ ਪੜ੍ਹਾਉਣੇ, ਤੁਹਾਨੂੰ ਧਰਮ ਸਿਖਾਉਣੇ ਆ। ਕਦੇ ਕਿਤੇ ਮੁਲਾਂਕਣ ਕੀਤਾ ਵੀ ਕਿਹੜੇ ਸਕੂਲ 'ਚੋਂ ਕਿੰਨੇ ਗ੍ਰੈਜੂਏਟ ਹੋਏ, ਕਿੰਨੇ ਧਰਮ ਨੂੰ ਫੋਲੋ ਕਰਦੇ ਆ? ਕੱਢਿਆ ਕਦੇ ਅੰਕੜਾ ਵੀ ਜਿਹੜੇ 6ਵੀਂ ਦੇ ਵਿੱਚ 80 ਨੂੰ ਅੰਮ੍ਰਿਤ ਛਕਾਇਆ, 12ਵੀਂ 'ਚ ਕਿੰਨਿਆਂ ਦੇ ਅੰਮ੍ਰਿਤ ਛਕਿਆ ਰਹਿ ਗਿਆ? ਕੀਤਾ 5% ਵੀ ਨਹੀਂ ਹੋਣੇ, ਕਿਉਂਕਿ ਰਿਲੀਜੀਅਸ ਟੀਚਰਾਂ ਨੂੰ ਦਿੱਤਾ ਜਾਂਦਾ ਵਜਨ, ਤੁਸੀਂ ਅੰਮ੍ਰਿਤ ਛਕਾਓ, ਤੁਸੀਂ ਅੰਮ੍ਰਿਤ ਛਕਾਓ, ਕਿਉਂਕਿ ਉਹ ਚੀਜ਼ਾਂ ਦਿਖਾਉਣੀਆਂ ਨੇ ਬਾਹਰ, ਫੋਟੋਆਂ ਦੇ ਵਿੱਚ ਦਿਖਾਉਣੇ ਨੇ 40-50 ਜਿਨ੍ਹਾਂ ਦੇ ਉੱਪਰ ਦੀ ਗਾਤਰੇ ਪਾਏ ਨੇ, ਸਿਰ ਤੇ ਕੇਸਕੀਆਂ ਸਜਾਈਆਂ ਨੇ। ਪਰ ਜਿਉਂ-ਜਿਉਂ ਉਹ 11ਵੀਂ 12ਵੀਂ ਤੱਕ ਚਲੇ ਜਾਂਦੇ ਨੇ, ਕੰਮ ਖਤਮ। ਉਹਦਾ ਖਤਮ ਕਾਰਨ ਕਿਉਂ ਹੈ ਕਿ ਸਿਖਾਉਣ ਵਾਲਿਆਂ ਦਾ ਜੀਵਨ ਹੈ ਨਹੀਂ, ਦੱਸਣ ਵਾਲਿਆਂ ਦਾ ਜੀਵਨ ਹੈ ਨਹੀਂ, ਜਿਹੜੇ ਮੋਢੀ ਨੇ ਉਹਨਾਂ ਦਾ ਜੀਵਨ ਹੈ। ਮੈਂ ਇੱਕ ਦਿਨ ਤੁਹਾਨੂੰ ਦੱਸਿਆ ਵੀ 1000 ਜਵਾਕ ਆ ਨਾ ਕਿਸੇ ਸਕੂਲ 'ਚ, 1000 6000 ਜਵਾਕ ਇੱਕ ਪ੍ਰਾਈਵੇਟ ਪਬਲਿਕ ਸਕੂਲ ਦਾ ਸਾਲ ਦੀ 6000 ਇੱਕ ਬੱਚੇ ਨੂੰ ਹੈ। ਪ੍ਰਾਈਵੇਟ ਸਕੂਲਾਂ ਦੇ ਵਿੱਚ 1 ਗਰੁੱਪ 1 ਤੇ ਗਰੁੱਪ 2 50% ਗ੍ਰਾਂਟ ਹੈ ਤੇ 35% ਗ੍ਰਾਂਟ। 50 ਤੇ 85 ਦਾ ਐਵਰੇਜ ਲੈ ਲਓ, 40% ਹੈ। $2400 ਇੱਕ ਬੱਚੇ ਦਾ ਮਿਲਦਾ। 1000 ਸਟੂਡੈਂਟ ਦਾ ਮਤਲਬ $2.4 ਮਿਲੀਅਨ ਸਾਲ ਦੇ। 24 ਲੱਖ ਸਰਕਾਰ ਨੇ ਦੇਣੇ ਨੇ। ਰੈਨੋਵੇਸ਼ਨ ਦੀਆਂ ਅੱਡ ਗ੍ਰਾਂਟਾਂ ਨੇ, ਬਹੁਤ ਕੁਛ ਹੈ ਸਰਕਾਰ ਦਾ। ਤੇ ਜੇ ਫੀਸ ਤੁਸੀਂ 1000 ਜਵਾਕ ਦੀ 150 200 ਲਾਤੀ ਤਾਂ 2 ਲੱਖ ਹੋ ਗਿਆ ਸਾਲ ਦਾ। ਇੱਕ ਰੱਖ ਲਓ 30 ਦੀ ਕਲਾਸ ਲਈ, ਜੇ 60 ਟੀਚਰ ਵੀ ਰੱਖੇ 20-25-25000 2500 3000 ਤੇ ਰੱਖ ਲੈਂਦੇ ਨੇ ਪ੍ਰਾਈਵੇਟ। ਸਾਰੇ ਪ੍ਰਾਈਵੇਟ 'ਚ ਆਉਂਦੇ ਨੇ, ਇੱਥੋਂ ਅੱਗੇ ਜਾਂਦੇ ਤੇ ਚੱਲ ਰਿਹਾ। ਸਾਰੇ ਖਰਚੇ ਬਰਾਬਰ ਕਰ ਦੇਣ ਜਵਾਕਾਂ ਦੀ ਫੀਸ ਤੋਂ, $2.5 ਮਿਲੀਅਨ ਸਾਲ ਦਾ ਬਚ ਗਿਆ। ਬਿਜ਼ਨਸ ਹੈ, ਕਲੀਅਰ ਬਿਜ਼ਨਸ ਹੈ। ਬਿਜ਼ਨਸ ਨੂੰ ਤੁਸੀਂ ਕੌਮ ਦੀ ਚੀਜ਼ ਕਹਿ ਕੇ ਨਹੀਂ ਵੇਚ ਸਕਦੇ, ਬਿਜ਼ਨਸ ਨੂੰ ਬਿਜ਼ਨਸ ਕਹਿ ਕੇ ਵੇਚੋ। ਹਾਂ, ਜੇ ਕੌਮ ਦੀ ਚੀਜ਼ ਹੈ ਤਾਂ ਕੌਮ ਦਾ ਕੰਟਰੋਲ ਹੋਵੇ, ਕੌਮ ਦੇ ਵਿੱਚੋਂ ਡਾਇਰੈਕਟਰ ਹੋਣ, ਕਮਿਊਨਿਟੀ ਦੇ ਵਿੱਚੋਂ ਡਾਇਰੈਕਟਰ ਹੋਣ। ਤਾਂ ਸਿਆਣੇ ਹੋਣ ਦੀ ਲੋੜ ਹੈ ਕਮਿਊਨਿਟੀ ਨੂੰ। ਪਲੀਜ਼ ਥੋੜੇ ਜਿਹੇ ਸਿਆਣੇ ਹੋਈਏ ਆਪਾਂ। ਬਣਾਓ ਇੰਸਟੀਚਿਊਟ, ਪਰ ਉਹਦਾ ਕੰਟਰੋਲ ਨਾ ਕਿਸੇ ਵੀ ਇੱਕ ਬੰਦੇ ਨੂੰ ਦਿਓ। ਕੰਟਰੋਲ ਕੌਮ ਦੀ ਚੀਜ਼ ਦਾ ਕੌਮ ਕੋਲ ਰਹੇ। ਸੁਖਪਾਲ ਸਿੰਘ ਜੀ, ਤੁਸੀਂ ਏਅਰ ਤੇ ਹੋ। ਸੁਖਪਾਲ ਸਿੰਘ ਜੀ, ਸਤਿ ਸ੍ਰੀ ਅਕਾਲ। ਚੜ੍ਹਦੀ ਕਲਾ ਜੀ। ਹਾਂਜੀ, ਗੁਰੂ ਕਿਰਪਾ। ਤੁਸੀਂ ਸੁਣਾਓ। ਇਹ ਜਿਹੜਾ ਤੁਸੀਂ ਲਿਆਏ ਆ ਵਿਸ਼ਾ, ਇਹ ਉਹ ਵਧੀਆ ਸੀਗਾ ਤੇ ਇਹ ਤਾਂ ਬਹੁਤ ਚਿਰ ਪਹਿਲਾਂ ਆ ਜਾਂਦਾ। ਇਹਦੀ ਕੌਮ ਤੁਸੀਂ ਹਿਸਾਬ ਕਰਕੇ ਵੀ ਦੱਸਿਆ, ਬਹੁਤ ਵਧੀਆ ਲਿਆਏ। ਇਹ ਲੀਡਰਾਂ ਦਾ ਕੰਮ ਸੀਗਾ, ਜਿਹੜੇ ਪੈਸੇ ਲੈ ਰਹੇ ਆ ਵੀ ਇਹ ਲਿਆ ਕੇ ਕਿੰਨੀ ਕੁ ਫਿਗਰ ਇਹਨਾਂ ਨੂੰ ਜਾਂਦੀ ਆ। ਉਹ ਇੰਨੀ ਮਨੀ ਦੇਖ ਲਓ ਵੀ ਜੇ ਕਿਤੇ ਲੱਗ ਜਾਂਦੀ ਹੈ ਉਹ ਕੌਮ ਦੇ ਕੰਮਾਂ ਦੇ ਵਿੱਚ। ਤੇ ਬੈਂਕ ਹਰੇਕ ਦੇ ਕੋਲ ਹੁੰਦੀ, ਪੰਜਾਬੀਆਂ ਦੀ ਬੈਂਕ ਬਣੀ ਸੀਗੀ ਪਰ ਉਹ ਯੂਜ਼ ਨਹੀਂ ਕਰ ਸਕੇ ਉਹਨੂੰ। ਸੋ ਲੋਕਾਂ ਦੇ ਉੱਧਰ ਰੁਲਦੇ ਫਿਰਦੇ ਇਹਨਾਂ ਦਾ। ਇੰਨੀ ਮਨੀ ਵੀ ਲੈਂਦੇ, ਉਹ ਲਾਉਂਦੇ ਵੀ ਨਹੀਂ ਕਿਤੇ ਵੀ ਚਲੋ ਮੋਹਰੇ ਚੰਗੇ ਨਿਆਣਿਆਂ ਦੇ ਹੱਥ 'ਚ ਦੇ ਦਿਓ, ਇਹ ਬੈਂਕਾਂ ਕਿਤੇ ਕੰਮ ਆ ਜਾਣ ਲੋਕਾਂ ਦੇ। ਇੱਕੋ ਹੀ ਬੈਂਕ ਸਾਡੀ ਕੌਮ ਦੀ ਜਦੋਂ ਬਣ ਗਈ, ਸੋ ਫਿਰ ਹਰੇਕ ਦੀ ਐਪ ਦੇ ਵਿੱਚ ਇਹ ਹੋਵੇ। ਨਾਂ ਐਡਾ ਸੀਗਾ ਗੁਰੂਆਂ ਦਾ ਖਾਲਸਾ, ਕੀ ਲੋਕਾਂ ਨੇ ਕੀਤਾ, ਕਿਸੇ ਦਾ ਕੁਛ ਗਵਾਚਿਆ ਉਹਦੇ 'ਚ, ਕਿਸੇ ਦਾ ਕੁਛ। ਸੋ ਹਜੇ ਵੀ ਕੌਮ ਇਕੱਠੀ ਹੋ ਕੇ ਇਹ ਚੀਜ਼ਾਂ ਇਹਨਾਂ ਤੋਂ ਲਵੋ ਲੈ ਕੇ। ਤੇ ਉਹ ਮਨੀ ਹੈ ਜਿਹੜੀ ਆਪਣਾ ਇੰਟਰਸਟ, ਸਾਡੀ ਖਾਲਸਾ ਬੈਂਕ ਤਾਂ ਨੰਬਰ 1 ਹੈ। ਦੂਜਿਆਂ ਤੋਂ 1.5% ਤੋਂ ਅਗਲੇ ਗੁਰਬਾਣੀ ਦੇ ਅਨੁਸਾਰ ਤਾਂ ਕੋਈ ਇੰਟਰਸਟ ਚਾਹੀਦਾ ਨਹੀਂ, ਪਰ ਜੇ ਲੈਣਾ ਵੀ ਉਨਾ ਕੁ 1.5% ਤੋਂ ਵੱਧ ਇਹਨਾਂ ਨੂੰ ਖਾਲਸਾ ਬੈਂਕ ਲਵੋ। ਕਹੋ ਨੌਜਵਾਨਾਂ ਨੂੰ ਇਕੱਠੇ ਹੋ ਕੇ ਚਲਾਵੋ। ਸਾਡੇ ਬੱਚੇ ਪੜ੍ਹੇ ਲਿਖ ਗਏ, ਪੰਜਾਬੀਆਂ ਦੇ ਥੋੜ੍ਹੇ ਪੜ੍ਹਾਏ, ਇੰਨੇ ਬੱਚੇ ਲੋਕਾਂ ਨੇ ਪੜ੍ਹਾਏ। ਆਪਣੀ ਬੈਂਕ ਦੀ ਜਿੰਨਾ ਚਿਰ ਕੌਮ ਕੋਲ ਬੈਂਕ ਹੈ ਨਹੀਂ, ਕੁਛ ਨਹੀਂ ਕਰ ਸਕਦੀ। ਸੋ ਉਹਦੇ ਵਿੱਚੋਂ ਫਿਰ ਹਰ ਧੰਦਾ ਕਰੋ, ਛਿਪ ਜਾਵੇ। ਜਿਹੜੇ ਤੁਹਾਡੇ ਜਹਾਜ਼ਾਂ ਦੇ ਸੁਪਨੇ ਆ ਤੇ ਗ੍ਰੰਥ ਸਾਹਿਬ ਵਾਲੇ ਸੀਟਾਂ ਚੱਕ ਕੇ ਖੁੱਲ੍ਹਾ ਦਰਬਾਰ ਬਣ ਕੇ ਗ੍ਰੰਥ ਸਾਹਿਬ ਆਉਣ,
ਵਿੱਚ ਅਖੰਡ ਪਾਠ ਚੱਲਦਾ ਜਾਵੇ। ਉਹ ਸੁਪਨੇ ਤਾਂ ਹੀ ਪੂਰੇ ਹੋਣੇ ਆ ਜਦੋਂ ਬੈਂਕ ਆ ਜਿਹੜੀ ਉਹ ਕੌਮ ਦੇ ਹੱਥਾਂ 'ਚ ਆਵੇ। ਆਮ ਲੋਕਾਂ ਦੀ ਬੈਂਕ ਹਰੇਕ ਦੇ ਮੂਹਰੇ ਹੋਵੇ, ਉਹਲਾ ਕੋਈ ਨਾ ਹੋਵੇ, ਕੋਈ ਵਿਚੋਲਾ ਨਾ ਉਹਦੇ ਵਿੱਚ ਹੋਵੇ। ਵਿਆਹ ਚੱਕ ਇੰਨੇ ਮਨੀ ਆਈ ਸਾਰੀ ਕੌਮ ਦੀ ਇਕੱਠੀ ਚੱਲੇ, ਤੇ ਉਹ ਪੇਮੈਂਟ ਵੀ ਦੇਖ ਲਓ ਕਿੰਨੀ ਛੋਟੀ ਹੋ ਜਾਣੀ ਜਦੋਂ ਐਜ਼ ਏ ਕੌਮ ਹੋ ਜਾਣਾ। ਤਾਂ ਤਰੱਕੀ ਕੌਮ ਕੋਲ ਕਿੰਨਾ ਪ੍ਰੋਫਿਟ ਹੋ ਜਾਣਾ। ਮਨੀ ਤਾਂ ਤੁਸੀਂ ਬਥੇਰੀ ਗਿਣਾਤੀ, ਇੱਕ ਦਿਨ $1 ਟ੍ਰਿਲੀਅਨ ਕਈ ਉਦਣ ਗਿਣਾ ਦਿੱਤੇ ਸੀਗੇ। ਪਰ ਪਤਾ ਨਹੀਂ ਇਹ ਭੋਲੀ ਕੌਮ ਕਿੱਥੇ ਆ, ਦਿਹਾੜੀਆਂ ਜਿੰਨੀਆਂ ਕਰ ਰਹੇ ਆ ਇਹਦੇ ਬਾਅਦ ਤਾਂ ਮਨੀ ਤਾਂ ਗਵਾ ਰਹੀ ਆ ਕੌਮ। ਉਹੀ ਮਨੀ ਸਾਂਭ ਲੈਣ, ਦਿਹਾੜੀਆਂ ਕਰਨ ਦੀ ਲੋੜ ਨਹੀਂ ਪੈਣੀ ਤੇ ਚੜ੍ਹਦੀ ਕਲਾ 'ਚ ਰਹੋ। ਤੇ ਜਿਹੜੇ ਦੁਸ਼ਮਣ ਵੀ ਆ ਇਸ ਚੀਜ਼ ਦੇ ਉਹ ਪਾਗਲੋ ਆਉਣ ਵਾਲੇ ਸਮੇਂ ਦਾ ਕਰ ਕੀ ਰਹੇ ਆ, ਫਿਊਚਰ ਦੀ ਬਰਬਾਦੀ ਕਰ ਰਹੇ ਆ। ਤੇ ਖਾਲਸਾ ਦੇ ਬੱਚੇ ਤੁਸੀਂ ਇਹਦੀ ਗੱਲ ਕੀਤੀ ਬਹੁਤ ਵੱਡੀ ਆ ਵੀ ਦਾੜੀਆਂ ਕਿਉਂ ਕਟਾ ਦਿੰਦੇ, ਅੰਮ੍ਰਿਤ ਕਿਉਂ ਛੱਡ ਦਿੰਦੇ, ਜਦੋਂ ਇਹਨਾਂ ਨੂੰ ਆਪਣੇ ਬਜ਼ੁਰਗਾਂ ਨੂੰ ਦੇਖਦੇ ਵੀ ਇਹ ਤਾਂ ਸਾਰੀ ਕੌਮ ਦਾ ਪੈਸਾ ਖਾਈ ਜਾ ਰਹੇ। ਉਹ ਬੱਚੇ ਫਿਰ ਉਸ ਵੇਲੇ ਨਿਰਾਸ਼ ਹੋ ਜਾਂਦੇ ਆ। ਸੋ ਉਹਨਾਂ ਨੂੰ ਪ੍ਰੈਕਟੀਕਲ ਦੀ ਸਿੱਖੀ ਦੇਵੋ ਵੀ ਕਿਰਤ ਕਰਕੇ ਹੱਥੀਂ ਛੱਕ ਕੇ ਜਿਹੜੀ ਮਨੀ ਤੁਹਾਡੇ ਹੱਥਾਂ 'ਚ ਆਈ ਹੈ ਇਹਨੂੰ ਭੇਜੋ ਗਾਹਾਂ ਦੁਨੀਆ ਦੀਆਂ ਜੇਬਾਂ 'ਚ ਹੀ ਕੱਢੋ ਘੱਟ ਇੰਟਰਸਟ ਤੇ। ਸੋ ਖੋਲਾ ਬੈਂਕ ਇਹਨਾਂ ਦੇ ਕਿੰਨਾ ਚਿਰ ਪਰਦਾ ਰਹਿਣਾ, ਇਕੱਠੇ ਹੋ ਜਾ ਕੌਮ ਸਾਰੀ ਇੱਕ ਤਾਂ। ਇਹਨੀ ਅੱਤਵਾਦੀ ਵੀ ਸਾਡੇ ਬੰਦੇ ਬਣਾ ਕੇ ਮਰਾਤ ਤੇ ਸਾਰਾ ਕੁਝ ਕਰ ਦਿੱਤਾ। ਹੁਣ ਨੌਜਵਾਨ ਜਿਹੜੀ ਪੀੜ੍ਹੀ ਆ ਉਹਨਾਂ ਨੂੰ ਇਕੱਠੇ ਕਰੋ, ਜਿਹੜੇ ਤੁਹਾਡੇ ਹੁਣ ਮੋਹਰੇ ਸਿੰਘ ਤੁਹਾਡਾ ਦਾੜੀ ਕੇਸ ਰੱਖੇ ਹੋਏ ਆ ਉਹਨਾਂ ਨੂੰ ਸਿਖਾਲੋ ਇਹ ਗੱਲਾਂ ਵੀ ਇੰਨੀ ਮਨੀ ਜਿਹੜੀ ਨੌਜਵਾਨ ਪੀੜ੍ਹੀ ਦੀ ਬਰਬਾਦ ਹੋ ਰਹੀ ਆ ਉਹਨਾਂ ਨੂੰ ਕੰਮ ਕਰਨ ਦੀ ਲੋੜ ਨਹੀਂ, ਉਹ ਰਾਜੇ ਬਣ ਕੇ ਰਾਜ ਚਲਾ ਸਕਦੇ ਆ ਜੀ। ਵਾਹਿਗੁਰੂ ਖਾਲਸਾ ਫਤਿਹ ਜੀ। ਖਾਲਸਾ ਜੀ ਫਤਿਹ। ਵਪਾਰਕ ਸੰਦੇਸ਼ ਬਾਦਸ਼ਾਹ ਆ ਕੇ ਸਰ ਕੁਲਦੀਪ ਸਿੰਘ ਤੱਖਰ ਗੱਲਬਾਤ ਸ਼ੁਰੂ ਕਰਨਗੇ ਕਿ ਡੌਗਸ ਘਰੇ ਕਿਵੇਂ ਰੱਖਣੇ ਆ, ਬਰੀਡ ਕੀ ਹੈ, ਫਾਈਨਲ ਕਿਵੇਂ ਕਰਨਾ, ਟ੍ਰੇਨਿੰਗ ਕੀ ਜ਼ਰੂਰਤ ਹੈ। ਹੁਣੇ ਆਏ ਵਾਪਸ। ਅਜ਼ਲਾਂ ਤੋਂ ਮਨੁੱਖ ਦਾ ਸਾਥੀ ਡੌਗ ਰਿਹਾ। ਕਈ ਵਾਰ ਤੁਹਾਡਾ ਜ਼ਿੰਦਗੀ ਦੇ ਵਿੱਚ ਅਜਿਹਾ ਸਬੱਬ ਬਣਦਾ, ਤੁਸੀਂ ਇੱਕ ਤਾਂ ਸ਼ੁਕਰ ਕਰਦੇ ਹੋ ਉਸ ਕੁਦਰਤ ਦੇ ਮਾਲਕ ਦਾ, ਇੱਕ ਤੁਸੀਂ ਇਹ ਸੋਚਦੇ ਹੋ ਕਿ ਯਾਰ ਮੇਰੇ ਕੋਲ ਕੀ ਕੁਛ ਹੈ। ਸੰਦੇਹਾ ਅੱਜ ਟ੍ਰੇਲਸ ਦੇ ਵਿੱਚ ਵੱਡੇ ਪਾਰਕ ਦੇ ਵਿੱਚ ਇੱਕ ਅੱਖਾਂ ਦੀ ਜੋਤ ਤੋਂ ਬਿਨਾਂ ਬੰਦਾ, ਉਹਦੇ ਕੋਲ 2 ਡੌਗ ਉਹਦੇ, ਤੇ ਉਹ ਡੌਗਸ ਉਹਨੂੰ ਟ੍ਰੇਲਸ ਦੇ ਵਿੱਚ ਤੋਰੀ ਫਿਰ, ਟ੍ਰੇਲਸ ਦੇ ਵਿੱਚ ਮੇਨ ਸੜਕ ਤੋਂ ਉਹ ਚਲ ਗਿਆ। ਇਕਵਿਪਡ ਸੀ, ਉਹਦੇ ਬੈਗ ਪਾਇਆ ਹੋਇਆ, ਫੋਨ ਕੋਲ ਸੀ ਤੇ ਦੋਨੇ ਹੱਥਾਂ ਦੇ ਵਿੱਚ ਡੌਗ ਫੜੇ ਸੀ। ਦੋਨੇ ਡੌਗ ਉਹਨੂੰ ਲੈ ਕੇ ਜਾਣ ਤੇ ਉਹਦੇ ਆਲੇ ਦੁਆਲੇ ਉਹਨਾਂ ਦਾ ਡੌਗਸ ਦਾ ਪੈਰੀਮੀਟਰ ਸੀ, ਨੇੜੇ ਕਿਸੇ ਨੂੰ ਨਹੀਂ ਸੀ ਲੱਗਣ, ਕਹਿੰਦੇ ਕੁਛ ਨਹੀਂ ਸੀ, ਖੜ ਜਾਂਦਾ, ਕੋਲ ਦੀ ਕੋਈ ਲੰਘ ਜਾਂਦਾ, ਦੁਬਾਰਾ ਉਹਨੂੰ ਫੇਰ ਤੋੜ ਲੈਂਦੇ। ਤੇ ਉਨੀ ਖਿੱਚ ਤੇ ਉਹ ਜਾ ਰਹੇ ਸੀ ਜਿੱਥੇ ਉਹ ਸਿੱਧੇ ਜਾ ਰਹੇ ਸੀ, ਅੱਗੇ ਪਿੱਛੇ ਉਹਦੇ ਲੱਤਾਂ 'ਚ ਵੀ ਰੱਸੀ ਫਸਾ ਰਹੇ, ਕੁਛ ਨਹੀਂ ਸੀ ਕਰ ਰਹੇ। ਯਾਰ ਕਮਾਲ ਹੋ ਗਈ ਇੰਨੀ ਟ੍ਰੇਨਿੰਗ। ਪਰ ਟ੍ਰੇਨਿੰਗ ਜ਼ਰੂਰੀ ਹੈ, ਟ੍ਰੇਨਿੰਗ ਤੋਂ ਪਹਿਲਾਂ ਬਲੱਡ ਲਾਈਨ ਜ਼ਰੂਰੀ। ਜੇ ਰੋਪੜ ਤੋਂ ਲਿਆਂਦੀਆਂ ਮੱਝਾਂ ਦੋਹਣੀਆਂ ਭਰਦੀਆਂ ਹੁੰਦੀਆਂ ਤਾਂ ਬਰੇਟੇ ਤੇ ਬਲਾਡੇ ਜਾਣ ਦੀ ਲੋੜ ਨਹੀਂ ਸੀ। ਜੇ ਪੰਜਾਬ ਦੀ ਖੰਨਾ ਮੰਡੀ ਤੋਂ ਲਿਆਂਦੇ ਹੋਏ ਬਲਦ ਜਿਹੜੇ ਨੇ ਉਹ ਜਿੱਤਦੇ, ਫਿਰ ਡੀਡੂਆਣਾ ਜਾਂ ਹੰਸਾਰ ਜਾਂ ਮੇਟਾ ਸਿਟੀ ਪਰਬਤਸਰ ਜਾਣ ਦੀ ਲੋੜ ਨਹੀਂ ਸੀ, ਤੇ ਘਰੋੜੀਆਂ ਵੀ ਉੱਥੋਂ ਲਿਆਉਣ ਦੀ ਲੋੜ ਨਹੀਂ ਸੀ। ਇਸੇ ਤਰ੍ਹਾਂ ਡੌਗਸ ਨੇ, ਡੌਗਸ ਤੋਂ ਪਹਿਲਾਂ ਉਹਦੀ ਬਰੀਡਰ, ਟ੍ਰੇਨਰ ਤੇ ਉਹਨਾਂ ਦੀਆਂ 3 ਪੀੜ੍ਹੀਆਂ ਦਾ ਹਿਸਾਬ ਕਿਤਾਬ ਜਿਹੜਾ ਤੁਹਾਨੂੰ ਡੌਗ ਮਿਲ ਰਿਹਾ, ਇਹ ਬਹੁਤ ਜ਼ਰੂਰੀ ਹੈ। ਰੇਟਿੰਗ ਹੈ ਉਹਨਾਂ ਦੀ। ਲੋਕਲ ਸਾਡੀ ਕੈਨੇਡੀਅਨ ਕੈਨਲ ਕਲੱਬ ਨੇ, ਅਮਰੀਕਨ ਕੈਨਲ ਕਲੱਬ ਨੇ, ਜਰਮਨੀ ਦੇ ਵਿੱਚ ਨੇ। ਸੋ ਇਸ ਦੇ ਬਾਰੇ ਜਾਣਕਾਰੀ ਤੁਹਾਨੂੰ ਯਾਦ ਹੈ ਸਰ ਕੁਲਦੀਪ ਸਿੰਘ ਤੱਖਰ ਆਪਾਂ ਨੂੰ ਦਿੰਦੇ ਹੁੰਦੇ ਸੀ। ਫਿਰ ਥੋੜਾ ਸਮਾਂ ਪੰਜਾਬ ਚਲੇ ਗਏ ਤੇ ਉੱਥੇ ਡੌਗ ਟ੍ਰੇਨਿੰਗ ਕਰਕੇ ਦੁਬਾਰਾ ਵਾਪਸ ਆਏ ਨੇ। ਅੱਜ ਫਿਰ ਉਹਨਾਂ ਨਾਲ ਗੱਲਬਾਤ ਕਰਨ। ਤੱਕਰ ਸਾਹਿਬ ਸਵਾਗਤ ਜੀ। ਸਤਿ ਸ੍ਰੀ ਅਕਾਲ ਗਿੱਲ ਸਾਹਿਬ ਜੀ, ਆਪ ਜੀ ਦਾ ਧੰਨਵਾਦ ਫਿਰ ਤੋਂ ਇੱਕ ਵਾਰ ਰੇਡੀਓ ਤੇ ਲੈ ਕੇ ਆਉਣ ਦਾ। ਆਪ ਜੀ ਦੇ ਸੁਣਨ ਵਾਲਿਆਂ ਦਾ ਧੰਨਵਾਦ, ਮਾਲਕ ਦਾ ਧੰਨਵਾਦ ਜਿਹਨੇ ਇਸ ਕਾਬਲ ਬਣਾਇਆ 4 ਅੱਖਰ ਬੋਲ ਸਕੀਏ। ਬਹੁਤ ਲੰਬਾ ਸਮਾਂ ਹੋ ਗਿਆ ਜੀ ਸ਼ੋਅ ਕੀਤੇ ਨੂੰ, 1.5 ਸਾਲ ਦਾ ਵਕਫਾ ਹੋ ਗਿਆ ਵਿੱਚ। 1 ਸਾਲ ਮੇਰਾ ਇੰਡੀਆ ਲੱਗ ਗਿਆ ਜੀ, ਮੈਂ ਉੱਥੇ ਡੌਗਸ ਟ੍ਰੇਨ ਕਰਨ ਚਲਾ ਗਿਆ ਪੈਰਾਮਿਲਟਰੀ ਫੋਰਸ ਤੇ ਸਟੇਟ ਪੁਲਿਸ ਫੋਰਸਿਸ ਲਈ। ਤੇ ਉਸ ਤੋਂ ਬਾਅਦ ਹੁਣ ਕੋਵਿਡ ਕਰਕੇ ਜੀ ਵਾਪਸ ਕੰਟਰੈਕਟ ਛੱਡ ਕੇ ਵਾਪਸ ਕੈਨੇਡਾ ਆ ਗਿਆ ਤੇ ਆਪ ਜੀ ਦੀ ਸੇਵਾ ਕਰਨ ਦਾ ਫਿਰ ਇੱਕ ਵਾਰ ਮੌਕਾ ਮਿਲਿਆ ਜੀ। ਬਿਲਕੁਲ ਜੀ, ਧੰਨਵਾਦ। ਅੱਛਾ ਤੱਕਰ ਸਾਹਿਬ, ਅਜਿਹਾ ਕੀ ਹੋਇਆ, ਕੁਛ ਦੋਸਤ ਜਿਹੜੇ ਨੇ ਉਹ ਇਹਨਾਂ ਦਰਵੇਸ਼ਾਂ ਨੂੰ ਲੱਭ ਰਹੇ ਸੀ, ਡੌਗਸ ਅਵੇਲੇਬਲ ਨਹੀਂ ਹੈ ਕਿਸੇ ਵੀ ਬਰੀਡਰ ਕੋਲ, ਗੱਲ ਕੀ ਹੋ ਗਈ ਇਹ?
ਗਿੱਲ ਸਾਹਿਬ ਹਰ ਬੰਦਾ ਘਰ ਹੈ ਜੀ, ਆਪ ਜੀ ਨੂੰ ਵੀ ਪਤਾ ਹੈ ਕੋਵਿਡ ਦੇ ਕਰਕੇ ਸਾਰੇ ਬੱਚੇ ਘਰ ਨੇ ਜੀ, ਛੁੱਟੀਆਂ ਨੇ, ਲੋਕੀ ਘਰ ਤੋਂ ਹੀ ਕੰਮ ਕਰ ਰਹੇ ਨੇ। ਪਹਿਲਾਂ ਕੁਝ ਮਹੀਨੇ ਕੋਈ ਕੰਮ ਨਾ ਚੱਲਿਆ ਜਦੋਂ ਤੋਂ ਮਾਰਚ ਤੋਂ ਕੋਵਿਡ ਆਇਆ, ਉਸ ਤੋਂ ਬਾਅਦ ਸਾਰੇ ਲੋਕ ਘਰ ਵਿਹਲੇ ਹੋ ਗਏ, ਵਰਕ ਫਰਮ ਹੋਮ ਦਾ ਕਨਸੈਪਟ ਚੱਲ ਪਿਆ ਤੇ ਸਕੂਲ ਬੰਦ ਹੋ ਗਏ, ਆਨਲਾਈਨ ਕਲਾਸਿਸ ਹੋ ਗਈਆਂ ਬੱਚਿਆਂ ਦੀਆਂ ਸਮਰ ਦੇ ਵਿੱਚ। ਸੋ ਸਾਰੇ ਬੰਦਿਆਂ ਜਦੋਂ ਘਰ ਰਹਿਣ ਲੱਗ ਜਾ ਜੀ, ਉਹ ਇੱਕ ਐਕਸਟਰਾ ਐਕਟੀਵਿਟੀ ਲੱਭਣ ਲੱਗ ਗਏ, ਕੁਛ ਨਾ ਕੁਛ ਉਹਨਾਂ ਨੂੰ ਲੱਗਣ ਲੱਗ ਗਿਆ ਵੀ ਘਰ ਦੇ ਵਿੱਚ ਮਿਸਿੰਗ ਹੈ, ਕੋ ਅਜੇ ਖਾਲੀ ਪਾਰਟ ਰਹਿੰਦਾ। ਤੇ ਉਹ ਲੋਕਾਂ ਨੇ ਸਾਰਿਆਂ ਨੇ ਜਿੰਨੇ ਵੀ ਘਰ ਰਹਿੰਦੇ ਫੈਮਿਲੀ ਸੀਗੀਆਂ ਉਹਨਾਂ ਨੇ ਪੱਪੀਜ਼ ਨਾਲ ਜਾਂ ਡੌਗਸ ਨਾਲ ਭਰਨ ਦੀ ਕੋਸ਼ਿਸ਼ ਕੀਤੀ। ਤੋ ਇਸ ਕਰਕੇ ਬਹੁਤ ਵੱਡਾ ਖਿਲਾਫ ਹੈਗਾ ਜੀ, ਇੱਕ ਵੈਕਿਊਮ ਕ੍ਰੀਏਟ ਹੋ ਗਿਆ ਮਾਰਕੀਟ ਦੇ ਵਿੱਚ ਡੌਗਸ ਲਈ। ਦੂਜੀ ਵੱਡੀ ਗੱਲ ਹੋਈ ਜੀ, ਯੂਰਪ ਦੇ ਵਿੱਚੋਂ 에ਅਰਲਾਈਨਸ ਤੇ ਕਾਰਗੋ ਬੰਦ ਹੋਣ ਕਰਕੇ ਡੌਗਸ ਦੀ ਟਰਾਂਸਪੋਰਟੇਸ਼ਨ ਬੰਦ ਹੋ ਗਈ। US ਦੇ ਵਿੱਚ ਜਿੱਥੇ ਜਿੱਥੇ ਬਰੀਡਰ ਸੀਗੇ ਕੋਈ, ਉਹਨਾਂ ਨੇ ਬਰੀਡ ਨਾ ਕੀਤਾ ਕਿਉਂਕਿ ਸ਼ਿਪਿੰਗ ਦਾ ਕੋਈ ਅਰੇਂਜਮੈਂਟ ਨਹੀਂ ਸੀ। ਸੋ ਬਹੁਤ ਸਾਰੇ ਬਰੀਡਰਸ ਨੇ ਆਪਣਾ ਜਿਹੜਾ ਬਰੀਡਿੰਗ ਸਟਾਕ ਸੀ ਉਹ ਹੋਲਡ ਕਰ ਲਿਆ, ਇਸ ਸਾਲ ਉਹਨਾਂ ਨੇ ਬਰੀਡ ਨਹੀਂ ਕੀਤਾ। ਇਸ ਕਰਕੇ ਵੀ ਬਹੁਤ ਵੱਡਾ ਇੱਕ ਵੈਕਿਊਮ ਤੇ ਕ੍ਰੀਏਟ ਹੋ ਗਿਆ ਜੀ ਸਿਸਟਮ ਦੇ ਵਿੱਚ। ਜੀ ਜੀ, ਅੱਛਾ, ਹੁਣ ਡਿਪੈਂਡ ਹੁੰਦਾ ਜੀ ਵੀ ਤੁਸੀਂ ਡੌਗ ਕਿਹੜਾ ਰੱਖਣਾ। ਕਿਸੇ ਵੀ ਤੁਸੀਂ, ਜ਼ਿਆਦਾਤਰ ਸਾਡਾ ਭਾਈਚਾਰਾ ਵੱਡੇ ਅਸੀਂ ਡੌਗ ਰੱਖਦੇ ਹਾਂ, ਉਹਦੇ ਚ ਸਾਰਿਆਂ ਦਾ ਆਪਣਾ ਆਪਣਾ ਸ਼ੌਕ ਆ। ਮੈਨੂੰ ਲੱਗਦਾ ਸਾਡਾ ਵੀ ਕੋਈ ਜੈਨੇਟਿਕਸ ਨੇ, ਅਸੀਂ ਕੀ ਪਸੰਦ ਕਰਦੇ ਆ ਪਰਿਵਾਰ ਤੇ ਆ। ਕੋਈ ਨੂੰ ਰੌਟਵੈਲਰ ਪਸੰਦ ਹੈ, ਕਿਸੇ ਨੂੰ ਬਾਕਸਟਰ, ਕੋਈ ਗ੍ਰੇਟ ਡੇਨ ਲਈ ਫਿਰਦਾ, ਕੋਈ ਰੌਟਵੈਲਰ ਲੈਂਦਾ, ਕੋਈ ਜਰਮਨ ਸ਼ੈਫਰਡ ਲੈਂਦਾ। ਹਰ ਇੱਕ ਆਪਣੀ ਬਰੀਡ ਨੂੰ ਪਿਆਰ ਕਰਦਾ। ਤੁਸੀਂ ਜਰਮਨ ਸ਼ੈਫਰਡਸ ਦੇ ਐਕਸਪਰਟਸ ਬਹੁਤ ਜ਼ਿਆਦਾ, ਤੁਹਾਡੇ ਕੋਲ ਸਿਰੇ ਦੇ ਡੌਗ ਤੇ ਸਿਰੇ ਦੀ ਬਲੱਡ ਲਾਈਨ ਆ, ਤੇ ਮੈਂ ਉਹਨੂੰ ਬੰਦਾ ਹੀ ਸਮਝਦਾ ਤੁਹਾਡੇ ਡੌਗ ਦਾ ਟ੍ਰੇਨ ਕਰਕੇ ਉਹਨੂੰ ਵੇਖਦਾ। ਤੇ ਤੁਸੀਂ ਉਸ ਤੇ ਹੀ ਗੱਲ ਕਰਦੇ ਸੀ ਕਿ ਨਹੀਂ ਜਰਮਨ ਸ਼ੈਫਰਡ ਵਰਗਾ ਡੌਗ ਕੋਈ ਹੈ ਨਹੀਂ। ਇਹ ਕਿਵੇਂ ਕੀਤਾ ਜਾਵੇ ਵੀ ਕਿਹੜਾ ਡੌਗ ਕਿਹਦੇ ਲਈ ਸੈੱਟ ਆ? ਜੇ ਵੱਡੇ ਡੌਗ, ਚਲੋ ਮੈਂ ਇੱਕ ਡਿਸਾਈਡ ਕਰ ਲਿਆ ਵੀ ਵੱਡਾ ਡੌਗ ਲੈਣਾ, ਛੋਟਾ ਨਹੀਂ ਲੈਣਾ, ਮੈਂ ਟੋਏ ਡੌਗ ਨਹੀਂ ਲੈਣਾ। ਵੱਡੇ ਡੌਗ ਦੇ ਵਿੱਚੋਂ ਫਿਰ ਮੈਂ ਨਸਲ ਕਿਹੜੀ ਪਸੰਦ ਕਰਾਂ? ਇਹ ਕਿਵੇਂ ਰਿਕਮੈਂਡ ਕਰੂੰ? ਗਿੱਲ ਸਾਹਿਬ, ਆਪਾਂ ਪਹਿਲੇ ਪ੍ਰੋਗਰਾਮਾਂ ਦੇ ਵਿੱਚ ਵੀ ਇਹੀ ਗੱਲ ਕੀਤੀ ਸੀ ਜੀ ਵੀ ਘਰ ਦਾ ਸਾਈਜ਼, ਤੁਹਾਡਾ ਲਾਈਫ ਸਟਾਈਲ, ਤੁਹਾਡੇ ਕੰਮ ਦੀ ਨੇਚਰ, ਉਹ ਸਾਰਾ ਕੁਝ ਡਿਪੈਂਡ ਕਰਦਾ ਡੌਗ ਬਰੀਡ ਚੂਜ਼ ਕਰਨ ਤੋਂ ਪਹਿਲਾਂ। ਜੇ ਤੁਸੀਂ ਇੱਕ ਕੌਂਡੋ ਜਾਂ ਅਪਾਰਟਮੈਂਟ ਦੇ ਵਿੱਚ ਰਹਿੰਦੇ ਹੋ, ਫਿਰ ਤੁਹਾਨੂੰ ਜਰਮਨ ਸ਼ੈਫਰਡ ਜਾਂ ਰੌਟਵਾਇਲਰ ਜਾਂ ਗ੍ਰੇਟ ਡੇਨ ਰੱਖਣ ਦੀ ਲੋੜ ਨਹੀਂ, ਕਿਉਂਕਿ ਤੁਹਾਡੇ ਕੋਲ ਉਨੀ ਜਗ੍ਹਾ ਨਹੀਂ ਹੈ। ਆਪਾਂ ਜੀ ਪੰਜਾਬ ਜਿੰਨੇ ਆਪਾਂ ਪੰਜਾਬੀ ਲੋਕ ਆ, ਅਸੀਂ ਖੁੱਲੇ ਪਿੰਡਾਂ ਵਿੱਚੋਂ ਆਏ ਹੋਏ ਲੋਕ ਆ, ਸਾਡਾ ਸੁਭਾਅ ਖੁੱਲਾ। ਤੁਸੀਂ ਵੇਖੋਗੇ, ਤੁਸੀਂ ਆਪਾਂ ਆਪਣੇ ਆਪ ਨੂੰ ਕੰਪੇਅਰ ਕਰੀਏ ਨਾ ਜੀ ਸ਼ਹਿਰੀ ਲਾਲਿਆਂ ਵਾਲੀ, ਉਹ ਪੰਜਾਬੀ ਠੇਠ ਲੈਂਗੁਏਜ ਦੇ ਵਿੱਚ ਸ਼ਹਿਰੀ ਲਾਲਿਆਂ ਵਾਲੀ ਗੱਲ, ਤੇ ਆਪਾਂ ਸ਼ਹਿਰਾਂ 'ਚ ਦੇਖਦੇ ਜੀ ਉਹ ਇੰਨੇ ਕੁ ਥਾਂ ਵਿੱਚ ਹੀ 5-7 ਜੀ ਰਹਿੰਦੇ ਸੀ। ਛੋਟਾ ਜਿਹਾ ਘਰ ਹੋਣਾ ਪਿੰਡ ਸ਼ਹਿਰ ਦੇ ਵਿੱਚ, ਗਲੀਆਂ ਗੁਲੀਆਂ ਦੇ ਵਿੱਚ ਜਾ ਕੇ ਜੀ, ਅਸੀਂ ਉਹਨਾਂ ਸੁਭਾਅ ਦੇ ਮਾਲਕ ਨਹੀਂ, ਅਸੀਂ ਖੁੱਲੇ ਸੁਭਾਅ ਦੇ ਮਾਲਕ ਲੋਕ ਆ। ਅਸੀਂ ਖੇਤਾਂ 'ਚੋਂ ਆਏ ਆ ਤੇ ਉਹੀ ਕਨਸੈਪਟ ਅਸੀਂ ਕੈਨੇਡਾ ਲੈ ਆਏ। ਅਸੀਂ ਖੁੱਲੇ ਥਾਂ ਤੇ ਰਹਿ ਕੇ ਰਾਜੀ ਆ ਤੇ ਵੱਡੀਆਂ ਚੀਜ਼ਾਂ ਸਾਨੂੰ ਪਸੰਦ ਹੈ। ਅਸੀਂ ਡੌਗ ਵੀ ਰੱਖਣਾ, ਵੱਡਾ ਰੱਖਣਾ, ਅਸੀਂ ਕੰਮ ਵੀ ਕਰਨਾ, ਵੱਡਾ ਹੀ ਕਰਨਾ। ਤੋ ਇਸ ਕਰਕੇ ਜੀ ਸਾਡੇ ਲਈ ਜਿਹੜੀਆਂ ਵੱਡੀਆਂ ਬਰੀਡਸ ਹੀ ਨੇ, ਤੇ ਮੋਸਟਲੀ ਆਪਣੇ ਜਿੰਨੇ ਬੰਦੇ ਡੌਗ ਲਵਰਸ ਨੇ ਸਾਰਿਆਂ ਕੋਲ ਘਰ ਨੇ, ਉਹ ਘਰ ਤੋਂ ਬਗੈਰ ਕੋਈ ਰੱਖਦਾ ਨਹੀਂ, ਕਿਉਂਕਿ ਜਿਹੜੇ ਰੈਂਟਲ ਪਲੇਸਿਸ ਨੇ ਉਹਨਾਂ ਵਿੱਚ ਬਹੁਤ ਸਾਰੀਆਂ ਰੈਸਟ੍ਰਿਕਸ਼ਨਸ ਨੇ, ਰੱਖਣ ਨਹੀਂ ਦਿੰਦੇ। ਕਈ ਅਪਾਰਟਮੈਂਟ ਦੇ ਆਦਰ ਸਟ੍ਰੈਟਾ ਦੇ ਕਾਨੂੰਨ ਨੇ। ਜੇ ਤੁਹਾਡੇ ਕੋਲ ਆਪਦੀ ਜਗ੍ਹਾ ਹੈ, ਰਿਹਾਇਸ਼ ਹੈ, ਘਰ ਹੈ, ਤੇ ਤੁਸੀਂ ਬਰੀਡ ਆਪਦੀ ਵੱਡੀ ਚੂਜ਼ ਕਰ ਸਕਦੇ ਹੋ। ਗੂਗਲ ਦੇ ਅਕੋਰਡਿੰਗ ਜੀ ਪਿਛਲੇ ਕੋਵਿਡ ਦੇ ਵਿੱਚ ਜਿਹੜੀ ਨੰਬਰ 1 ਸਰਚਡ ਬਰੀਡ ਹੈ ਤੇ ਮੋਸਟ ਇਨ ਡਿਮਾਂਡ ਬਰੀਡ ਹੈ ਜੀ ਜਰਮਨ ਸ਼ੈਫਰਡ ਰਹੀ ਹੈ। ਦੂਜੇ ਨੰਬਰ ਤੇ ਰੌਟਵਾਇਲਰਸ ਹੈ ਜੀ। ਕੋਵਿਡ ਜਾਂ ਪਿਛਲੇ ਇੱਕ ਸਾਲ ਤੋਂ ਹੀ ਨੰਬਰ 1 ਤੇ ਜੀ ਅੱਜ ਕੱਲ ਜਿਹੜੀ ਸਰਚ ਗੂਗਲ ਦੇ ਤੇ ਲੋਕ ਕਰ ਰਹੇ ਉਹ ਜਰਮਨ ਸ਼ੈਫਰਡ ਤੇ ਰੌਟਵਾਇਲਰਸ ਹੀ ਕਰ ਰਹੇ। ਤਖਤ ਸਾਹਿਬ, ਵੱਡੀਆਂ ਬਰੀਡਸ ਦੇ ਕੁਝ ਕਾਮਨ ਇਹਨਾਂ ਦਾ ਮਿਲਦਾ, ਜਿਵੇਂ ਮਤਲਬ ਜਿੰਨੀਆਂ ਵੱਡੀਆਂ 5-7 ਮੈਂ ਵੱਡੇ ਡੌਗਸ ਨੇ, ਮੈਂ ਅਲੱਗ-ਅਲੱਗ ਆਪਾਂ ਸਾਰੇ ਵੇਖਦੇ ਆ, ਇਹਨਾਂ ਦੀ ਕੁਛ, ਇਹਨਾਂ ਦਾ ਸੁਭਾਅ ਸਾਰਿਆਂ ਦਾ ਕੁਛ ਇੱਕ ਚੀਜ਼, 2 ਚੀਜ਼ਾਂ ਕਿੰਨੇ % ਮਿਲਦੇ ਆ? ਗਿੱਲ ਸਾਹਿਬ, ਆਪਾਂ ਪਿੱਛੇ ਇੱਕ ਵਾਰ ਵੀ ਗੱਲ ਕੀਤੀ ਸੀ, ਮੇਰਾ ਖਿਆਲ ਖੁੱਲ ਕੇ ਦੁਬਾਰੇ ਕਰੀਏ। ਡੌਗ ਜਿਹੜੇ ਨੇ ਜੀ 7 ਗਰੁੱਪਸ ਦੇ ਵਿੱਚ ਵੰਡੇ ਹੋਏ ਆ। ਮੇਨ ਜਿਹੜੀ ਕੈਨੇਡੀਅਨ ਕੈਨਲ ਕਲੱਬ ਦੀ ਹੈਗੀ ਆ ਜੀ, ਉਹ ਕਹਿੰਦਾ 7 ਗਰੁੱਪ ਨੇ ਡੌਗ ਦੇ। ਸਪੋਰਟਿੰਗ ਗਰੁੱਪ ਹੈ ਜੀ, ਨਾਨ ਸਪੋਰਟਿੰਗ ਹੈ, ਇੱਕ ਵਰਕਿੰਗ ਹੈ ਜੀ, ਫਿਰ ਹਲਡਿੰਗ ਹੈ, ਫਿਰ ਟੈਰੀਅਰਸ ਨੇ, ਫਿਰ ਹਾਊਂਡ ਨੇ, ਫਿਰ ਟੋਏ ਬਰੀਡਸ ਨੇ। ਤੇ ਆਪਣੇ ਜਿਹੜੇ ਜੀ ਮੇਨ ਵੱਡੇ ਡੌਗਸ ਨੇ ਉਹ 2 ਗਰੁੱਪਾਂ ਦੇ ਵਿੱਚ ਆਉਂਦੇ। ਜਰਮਨ ਸ਼ੈਫਰਡ ਇੱਕ ਹਲਡਿੰਗ ਬਰੀਡ ਹੈ ਜੀ,
ਤੇ ਰੌਟਵਾਇਲਰ ਇੱਕ ਵਰਕਿੰਗ ਬਰੀਡ ਹੈ, ਪਿਟਬੁਲ ਇੱਕ ਵਰਕਿੰਗ ਬਰੀਡ ਹੈ, ਗ੍ਰੇਟ ਡੇਨ ਇੱਕ ਵਰਕਿੰਗ ਡੌਗ ਹੈ। ਸੋ ਆਪਾਂ ਉਹ ਜੇ ਵਰਕਿੰਗ ਡੌਗਸ ਜਿਹੜੇ ਸਾਰੇ ਇੱਕ ਵਾਰੀ ਦੇਖਾਂਗੇ ਕੰਪੇਅਰ ਕਰਕੇ, ਉਹਨਾਂ ਦੇ ਕਰੈਕਟਰ, ਉਹਨਾਂ ਦਾ ਜਿਹੜਾ ਖਾਣ ਦਾ ਢੰਗ ਹੈ, ਜੋ ਉਹਨਾਂ ਦਾ ਕੰਮ ਕਰਨ ਦਾ ਢੰਗ ਹੈ, ਉਹ ਸਾਰਾ ਇੱਕ ਦੂਜੇ ਨਾਲ ਬਹੁਤ ਮਿਲਦਾ ਹੋਊਗਾ, ਕਿਉਂਕਿ ਉਸੇ ਹਿਸਾਬ ਨਾਲ ਗਰੁੱਪ ਵਿੱਚ ਪਾਏ ਜਾਂਦੇ ਆ। ਐਵੇਂ ਜੀ ਹਰਡਿੰਗ ਜਿਹੜੇ ਡੌਗਸ ਨੇ, ਉਹ ਹਰਡਿੰਗ ਵਾਸਤੇ ਸਾਈਬੇਰੀਅਨ ਹਸਕੀ ਹੈ, ਉਹ ਵਰਕਿੰਗ ਡੌਗ ਹੈ। ਹਰਡਿੰਗ ਡੌਗ ਦੇ ਵਿੱਚ ਬੈਲਜੀਅਮ ਮੈਲਨੋ ਹੈ, ਸ਼ੀਪ ਡੌਗ ਹੈ ਜੀ, ਜਰਮਨ ਸ਼ੀਪ ਡੌਗ ਹੈ, ਬੈਲਜੀਅਨ ਸ਼ੀਪ ਡੌਗ ਹੈ, ਤੇ ਉਹ ਹੋਰ ਕਈ ਬਰੀਡਸ ਨੇ। ਸੋ ਉਹ ਆਪਦੇ ਕਰੈਕਟਰ ਦੇ ਹਿਸਾਬ ਨਾਲ ਜਾਂ ਕੰਮ ਦੇ ਹਿਸਾਬ ਨਾਲ ਗਰੁੱਪਾਂ ਦੇ ਵਿੱਚ ਵੰਡੇ। ਤੇ ਉਹ ਜਨਰਲੀ ਹੈਗਾ ਜੀ ਜਿਹੜੇ ਟੋਏ ਬਰੀਡਸ ਆ ਛੋਟੇ, ਉਹ ਟੋਇਜ਼ ਵਾਸਤੇ, ਘਰ ਵਾਸਤੇ ਬਣੇ ਹੋਏ, ਖੇਡਣ ਲਈ, ਉਹ ਐਜ਼ ਅ ਪੈਟ ਹੀ ਹੈ ਤੁਹਾਡੇ ਕੋਲੇ। ਸੋ ਉਹਦੇ ਹਿਸਾਬ ਨਾਲ ਹੀ ਕਲੱਬਸ ਦੇ ਵਿੱਚ ਬਣਿਆ ਹੁੰਦਾ ਜੀ ਸਿਸਟਮ, ਉਹਦੇ ਹਿਸਾਬ ਨਾਲ ਹੀ ਇਹ ਪੂਲ ਕੀਤੇ ਜਾਂਦੇ ਆ, ਆਪਦੇ ਪੂਲ ਦੇ ਵਿੱਚ ਡੌਗਸ ਜਾਂਦੇ। ਤਖਤ ਸਾਹਿਬ, ਬੈਲਜੀਅਨ ਮੈਲਾਨੋਇ ਤੁਹਾਡਾ ਮੈਂ ਪੰਜਾਬ ਦੀ ਟ੍ਰੇਨਿੰਗ ਤੇ ਵੇਖਿਆ, ਜਾਂ ਮੈਂ ਉਹਨੂੰ ਵੈਸੇ YouTube ਤੇ ਵੇਖਦਾ, ਉਹ ਡੌਗ ਕਾਹਦਾ ਜੀ, ਉਹ ਤਾਂ ਉਡਨ ਖਟੋਲਾ, ਉਹ ਤਾਂ 8-8, 9-9 ਫੁੱਟ ਕੰਧ ਭੱਜ ਕੇ ਛਾਲ ਮਾਰਦਾ ਜੀ। ਉਹ ਡੌਗ 'ਚ ਕੀ ਪਾਇਆ ਗਿਆ ਜੀ ਖਾਸ? ਗਿੱਲ ਸਾਹਿਬ, ਬੈਲਜੀਅਮ ਮੈਲਾਨੋ ਇੱਕ ਬਹੁਤ ਵੇਟ ਦੇ ਹਿਸਾਬ ਨਾਲ ਜੀ, ਉਹਦੇ ਕੈਰੈਕਟਰ ਬਾਕੀ ਸਾਰੇ ਜਰਮਨ ਸ਼ੈਪਰਡ ਵਾਲੇ ਨੇ, ਪਰ ਵੇਟ ਘੱਟ ਹੈ ਜੀ। ਮੈਕਸਿਮਮ ਜਿਹੜਾ ਮੇਲ ਹੈ ਉਹ 50-60 ਪਾਉਂਡ ਤੋਂ ਉੱਪਰ ਨਹੀਂ ਹੁੰਦਾ। ਤੇ ਆਪਾਂ ਜੀ ਉਹਨੂੰ ਜੇ ਸਿੰਪਲ ਅੱਖਰਾਂ ਦੇ ਵਿੱਚ ਕਹਿ ਲਈਏ, ਮੇਰੇ ਕੋਲੇ ਵੀ ਇੱਥੇ 2-3 ਬੱਚੇ ਹੁਣ ਆ ਰਹੇ ਆ ਟ੍ਰੇਨਿੰਗ ਵਾਸਤੇ ਬੈਲਜੀਅਮ ਮੈਲਾਨੋਇਜ਼ ਦੇ। ਇੰਡੀਆ ਮੈਨੂੰ ਮੌਕਾ ਮਿਲਿਆ ਜੀ ਬਹੁਤ ਸਾਰੇ ਬੈਲਜੀਅਮਸ ਟ੍ਰੇਨ ਕਰਦਾ, ਕਿਉਂਕਿ ਹੁਣ ਇੰਡੀਆ ਦੇ ਵਿੱਚ ਟ੍ਰੈਂਡ ਹੈ ਜੀ। ਉੱਥੇ ਗੱਲ ਲੇਟ ਪਹੁੰਚਦੀ ਹੈ, ਪਰ ਜਦੋਂ ਪਹੁੰਚਦੀ ਹੈ ਫਿਰ ਉਹ ਸਿਰਾ ਕਰਾ ਕੇ ਛੱਡਦੇ ਆ। ਉੱਥੇ ਹੁਣ ਬੈਲਜੀਅਮ ਮੈਲਾਨੋਇਜ਼ ਦਾ ਟ੍ਰੈਂਡ ਹੋ ਗਿਆ ਸਾਰੀਆਂ ਫੋਰਸਿਸ ਦੇ ਵਿੱਚ, ਜਿਹੜਾ ਵੀ ਲੱਭਦਾ ਸੀ ਬੈਲਜੀਅਮ ਮੈਲਾਨੋਇਜ਼ ਦਾ ਪੱਪੀ ਲੱਭਦਾ। ਤੇ ਉਹ ਜੀ ਜੇ ਤੁਸੀਂ ਦੂਜੇ ਡੌਗਸ ਨੂੰ ਆਪਣੀ GM ਜਾਂ ਆਮ ਕਾਰਾਂ ਦੀ ਲੈਂਗੁਏਜ 'ਚ ਕਹਿ ਲਓ, GM ਫੋਰਡ ਹੈ ਜਾਂ ਕੁਛ ਵੀ ਹੈ, ਤੇ ਉਹ ਫਰਾਰੀਜ਼ ਨੇ। ਉਹ ਫਰਾਰੀ ਆ ਜੀ ਡੌਗ ਵਰਡ ਦੀ, ਬਹੁਤ ਤੇਜ਼ ਹੈ, ਸੈਂਟ ਵਰਕ ਬਹੁਤ ਵਧੀਆ। ਦੂਜੀ ਜੀ ਸਾਰਿਆਂ ਨਾਲ ਵੱਡੀ ਉਹਨਾਂ ਦੇ ਵਿੱਚ ਖੂਬੀ ਹੈ, ਉਹਨਾਂ ਨੂੰ ਬਿਮਾਰੀ ਕੋਈ ਨਹੀਂ ਲੱਗਦੀ ਜੀ, ਹਜੇ ਤੱਕ ਬਿਮਾਰੀ ਤੋਂ ਰਹਿਤ ਨੇ। ਉਹ ਹਰ ਤਰ੍ਹਾਂ ਦੇ ਟੈਂਪਰੇਚਰ ਦੇ ਵਿੱਚ ਕੰਮ ਕਰ ਲੈਂਦੇ ਜੀ। ਉਹ ਮਾਈਨਸ ਦੇ ਵਿੱਚ ਵੀ ਕੰਮ ਕਰਦਾ ਡੌਗ, ਪਲੱਸ ਵਿੱਚ ਵੀ ਕਰਦਾ। ਇਰਾਕ, ਅਫਗਾਨਿਸਤਾਨ, ਜਿੰਨੇ US ਨੇ ਓਵਰਸੀਜ਼ ਜਿੰਨੇ ਕੰਟਰੈਕਟ ਕੀਤੇ ਨੇ, ਤੇ ਉਹ ਸਾਰਿਆਂ ਦੇ ਵਿੱਚ ਬੈਲਜੀਅਮ ਮੈਲਾਨੋਇ ਯੂਜ਼ ਹੋਇਆ ਜੀ। ਉਸਾਮਾ ਬਿਨ ਲਾਦਨ ਨੂੰ ਮਾਰਨ ਵਾਲਾ ਵੀ ਬੈਲਜੀਅਮ ਮੈਲਾਨੋਇ ਸੀਗਾ, ਤੇ ਹੁਣ ਬਗਦਾਦੀ ਨੂੰ ਜਿਹਨੇ ਫੜ ਕੇ ਮਾਰਿਆ ਜੀ, ਉਹ ਵੀ ਬੈਲਜੀਅਮ ਮੈਲਾਨੋਇ ਸੀ। ਅੱਛਾ, ਹੁਣ ਜਿਹੜਾ ਨੈਕਸਟ ਤੁਸੀਂ ਟ੍ਰੇਨ ਸਾਰਿਆਂ ਨੂੰ ਕਰਦੇ ਹੋ, ਸਾਰੇ ਡੌਗ ਤੁਸੀਂ ਟ੍ਰੇਨ ਕਰਦੇ ਹੋ, ਕਿਵੇਂ ਉਹਨੂੰ ਸੈਂਟ ਤੇ ਲਾਉਣਾ, ਬਾਲ ਤੇ ਲਾਉਣਾ, ਬਾਲ ਦੀ ਜਗ੍ਹਾ ਸੈਂਟ ਪਿਆ, ਉਹਦਾ ਬੜਾ ਲੰਮਾ ਕੰਮ ਹੈ, ਬੰਦੇ ਨੂੰ ਸਮਝ ਨਹੀਂ ਆਉਂਦੀ ਵੀ ਕਿਵੇਂ ਇੱਕ ਡੌਗ ਕੀ ਕੁਛ ਕਰਦਾ, ਥੱਲੇ ਡਿੱਗਦਾ, ਪੁੱਠਾ ਹੁੰਦਾ, ਪਤਾ ਨਹੀਂ ਕੀ ਪ੍ਰਭਾਵ ਹੈ, ਔਰਾ ਕੀ ਹੈ। ਤੇ ਵੱਡੇ ਵੱਡੇ ਡੌਗ ਬਹਿ ਜਾਂਦੇ ਆ ਤੁਹਾਡੇ ਕੋਲ, ਪਤਾ ਨਹੀਂ ਖਾਲੀ ਕਿਹੜਾ ਮੰਤਰ ਪੜ੍ਹਦੇ ਹੋ, ਇਹ ਨਹੀਂ ਪਤਾ। ਅੱਛਾ, ਹੁਣ ਆਹ ਜਿਹੜਾ ਨਵਾਂ ਐਡੀਸ਼ਨ ਹੋ ਰਿਹਾ ਤੁਹਾਡੇ ਕੈਨਲ ਦੇ ਵਿੱਚ, ਉਹ ਤੁਸੀਂ ਰੌਟਵੈਲਰਸ ਨੂੰ ਲੈ ਕੇ ਆਇਓ, ਜਿਹੜਾ ਮੈਂ ਪਹਿਲਾਂ ਤੋਂ ਹੀ ਆਪਾਂ ਗੱਲ ਕਰਦੇ ਰਹੇ, ਮੇਰਾ ਪਸੰਦੀਦਾ ਸਭ ਤੋਂ ਡੌਗ ਆ ਇਹ। ਤੇ ਉਹਦੇ ਬਾਰੇ ਇਹ ਦੱਸਿਓ ਵੀ ਹੁਣ ਇਹ ਕਿਵੇਂ, ਕਿਉਂਕਿ ਤੁਸੀਂ ਜ਼ਿਆਦਾਤਰ ਜਰਮਨ ਸ਼ੈਫਰਡ ਦੇ ਨਾਲ ਹੀ ਟਾਈਮ ਕੱਢਿਆ। ਹੁਣ ਇਹ ਠੀਕ ਹੈ, ਡਿਮਾਂਡ ਲੋਕਾਂ ਦੀ ਪੈ ਗਈ, ਪਰ ਤੁਹਾਡਾ ਵੀ ਕਿਸੇ ਪਾਸੇ ਤੁਹਾਡਾ ਮਨ ਸੀ ਵੀ ਕਦੇ ਜ਼ਿੰਦਗੀ 'ਚ ਆਪਣੇ ਐਡੀਸ਼ਨ ਕਰਨੇ ਨੇ ਰੌਟਵੈਲਰਸ? ਗਿੱਲ ਸਾਹਿਬ, ਜ਼ਰੂਰ ਸੀਗਾ ਜੀ। ਮੈਂ ਦੇਖੋ, ਹਰ ਬਰੀਡ ਹੀ ਚੰਗੀ ਹੈ, ਮੈਂ ਪਹਿਲਾਂ ਤੋਂ ਕਹਿੰਦਾ ਰਿਹਾ ਜੀ। ਹਰ ਬਰੀਡ ਦਾ ਆਪਣਾ ਕਰੈਕਟਰ ਹੈ, ਹਰ ਬਰੀਡ ਦਾ ਆਪਦਾ ਫੰਕਸ਼ਨ ਹੈ, ਕੋਈ ਨਾ ਕੋਈ ਮਤਲਬ ਹੈ। ਮੈਨੂੰ ਰੌਟਵਾਇਲਰਸ ਨਾਲ ਬਹੁਤ ਜ਼ਿਆਦਾ ਪਿਆਰ ਸੀ, ਮੈਨੂੰ ਬਹੁਤ ਚੰਗੇ ਲੱਗਦੇ ਆ ਰੌਟਵਾਇਲਰਸ, ਪਰ ਉਹ ਨਾਂ ਰੱਖਣ ਦੇ ਪਿੱਛੇ 2 ਕਾਰਨ ਸੀ ਜੀ ਅੱਜ ਤੱਕ। ਇੱਕ ਤਾਂ ਇਹ ਸੈਂਟ ਵਰਕ ਲਈ ਬਹੁਤ ਵਧੀਆ ਡੌਗ ਨਹੀਂ ਹੈ ਜੀ। ਜੇ ਤੁਸੀਂ ਸੈਂਟ ਕਰਾਉਣਾ ਸੈਂਟ ਵਰਕ ਲਈ, ਮੇਰਾ ਜਿਹੜਾ ਲਾਅ ਇਨਫੋਰਸਮੈਂਟ, ਮੇਰਾ ਸੈਂਟ ਦੀ ਸਪੈਸ਼ਲਟੀ ਹੈ ਜੀ। ਮੈਂ ਜ਼ਿਆਦਾ ਡੌਗਸ ਜਿਹੜੇ ਨੇ ਅੱਜ ਤੱਕ ਮੈਂ ਐਕਸਪਲੋਸਿਵਸ, ਨਾਰਕੋਟਿਕਸ ਤੇ ਡੈਡ ਬੋਡੀਜ਼ ਵਾਲੇ ਕਡੈਵਰ ਡੌਗ ਹੀ ਟ੍ਰੇਨ ਕੀਤੇ। ਤੇ ਉੱਥੇ ਇੰਡੀਆ ਵੀ ਮੈਂ ਇਹੀ NDRF ਦੇ ਵੀ ਹੁਣ ਕੰਟਰੈਕਟ ਸੀਗੇ, ਕੋਵਿਡ ਕਰਕੇ ਚਲੋ ਕੈਂਸਲ ਹੋ ਗਏ, ਮਾਲਕ ਨੇ ਜੋ ਚਾਹਿਆ। ਤੋ ਉਹ ਸਾਰਾ ਜੀ ਜਿਹੜਾ ਸੈਂਟ ਵਰਕ ਲਈ ਜਰਮਨ ਸ਼ੈਪਰਡ ਬੈਲਜੀਅਮ ਮੈਲਾਨੋਇਜ਼ ਬੈਸਟ ਹੈ। ਓਵਰਆਲ ਵਰਕਿੰਗ ਲਈ ਬੈਸਟ ਗਾਰਡ ਡੌਗ, ਹੈਲਥ ਵਾਈਜ਼ ਰੌਟਵਾਇਲਰ ਬਹੁਤ ਵਧੀਆ ਡੌਗ ਹੈ ਜੀ। ਸਾਈਜ਼ ਵੀ ਠੀਕ ਹੈ, ਗਾਰਡ ਡੌਗ ਵੀ ਵਧੀਆ, ਇੰਪ੍ਰੈਸ਼ਨ ਹੈ, ਖੜਾ ਵੀ ਕੁੱਤਾ ਚੰਗਾ ਲੱਗਦਾ। ਪਰ ਉਹਦੇ ਵਿੱਚ ਇੱਕ ਵੱਡੀ ਹਰਡਲ ਇਹ ਆ ਰਹੀ ਸੀ ਜੀ, ਮੈਂ ਉਦੋਂ ਤੱਕ ਕੋਈ ਕੰਮ ਨਹੀਂ ਕਰਦਾ ਜੀ ਜਦੋਂ ਤੱਕ ਮੈਨੂੰ ਆਪ 100% ਸ਼ੋਰ ਨਾ ਹੋਵੇ ਤੇ ਚੰਗੀ ਬਲੱਡ ਲਾਈਨ ਨੂੰ ਮੇਰਾ ਹੱਥ ਨਾ ਪਿਆ ਹੋਵੇ।
ਜਿਵੇਂ ਤੁਸੀਂ ਵੀ ਟਰਾਈ ਕੀਤਾ, ਮੈਂ ਵੀ ਬਹੁਤ ਸਾਲਾਂ ਤੋਂ ਟਰਾਈ ਕਰਦਾ ਸੀ। ਇੱਥੇ ਜੈਨਿਕਸ ਰੌਟਵਾਇਲਰ ਵਾਲੇ ਸਪੋਕਨ ਵਾਸ਼ਿੰਗਟਨ 'ਚ ਹੈਗੇ ਜੀ, ਤੇ ਉਹ ਕਿਸੇ ਨੂੰ ਬੱਚਾ ਦੇ ਕੇ ਹੀ ਰਾਜੀ ਨਹੀਂ ਜੀ। ਉਹ ਕੈਨੇਡਾ, ਉਹਨਾਂ ਨੂੰ ਸਿੱਧਾ ਜਵਾਬ ਉਹਨਾਂ ਦਾ ਵੀ ਕੈਨੇਡਾ ਤਾਂ ਮੈਂ ਬੱਚਾ ਵੇਚਣਾ ਹੀ ਨਹੀਂ, ਉਹ ਜਵਾਬ ਹੀ ਦੇ ਦਿੰਦਾ ਸੀ। ਤੇ ਉਹ ਜੈਨਿਕਸ ਰੌਟਵਾਇਲਰਸ ਦਾ ਮੈਂ ਸ਼ੁਰੂ ਤੋਂ ਫੈਨ ਰਿਹਾ ਜੀ। ਬੱਚੇ ਮੇਰੇ ਘਰ 'ਚ, ਪਰਿਵਾਰ ਮੇਰਾ, ਜਦੋਂ ਵੀ ਇਹਨਾਂ ਨੇ ਗੱਲ ਕਰਨੀ ਰੌਟਵਾਇਲਰਸ, ਇਹਨਾਂ ਨੇ ਕਹਿਣਾ ਫਿਰ ਰੌਟਵਾਇਲਰ ਰੱਖਣਾ ਤਾਂ ਫਿਰ ਜੈਨਿਕਸ ਦਾ ਹੀ ਰੱਖਣਾ ਜਾਂ ਉਹਦੇ ਨਾਲ ਕੰਪੈਰੀਟਿਵ। ਸੋ ਫਾਈਨਲੀ ਜੀ ਐਕਟ ਦੀ ਹੈਲਪ ਦੇ ਨਾਲ, ਇੱਕ ਮੇਰਾ ਹੋਰ ਦੋਸਤ ਮਾਈਕ ਹੈ ਜੀ ਇੱਥੇ ਵਾਰਮ ਹਾਊਸ ਬਰਨਸ ਵਾਲਾ ਕੈਲੀਫੋਰਨੀਆ 'ਚ, ਸੋ ਉਹਨਾਂ ਦੋਵਾਂ ਦੀ ਹੈਲਪ ਦੇ ਨਾਲ ਬਹੁਤ ਵੱਡੇ ਬਰੀਡਰਸ, ਜਿਹੜੇ ਚੰਗੇ ਬਰੀਡਰਸ ਤੇ ਚੰਗੀਆਂ ਬਲੱਡ ਲਾਈਨਸ ਜਰਮਨ 'ਚੋਂ ਮੈਨੂੰ ਮਿਲੀਆਂ, ਤੇ ਉਹ ਦੋਵਾਂ ਦੀ ਮਦਦ ਨਾਲ, ਉਹ ਦੋ ਇਨਸਾਨਾਂ ਦੀਆਂ ਨਾ, ਤੇ ਹੁਣ ਆਪਾਂ ਜਰਮਨ ਤੋਂ ਰੌਟਵਾਇਲਰਸ ਲੈ ਕੇ ਆਏ ਆ। ਮੈਨੂੰ ਅੱਗੇ ਵੀ ਬਹੁਤ ਵਾਰ ਕੁਐਸਚਨ ਆਉਂਦਾ ਜਾਂ ਫੋਨ ਤੇ ਲੋਕ ਪੁੱਛਦੇ ਆ ਜੀ, ਜਰਮਨ ਤੇ ਅਮਰੀਕਨ ਰੌਟਵਾਇਲਰ ਦੇ ਵਿੱਚ ਕੀ ਫਰਕ ਹੈ, ਇੱਥੋਂ ਕਿਉਂ ਨਾ ਲਿਆ ਤੁਸੀਂ? ਤੇ ਮੇਰਾ ਉਹਨਾਂ ਦੇ ਵਿੱਚ ਹੈ ਜੀ ਵੀ ਦੇਖੋ, ਡੌਗ ਦੋ ਹੀ ਰੌਟਵਾਇਲਰ ਨੇ, ਸਿਰਫ ਇੱਕ ਡਿਫਰੈਂਸ ਹੈ ਜੀ, ਕਰੈਕਟ ਰੌਟਵਾਇਲਰ ਹੋਣਾ ਚਾਹੀਦਾ, ਚਾਹੇ ਉਹ ਜਰਮਨ ਹੈ ਚਾਹੇ ਅਮਰੀਕਨ ਹੈ। देयर इज नो अदर काइंड। ਉਹ ਇੱਕੋ ਹੀ ਕਾइंड ਦਾ ਰੌਟਵਾਇਲਰ, ਉਹ ਹੈਗਾ ਕਰੈਕਟ ਰੌਟਵਾਇਲਰ, ਜਿਹਦੇ ਵਿੱਚ ਮੇਲ ਦੀ ਜਿਹੜੀ ਹਾਈਟ ਹੈ 24 ਤੋਂ 27 ਇੰਚ ਹੈ, ਫੀਮੇਲ 22 ਤੋਂ 25 ਇੰਚ ਦੀ ਹੋਵੇ, ਮੇਲ ਵੱਧ ਤੋਂ ਵੱਧ ਉਹਨੇ weight ਦਾ ਹੋਵੇ। ਸੋ ਉਹ ਸਾਰਾ ਕੁਝ ਦੇਖਣਾ ਪੈਂਦਾ ਜੀ। ਦੂਜੀ ਗੱਲ ਜੀ, ਅਮਰੀਕਾ ਜਾਂ ਕੈਨੇਡਾ ਦੇ ਵਿੱਚ ਹਜੇ ਤੱਕ ਕੋਈ ਸਟੈਂਡਰਡ ਨਹੀਂ ਸੀ ਬਰੀਡਿੰਗ ਦਾ, ਜਦ ਕਿ ਜਰਮਨ ਦੇ ਵਿੱਚ ਇੱਕ ਆਰਗੇਨਾਈਜੇਸ਼ਨ ਹੈ ਜੀ, ADRK, ਰੌਟਵਾਇਲਰ ਐਸੋਸੀਏਸ਼ਨ ਹੈ ਜਿਹੜੀ, ਉਹ ਜੀ ਜਦੋਂ ਤੱਕ ਤੁਸੀਂ HD ਜਿਹੜਾ ਹੈਗਾ ਹਿਪ ਡਿਸਪਲੇਸੀਆ ਜਾਂ ED ਹੈਗਾ ਐਲਬੋ ਡਿਸਪਲੇਸੀਆ, ਉਹ ਦੋ ਟੈਸਟ ਨਹੀਂ ਕਰਵਾਉਂਦੇ ਜਦੋਂ ਤੱਕ ਐਲਬੋਜ਼ ਤੇ ਹਿਪ ਆਪਾਂ ਕਹਿ ਲਈਏ ਦੂਜੀ ਪੰਜਾਬੀ 'ਚ ਵੀ ਬਿਮਾਰੀ ਰਹਿਤ ਜਾਂ ਪਰਫੈਕਟ ਹਿਪ ਤੇ ਐਲਬੋ ਨਹੀਂ ਮੋੜ ਲਿਓ, ਤੁਸੀਂ ਬਰੀਡ ਨਹੀਂ ਕਰਵਾ ਸਕਦੇ ਜਰਮਨ 'ਚ। ਸਟੈਂਡਰਡ ਬਹੁਤ ਹਾਈ ਹੈ। ਜਦੋਂ ਤੱਕ ਤੁਸੀਂ DNA ਪ੍ਰੋਫਾਈਲਿੰਗ ਨਹੀਂ ਕਰਾਉਂਦੇ ਜੀ ਬਲੱਡ ਦੀ, DNA ਦਾ ਕਿਸੇ ਵੀ ਤਰ੍ਹਾਂ ਦਾ ਨੁਕਸ ਬਲੱਡ ਲਾਈਨ 'ਚ ਆਉਂਦਾ, ਬਰੀਡ ਨਹੀਂ ਕਰਨ ਦਿੰਦੇ ਤੁਹਾਨੂੰ। ਬਰੀਡ ਤਾਂ ਤੁਸੀਂ ਕਰਵਾ ਲਓ, ਤੁਸੀਂ ਰਜਿਸਟਰ ਨਹੀਂ ਕਰ ਸਕਦੇ ਡੌਗ। ਤੇ ਦੂਜੀ ਗੱਲ ਹੈ ਜੀ, ਜਰਮਨ ਦੇ ਵਿੱਚ ਟਾਈਟਲ ਨਾਲ ਹੈ ਨੇ, ਇਕੱਲਾ ਸ਼ੋ ਟਾਈਟਲ ਨਹੀਂ, ਵਰਕ ਟਾਈਟਲ ਵੀ ਨਾਲ ਨੇ। ਜਿਵੇਂ ਜਰਮਨ ਸ਼ੈਫਰਡ ਦੇ ਵਿੱਚ IPO IGP ਆਪਾਂ ਕਰਦੇ, ਜਰਮਨ ਵਾਲੇ ਰੌਟਵਾਇਲਰਸ ਦੇ ਵਿੱਚ ਵੀ IPO ਕਰਦੇ ਆ, ਜਿਹਦਾ ਮਿਨੀਮਮ ਹੈਗਾ ਜੀ BH, ਫਿਰ IPO 1, IPO 2 ਤੇ IPO 3। ਤੇ ਅਸੀਂ ਮਾਣ ਨਾਲ ਕਹਿ ਸਕਦੇ ਹਾਂ ਆਪਾਂ 2 ਫੀਮੇਲਸ ਲੈ ਕੇ ਆਏ ਜੀ ਜਰਮਨ 'ਚੋਂ ਪਿਛਲੇ ਦਿਨਾਂ 'ਚ, ਇੱਕ ਮੇਲ ਲੈ ਕੇ ਆਇਆ। ਦੋਵੇਂ ਫੀਮੇਲਸ IPO 1 ਨੇ ਤੇ ਮੇਲ IPO 3 ਹੈ। ਉਹ ਟਾਈਟਲ ਹੋਏ HD ਫ੍ਰੀ, ED ਫ੍ਰੀ ਤੇ DNA ਪ੍ਰੋਫਾਈਲਿੰਗ ਤਿੰਨਾਂ ਦੀ ਹੋਈ ਤਾਂ ਮੇਰਾ ਜੀ ਉੱਥੋਂ ਹੌਸਲਾ ਪਿਆ ਲਿਆਉਣ ਦਾ। ਤੇ ਜੇ ਲੈ ਕੇ ਆਉਣਾ ਤਾਂ ਕੋਈ ਚੰਗਾ ਲੈ ਕੇ ਆਓ ਜੀ। ਵਪਾਰ ਸੰਦੇਸ਼ਾਂ ਤੋਂ ਬਾਅਦ ਦੁਬਾਰਾ ਫੇਰ ਤੱਖਰ ਸਾਹਿਬ ਨਾਲ ਗੱਲਬਾਤ ਕਰਦੇ ਆ। ਡੌਗਸ ਦੀ ਗੱਲ ਚੱਲ ਰਹੀ ਹੈ, ਸਵਾਦ ਨਾਲ ਗੱਲ ਹੁੰਦੀ ਹੈ। ਇਹਨਾਂ ਦੀ ਟ੍ਰੇਨਿੰਗ, ਇਹਨਾਂ ਦੇ ਸ਼ੈਫਰਡ ਜਿਹੜੇ ਨੇ, ਅਸਲ ਤਾਂ ਜਿਹੜਾ ਅਸਲ ਰੰਗ ਹੈ ਉਹ ਪਹਿਲਾਂ ਇਹੀ ਸੀ ਵੀ ਭੂਰਾ ਤੇ ਕਾਲਾ, ਫਿਰ ਇਹਨਾਂ ਨੇ ਕਾਲੇ ਬਰੀਡ ਕੀਤੇ, ਚਿੱਟੇ ਬਰੀਡ ਕੀਤੇ, ਤੇ ਇਹਨਾਂ ਕੋਲ ਜਰਮਨ ਤੋਂ ਇੰਪੋਰਟ ਕੀਤੇ, ਜਰਮਨੀ ਤੋਂ। ਹੁਣ ਜਿਹੜੇ ਰੌਟਵਾਇਲਰ ਲੈ ਕੇ ਆਉਂਦੇ ਨੇ ਉਹ ਵਨ ਆਫ ਦਾ ਟੌਪ ਸਟੱਡ ਆ ਉੱਥੇ, ਲਿਨਕਸ, ਉਹਦੇ ਤੋਂ ਬਰੀਡ ਕਰਕੇ ਫੀਮੇਲ ਲੈ ਕੇ ਆਉਂਦੀ ਹੈ। ਖੜੀ ਡੌਗ ਜਿਹੜੇ ਦਿਖਦੇ, ਜਿਵੇਂ ਸ਼ੌਕ ਆ, ਜਿਹੜਾ ਸ਼ੌਕ ਦੇ ਵਿੱਚ ਆਪਾਂ ਨੂੰ ਇਹ ਚੀਜ਼ਾਂ ਵਧੀਆ ਲੱਗਦੀਆਂ। ਤਾਂ ਕੁਲਦੀਪ ਸਿੰਘ ਤੱਖਰ ਮੇਰੇ ਨਾਲ ਨੇ, ਗੱਲਬਾਤ ਚੱਲ ਰਹੀ ਹੈ ਡੌਗਸ ਦੀ। ਅੱਛਾ ਜੀ, ਬਰੀਡ ਤੋਂ ਬਾਅਦ ਅਗਲੀ ਟ੍ਰੇਨਿੰਗ ਦੀ ਮੈਂ ਗੱਲ ਕਰਨੀ ਚਾਹੁੰਦਾ ਕਿ ਕੀ ਡੌਗਸ ਇਹੋ ਜਿਹੀ ਵੀ ਬਰੀਡ ਹੈ ਜਿਹਨੂੰ ਟ੍ਰੇਨਿੰਗ ਦੀ ਲੋੜ ਨਹੀਂ, ਜਾਂ ਸਾਰਿਆਂ ਨੂੰ ਟ੍ਰੇਨਿੰਗ ਦੀ ਲੋੜ ਹੈ? ਗਿੱਲ ਸਾਹਿਬ, ਬਹੁਤ ਵਧੀਆ ਕੁਐਸਚਨ ਆ ਜੀ ਤੁਹਾਡਾ, ਤੇ ਇਹਦਾ ਆਨਸਰ ਬਹੁਤ ਸਿੰਪਲ ਤੇ ਸਪਸ਼ਟ ਹੈ ਜੀ। ਘਰ ਦੇ ਆਪਾਂ ਇਹ ਜਦੋਂ ਆਪਾਂ ਡੌਗ ਜਾਂ ਪੱਪੀ ਕੋਈ ਵੀ ਬਰੀਡ ਦਾ ਕੁੱਤਾ ਰੱਖਦੇ ਆ ਘਰ 'ਚ, ਇਹ ਉਸੇ ਤਰ੍ਹਾਂ ਹੀ ਹੈ ਜਿਵੇਂ ਆਪਣਾ ਬੱਚਾ ਹੈ, ਕਿਉਂਕਿ ਆਪਣੇ ਨਾਲ ਅਗਲੀ 15 ਸਾਲ ਦੀ ਕਮਿਟਮੈਂਟ ਹੈ, 15 ਸਾਲ 14-15 ਸਾਲ ਸਾਡੇ ਨਾਲ ਰਹਿਣਾ। ਉਹ ਦੂਸਰਾ ਜੀ, ਉਹਨੂੰ ਹਿਊਮਨ ਬੱਚੇ ਨਾਲ ਤੁਸੀਂ ਇੱਕ ਬੇਬੀ ਨਾਲ ਕੰਪੇਅਰ ਕਰ ਲਓ। ਘਰ ਦੇ ਵਿੱਚ ਹਰੇਕ ਬੇਬੀ ਨੇ ਬੱਚੇ ਨੂੰ ਤੁਸੀਂ ਖਾਣਾ ਵੀ ਖਵਾ ਰਹੇ ਹੋ, ਤੁਸੀਂ ਡਾਇਪਰ ਵੀ ਚੇਂਜ ਕਰਦੇ, ਤੁਸੀਂ ਨਵਾਉਣੇ ਵੀ ਹੋ, ਤੁਸੀਂ ਬਾਕੀ ਵੀ ਕੰਮ ਕਰਦੇ ਹੋ। ਪਰ ਜਦੋਂ ਸਕੂਲ ਜਾਣ ਦੀ ਵਾਰੀ ਆਉਂਦੀ ਹੈ, ਅਸੀਂ ਬੱਚੇ ਨੂੰ ਸਕੂਲ ਵੀ ਭੇਜਦੇ ਹਾਂ, ਐਜੂਕੇਸ਼ਨ ਸਕੂਲ 'ਚੋਂ ਮਿਲਣੀ ਆ। ਬਹੁਤੀ ਵਾਰੀ ਆਪਣੇ ਲੋਕ ਕੀ ਗਲਤੀ ਸਾਡੀ ਸਾਰਿਆਂ ਨਾਲ ਇਹ ਹੋ ਰਹੀ ਹੈ ਕਿ ਅਸੀਂ ਪੱਪੀ ਤਾਂ ਲੈ ਆਂਦਾ ਘਰ,
ਉਹਨੂੰ ਅਸੀਂ ਸੋਸ਼ਲਾਈਜ਼ ਨਹੀਂ ਕਰਦੇ। ਜਿਹੜਾ ਪਹਿਲਾ ਪੁਆਇੰਟ ਹੈ, ਸੋਸ਼ਲਾਈਜ਼ਿੰਗ ਬਹੁਤ ਜ਼ਰੂਰੀ ਹੈ ਜੀ। ਪਹਿਲਾਂ ਜੇ 8 ਹਫ਼ਤੇ ਦਾ ਬੱਚਾ ਤੁਸੀਂ ਕਿਸੇ ਬਰੀਡਰ ਤੋਂ ਲੈ ਕੇ ਆਂਦਾ, 8 ਹਫ਼ਤੇ ਤੋਂ ਲੈ ਕੇ ਜੀ ਉਹਦੀ 16 ਹਫ਼ਤੇ ਤੱਕ, 4 ਮਹੀਨੇ ਦੀ ਉਮਰ ਤੱਕ, 2 ਤੋਂ 4 ਮਹੀਨੇ ਦੇ ਵਿੱਚ ਜਿਹੜਾ ਉਹਦਾ ਲਰਨਿੰਗ ਪੀਰੀਅਡ ਸਾਰਿਆਂ ਨਾਲੋਂ ਇੰਪੋਰਟੈਂਟ ਹੈ, ਜਿਹੜਾ ਉਹ ਜ਼ਿੰਦਗੀ ਭਰ ਉਹਦੇ ਨਾਲ ਰਹਿਣਾ। ਅਸੀਂ ਉਦੋਂ ਖੇਡ ਲੈਂਦੇ ਹਾਂ ਜੀ, ਉਹਦੇ ਨਾਲ ਬੱਚੇ ਬਾਹਰ ਕੱਢਦੇ ਆ, ਉਹਨੂੰ ਖੇਡਦੇ, ਜਿਹੜਾ ਜਦੋਂ ਆਉਂਦਾ ਚੱਕ ਲੈਂਦਾ, ਜਿਹੜਾ ਜਿੱਥੋਂ ਆਉਂਦਾ ਫੂਡ ਪਾਈ ਜਾਂਦਾ, ਟੇਬਲ ਦੇ ਸਕ੍ਰੈਪ ਹੈ ਜੀ, ਕੋਈ ਰੋਟੀ ਪਾਤੀ, ਕੋਈ ਦਹੀਂ ਪਾਤਾ, ਜਦੋਂ ਮਰਜ਼ੀ ਆਪਦੇ ਹਿਸਾਬ ਨਾਲ ਕਰੀ ਜਾਂਦੇ। ਤੇ ਫਿਰ ਜਦੋਂ ਗੱਲ ਹੱਥੋਂ ਨਿਕਲ ਜਾਂਦੀ ਹੈ ਜੀ, ਟ੍ਰੇਨਿੰਗ ਨਹੀਂ ਕਰਾਉਂਦੇ, ਉਹ ਅੰਦਰ ਪੂਪ ਕਰਨ ਲੱਗ ਜਾਂਦਾ, ਉਹ ਸੋਫੇ ਖਾ ਗਿਆ, ਉਹ ਹੋਰ ਡਿਜ਼ਾਸਟਰ, ਉਹ ਟੈਲੀਫੋਨ ਵਾਲੀਆਂ ਤਾਰਾਂ, ਕੇਬਲ ਵਾਇਰ ਚੱਬ ਗਿਆ ਆਪਣੀਆਂ। ਜਦੋਂ ਹੱਥੋਂ ਗੱਲ ਨਿਕਲ ਜਾਂਦੀ ਹੈ, ਜੇ ਬਾਹਰ ਲੈ ਕੇ ਜਾਂਦੇ ਜੀ, ਉਹ ਦੂਜੇ ਕੁੱਤਿਆਂ ਨੂੰ ਲੰਚ ਕਰਕੇ ਪੈਣ ਲੱਗਦਾ, ਸੜਕ ਦੇ ਦੂਜੇ ਪਾਸੇ ਜਾਂਦੇ ਹੋਏ ਕੁੱਤਿਆਂ ਵੱਲ ਨੂੰ ਖਿੱਚ ਕੇ ਤੁਹਾਨੂੰ ਪੈਂਦਾ, ਗਵਾਂਢੀਆਂ ਨੂੰ ਵੱਢ ਦਿੰਦਾ ਜਾਂ ਭੌਂਕਦਾ। ਜਦੋਂ ਬਾਈਲਾ ਆਉਂਦਾ ਜੀ, ਫੇਰ ਅਸੀਂ ਉਦੋਂ ਸੋਚਦੇ ਆ ਵੀ ਹੁਣ ਇਹਨੂੰ ਟ੍ਰੇਨ ਕਰਵਾ ਲਈਏ। ਸੋ ਉਹੀ ਗੱਲ ਹੁੰਦੀ ਹੈ ਜੀ, ਵੀ ਗ੍ਰੇਡ 10 ਵਾਲੀ ਉਮਰ ਹੈ ਉਹਦੀ, ਤੇ ਤੁਸੀਂ ਹੁਣ ਉਹਨੂੰ ਐਲੀਮੈਂਟਰੀ ਸਕੂਲ 'ਚ ਭੇਜਣਾ ਬੱਚੇ ਵਾਲੀ। ਉਹ ਜਿਹੜੀ ਉਮਰ ਦੇ ਹਿਸਾਬ ਨਾਲ ਹੈ ਜੀ, ਅਰਲੀ ਟ੍ਰੇਨਿੰਗ ਹੈ ਜੀ, ਬੈਸਟ ਚੀਜ਼ ਹੈ। ਬਗੈਰ ਟ੍ਰੇਨਿੰਗ ਤੋਂ ਕੋਈ ਡੌਗ ਨਹੀਂ ਰਹਿ ਸਕਦਾ। ਤੁਸੀਂ ਡਿਪੈਂਡ ਕਰਦਾ ਤੁਸੀਂ ਕਿੰਨੇ ਕੁ ਚੰਗੇ ਮਾਸਟਰ ਹੋ, ਤੁਸੀਂ ਕਿੰਨੇ ਕੁ ਚੰਗੇ ਟ੍ਰੇਨਰ ਜਾਂ ਟੀਚਰ ਹੋ। ਤੁਸੀਂ ਜੇ ਘਰੇ ਹੋਮ ਸਕੂਲਿੰਗ ਕਰਕੇ ਆਪਦੇ ਬੱਚੇ ਪੜ੍ਹਾ ਸਕਦੇ ਹੋ, ਵੈਲ ਐਂਡ ਗੁੱਡ, ਪੜ੍ਹਾਓ ਬਾਕੀਆਂ ਨੂੰ। ਬਾਕੀ ਬੱਚਿਆਂ ਨੂੰ ਉਵੇਂ ਹੀ ਡੌਗਸ ਨਾ ਕਰੋ ਜੀ। ਜੇ ਤੁਸੀਂ ਚੰਗੇ ਟ੍ਰੇਨਰ ਹੋ, ਤੁਸੀਂ ਆਪ ਸਿੱਖੇ ਹੋਏ ਹੋ ਜਾਂ ਤੁਹਾਡਾ ਤਜਰਬਾ ਹੈ, ਤੇ ਘਰੇ ਸਿਖਾਇਆ ਜਾ ਸਕਦਾ। ਜੇ ਨਹੀਂ ਹੈ ਤਾਂ ਪ੍ਰੋਫੈਸ਼ਨਲ ਹੈਲਪ ਲੈ ਲਓ, ਕਿਸੇ ਵੀ ਟ੍ਰੇਨਰ ਕੋਲੇ ਜਾਓ, ਕਿਤੇ ਵੀ ਟ੍ਰੇਨਿੰਗ ਜ਼ਰੂਰ ਕਰਵਾਓ, ਅਰਲੀ ਸੋਸ਼ਲਾਈਜ਼ਿੰਗ ਜ਼ਰੂਰ ਕਰੋ ਬਾਕੀ ਡੌਗਸ ਨਾਲ। ਉਹ ਫਾਊਂਡੇਸ਼ਨ ਹੈ ਜੀ, ਫਾਊਂਡੇਸ਼ਨ ਤੋਂ ਬਗੈਰ ਡੌਗ ਨੇ ਨਹੀਂ ਬਣਨਾ। ਹਾਂਜੀ। ਅੱਛਾ ਜੀ, ਕਿੰਨੀ ਉਮਰ ਤੱਕ ਉਹ ਸਿੱਖਦਾ ਫਿਰ? ਤੇ ਮਤਲਬ ਟ੍ਰੇਨਿੰਗ ਮੰਨ ਲਓ ਜੇ ਹੁਣ ਸਾਲ ਦਾ ਡੌਗ ਆ, ਉਹਨੂੰ ਲੈ ਜਾਈਏ ਤੁਹਾਡੇ ਕੋਲ, ਵੀ ਤੱਕਰ ਸਾਹਿਬ ਸਿਖਾਓ ਇਹਨੂੰ, ਸਿੱਖ ਜੂ? ਗੱਲ ਸਾਹਿਬ, ਸਿੱਖਣ ਦੀ ਕੋਈ ਏਜ ਲਿਮਿਟ ਨਹੀਂ ਹੈ ਜੀ, ਜਦੋਂ ਮਰਜ਼ੀ ਸਿਖਾਇਆ ਜਾ ਸਕਦਾ। ਪਰ ਹੁਣ ਪ੍ਰੋਬਲਮ ਚੜੋ, ਤੁਸੀਂ ਓਲਡਰ ਡੌਗ ਸਾਡੇ ਕੋਲੇ ਲੈ ਕੇ ਆਉਂਦੇ ਆ ਜਾਂ ਕਿਸੇ ਹੋਰ ਕੋ ਵੀ ਲੈ ਕੇ, ਕਿਸੇ ਵੀ ਟ੍ਰੇਨਰ ਕੋਲ ਲੈ ਕੇ ਜਾਂਦੇ, ਉਹਦੇ 'ਚ 2 ਚੀਜ਼ਾਂ ਨੇ ਜੀ। ਇੱਕ ਤਾਂ ਉਹਨੂੰ ਟ੍ਰੇਨਡ ਕਰਨਾ, ਦੂਜਾ ਜਿਹੜਾ ਤੁਸੀਂ ਮਾੜੀਆਂ ਆਦਤਾਂ, ਉਹਨੂੰ ਬੈਡ ਹੈਬਿਟ ਜਿਹੜੇ ਕਹਿੰਦੇ ਆਪਾਂ ਪਾਤੀਆਂ, ਉਹ ਵੀ ਸੁਧਾਰਨੀਆਂ ਪੈਣੀਆਂ। ਜਿਹੜਾ ਪਹਿਲਾਂ ਹੀ ਕੇਬਲਾਂ ਖਾਂਦਾ ਆਇਆ ਜੀ, ਘਰੋਂ ਟੈਲੀਫੋਨ ਵਾਲੀਆਂ ਤਾਰਾਂ ਚੱਬਦਾ, ਸੋਫੇ ਤੁਹਾਡੇ ਘਰੋਂ ਚੱਬ ਗਿਆ ਆ ਗਿਆ, ਉਹਨੇ ਮੇਰੇ ਘਰੇ ਵੀ ਸੋਫੇ ਚੱਬ ਲੈਣੇ ਆ ਕੇ, ਉਹਨੇ ਉਹਨੂੰ ਵੀ ਵੱਢਣਾ, ਉਹਨੇ ਉਹ ਵੀ ਸਾਰਾ ਕੁਝ ਕਰਨਾ, ਉਹਨੇ ਅਗਰੈਸ਼ਨ ਸ਼ੋ ਕਰਨੀ ਹੈ। ਹੋ ਸਕਦਾ ਫੂਡ ਨੂੰ, ਬਾਲ ਨੂੰ ਹੱਥ ਨਾਲ ਲਾਉਣ ਦਿੰਦਾ ਹੋਵੇ, ਫੂਡ ਖਾਣ ਲੱਗਾ ਭੌਂਕਦਾ ਤੇ ਵੱਢਦਾ, ਜਾਂ ਗਵਾਂਢੀਆਂ ਦੇ ਕੁੱਤੇ। ਉਹ ਫਿਰ ਸਾਨੂੰ ਜੀ ਟ੍ਰੇਨਿੰਗ ਦੇ ਨਾਲ ਨਾਲ ਸਾਨੂੰ ਮਾੜੀਆਂ ਤਾਂ ਸੁਧਾਰਨ ਨੂੰ ਵੀ ਟਾਈਮ ਲੱਗ ਜਾਂਦਾ। ਉਹ ਜਿਹੜਾ ਟਾਈਮ ਹੈ ਜੀ ਡਬਲ ਟ੍ਰਿਪਲ ਹੋ ਜਾਂਦਾ ਕਈ ਵਾਰ। ਅੱਛਾ ਤੱਕਰ ਸਾਹਿਬ, ਇੱਕ ਹੋਰ, ਹੁਣ 2 ਮੰਨ ਲਓ ਫਾਈਨਲ ਲਿਸਟ ਕਰ ਲਈ ਇੱਕ ਪਰਿਵਾਰ ਨੇ, ਵੀ ਜਰਮਨ ਸ਼ੈਫਰਡ ਜਾਂ ਰੌਟਵੈਲਰ, ਦੋਨਾਂ ਦੇ ਵਿੱਚੋਂ ਢੋਲੀ ਕਿਹਨੇ ਮਾਰਨੀ ਹੈ? ਤੇ ਦੋਨੇ ਸਾਊ ਨੇ। ਇੱਕ ਟ੍ਰੇਨਿੰਗ ਦੀ ਕਹਾਣੀ ਹੈ, ਮੈਂ ਰੌਟਵੈਲਰ ਇਹੋ ਜਿਹੇ ਦੇਖੇ ਨੇ, ਬਈ ਆਮ ਬੰਦਾ ਉਹ ਤੋਂ ਡਰਦਾ ਹੈ, ਜਿਵੇਂ ਆਮ ਹੁਣ ਪਿਟਬੁਲ ਤੋਂ ਡਰਦਾ ਹੈ, ਕੈਨ ਕਾਰਸੋ ਤੋਂ ਡਰਦਾ ਹੈ, ਤੇ ਉਸ ਤੋਂ ਬਾਅਦ ਸਾਰੇ ਵੱਡੀਆਂ ਬਰੀਡ ਤੋਂ ਲੜਦਾ। ਪਰ ਬੰਦੇ ਜਿਹਦੇ ਕੋਲ ਨੇ ਉਹਦੇ ਕੋਲ ਉਹਦਾ ਮਤਲਬ ਹੈ ਜੀ। ਪਰ ਜੇ ਮਾਲਕ ਕੋਲ ਸਾਊ ਆ, ਉਹਦਾ ਇਹ ਵੀ ਨਾਲ ਮਤਲਬ ਚਾਹੀਦਾ ਕਿ ਲੋਕਾਂ ਲਈ ਵੀ ਸਾਊ ਹੋਵੇ, ਐਵੇਂ ਨਾ ਖੁੱਚ ਦਾ ਕਿਸੇ ਦਾ ਬੁਰਕ ਭਰ ਲਵੇ, ਮੁੜ ਕੇ ਪੰਗੇ ਹੀ ਪਏ ਰਹਿੰਦੇ ਆ। ਸੋ ਦੋਨੇ ਜੇ ਫਾਈਨਲ ਕੀਤੇ ਆ, ਉਹਦੇ ਚੋਂ ਫਿਰ ਕਿਹਨੂੰ ਰਿਕਮੈਂਡ ਕੀ ਕਰੋਗੇ? ਜੇ ਤੁਹਾਡਾ ਫਾਈਨਲ ਵਰਡਿੰਗ ਹੋਵੇ ਵੀ ਮੈਂ ਹੁਣ ਤੁਹਾਡੇ ਤਾਂ ਦੋਨੇ ਹੀ ਨੇ, ਪਰ ਕਿਹੜੇ ਪਰਿਵਾਰ ਲਈ ਕਿਹੜਾ ਸਹੀ ਹੋਊ, ਇਹ ਕਿਵੇਂ ਡਿਸਾਈਡ ਕਰੀਏ? ਗਿਲ ਸਾਹਿਬ, ਇਹ ਆਪਦੇ ਲਾਈਫ ਸਟਾਈਲ ਦੇ ਉੱਤੇ ਡਿਪੈਂਡ ਕਰਦਾ ਜੀ, ਤੁਸੀਂ ਕੀ ਕਰਾਉਣਾ ਚਾਹੁੰਦੇ ਹੋ। ਜੇ ਤਾਂ ਤੁਸੀਂ ਡੌਗ ਸਪੋਰਟ ਦੇ ਵਿੱਚ ਜਾਣਾ ਜੀ, ਦੋਵੇਂ ਡੌਗ ਜਾ ਸਕਦੇ ਨੇ, ਦੋਵੇਂ ਬਹੁਤ ਹਾਈ ਲੈਵਲ ਦੇ ਉੱਤੇ ਟ੍ਰੇਨਡ ਹੋ ਸਕਦੇ ਨੇ। ਮੈਂ ਇਹੀ ਪ੍ਰੂਵ ਕਰਨ ਦੀ ਕੋਸ਼ਿਸ਼ ਦੇ ਵਿੱਚ ਹੀ ਇੰਨੇ ਸਾਲ ਰੌਟਵਾਈਲਰਸ ਨਹੀਂ ਰੱਖੇ ਜੀ। ਤੇ ਫਾਈਨਲੀ ਹੁਣ IPO 3 'ਚ ਮੇਰੇ ਕੋਲੇ ਮੇਲ IPO 3 ਹੈ ਨਾ ਜੀ, ਜਰਮਨ ਸ਼ੈਪਰਡ ਦੇ ਵਿੱਚ, ਜਾਂ ਫੀਮੇਲਸ ਮੇਰੀਆਂ IPO 1 ਹੈ, ਟਾਈਟਲਡ ਫੀਮੇਲਸ ਨੇ ਜਰਮਨ 'ਚੋਂ ਜਾਂ ਇੱਥੋਂ। ਤੇ ਮੈਂ ਹੁਣ ਰੌਟਵਾਈਲਰਸ ਵੀ ਉਸੇ ਤਰ੍ਹਾਂ ਹੀ IPO 1 ਟਾਈਟਲਡ ਫੀਮੇਲਸ, IPO 3 ਮੇਲ ਟਾਈਟਲਡ ਲੈ ਕੇ ਆਉਂਦੇ ਆ, ਵੀ ਉਹ ਵੀ ਉਸੇ ਤਰ੍ਹਾਂ ਦਾ ਹੀ ਹੋ ਸਕਦਾ। ਆਪ ਦੇ ਲਾਈਫ ਸਟਾਈਲ ਤੇ ਪਰਸਨਲ ਚੋਇਸ ਹੈ ਜੀ। ਦੂਜੀ ਗੱਲ, ਅੱਜ ਕੱਲ੍ਹ ਜੀ ਰੌਟਵਾਈਲਰਸ ਆਪਾਂ ਹਮੇਸ਼ਾ ਦੇਖਦੇ ਰਹੇ ਡੌਗ ਟੇਲ ਵਾਲੇ ਹੁੰਦੇ ਸੀਗੇ, ਫਿਰ ਟੇਲਸ ਕੱਟੀਆਂ ਹੋਈਆਂ, ਸੋਹਣੇ ਲੱਗਦੇ ਸੀ, ਇੰਨੇ ਸਾਲ ਚੱਲਦਾ ਰਿਹਾ, ਬਹੁਤ ਵਧੀਆ ਸੀ। ਪਰ ਹੁਣ ਜਰਮਨ ਦੇ ਵਿੱਚ ਤੇ ਮੋਸਟਲੀ BC ਤੇ ਕਈ ਸੂਬਿਆਂ ਦੇ ਵਿੱਚ ਇੱਥੇ ਹੁਣ ਤੁਸੀਂ ਟੇਲ ਨਹੀਂ ਡੌਗ ਕਰ ਸਕਦੇ ਜੀ, ਪੁੱਛਾਂ ਕੱਟ ਨਹੀਂ ਸਕਦੇ, ਪਾਬੰਦੀ ਲਾਤੀ ਉਹਨਾਂ ਨੇ। ਤੇ ਕਿਸੇ ਵੀ ਤੁਸੀਂ ਸ਼ੋਅ ਦੇ ਵਿੱਚ ਜਾਂ ਕਿਸੇ ਕੰਪੀਟੀਸ਼ਨ 'ਚ ਡੌਗ ਨੂੰ ਜਿਹਦੇ ਟੇਲ ਡੌਗ ਕੀਤੀ ਹੋਈ ਨਹੀਂ ਲੈ ਕੇ ਜਾਣ ਦਿੰਦੇ ਹੁਣ। ਸੋ ਉਹ ਉਹਨਾਂ ਦੇ ਆਪ ਦੇ ਪਰਸਨਲ ਰੀਜ਼ਨ ਜਾਂ ਕਾਰਨ ਨੇ।
ਪਰ ਮੇਰੇ ਹਿਸਾਬ ਨਾਲ 2 ਹੀ ਬਰੀਡਸ ਚੰਗੀਆਂ ਨੇ ਜੀ। ਤੁਹਾਡੇ ਆਪ ਦੇ ਲਾਈਫ ਸਟਾਈਲ ਦੇ ਉੱਤੇ ਡਿਪੈਂਡ ਕਰਦਾ ਤੁਸੀਂ ਡੌਗ ਤੋਂ ਕਰਵਾਉਣਾ ਕੀ ਚਾਹੁੰਦੇ ਹੋ ਤੇ ਤੁਹਾਡਾ ਅੰਤ ਨੂੰ ਅਖੀਰਲਾ ਜਿਹੜਾ ਮਿਸ਼ਨ ਕੀ ਹੈ। ਡੌਗ ਰੱਖਿਆ ਕਾਹਦੇ ਲਈ ਹੈ, ਜਗ੍ਹਾ ਕਿੰਨੀ ਹੈ। ਜਰਮਨ ਸ਼ੈਪਰਡ ਦੇ ਵਿੱਚ ਐਂਡਲੈਸ ਐਨਰਜੀ ਹੈ ਜੀ, ਥੱਕਦਾ ਨਹੀਂ ਹੈ ਡੌਗ, ਲਾਈਟ ਹੈ ਵੇਟ ਦੇ ਵਿੱਚ, ਸਾਰਾ ਦਿਨ ਜਿੱਥੇ ਮਰਜ਼ੀ ਲਈ ਜਾਓ, ਜਿੱਥੇ ਮਰਜ਼ੀ ਫਾਰਮਾਂ ਦੇ ਵਿੱਚ ਘੁਮਾਓ ਫਿਰਾਓ, ਟ੍ਰੇਲ ਦੇ ਉੱਤੇ ਲੈ ਜਾਓ। ਤੇ ਦੂਜਾ ਇਹਨੂੰ ਕਦੀ ਸੈਂਟ ਵਰਕ ਕਰਾਉਣਾ ਹੈ ਜੇ, ਬਹੁਤ ਇੰਟੈਲੀਜੈਂਟ ਬਰੀਡ ਹੈ ਜੀ, ਬਹੁਤ ਛੇਤੀ ਸਮਝਦੇ ਆ। ਰੌਟਵਾਇਲਰਸ ਕੁਛ ਹੱਦ ਤੱਕ ਜੀ ਉਹੀ ਇਨਕੰਪੀਟੈਂਟ ਬਰੀਡਿੰਗ ਕਹਿ ਸਕਦਾ ਮੈਂ, ਗਲਤ ਬਰੀਡਿੰਗ ਕੀਤੀ ਹੋਈ ਲੋਕਾਂ ਨੇ ਸਿਰਫ ਇਸ ਲਈ ਬਰੀਡ ਕਰ ਲਿਆ ਵੀ ਮੇਰੇ ਕੋਲ ਇੱਕ ਫੀਮੇਲ ਹੈ ਤੇ ਇੱਕ ਮੇਲ ਹੈ, ਚਲੋ ਜੀ ਬਰੀਡ ਕਰੋ। ਕੋਈ ਹੈਲਥ ਇਸ਼ੂਜ਼ ਨਹੀਂ ਦੇਖੇ, ਕੋਈ ਟਾਈਟਲ ਨਹੀਂ ਦੇਖਿਆ, ਕੋਈ ਜੈਨੇਟਿਕਸ ਨਹੀਂ ਦੇਖਿਆ, ਕੋਈ 10 ਜਨਰੇਸ਼ਨਸ ਦੀ ਪੈਡਿਗਰੀ। ਤੁਸੀਂ ਪਹਿਲਾਂ ਕਹਿੰਦੇ ਅਸੀਂ 10 ਜਨਰੇਸ਼ਨਸ ਦੇਖਦੇ ਹਾਂ ਜੀ, ਪਿੱਛੋਂ 5 ਮਾਂ ਵੱਲੋਂ 5 ਪਿਓ ਵੱਲੋਂ, ਤੇ ਉਹ ਨਹੀਂ ਦੇਖਿਆ, ਕੋਈ ਸਟੱਡੀ ਨਹੀਂ ਕੀਤੀ, ਫਿਰ ਰੱਖ ਲਿਆ ਜੀ ਬਰੀਡ ਕਰਾ ਦੇ। ਉੱਥੇ ਹੀ ਪ੍ਰੋਬਲਮ ਆਉਂਦੀ ਹੈ ਜੀ। ਅਦਰਵਾਈਜ਼ ਇਹੋ ਜਿਹੀ ਕੋਈ ਗੱਲ ਨਹੀਂ, ਦੋਵੇਂ ਡੌਗ ਚੰਗੇ ਆ, ਵੱਡੇ ਡੌਗਸ ਨੇ ਦੋਵੇਂ ਹੀ। ਜੇ ਤੁਸੀਂ ਖਾਣਾ ਹੀ ਪਾਉਣਾ ਤੇ ਰੱਖਣਾ ਹੀ ਹੈ ਜੀ ਸ਼ੌਕ ਨਾਲ, ਤੇ ਚੰਗੀ ਤਰ੍ਹਾਂ ਰੱਖੋ, ਫਿਰ ਉਹਨੂੰ ਪੂਰਾ ਤਿਆਰ ਕਰੋ ਡੌਗ ਨੂੰ, ਤਾਂ ਕਿ ਲੋਕੀ ਦੇਖਣ ਤੁਹਾਨੂੰ ਲੈ ਕੇ ਗਿਆ ਨੂੰ, ਤੁਹਾਡਾ ਵੀ ਸ਼ੌਕ ਪੂਰਾ ਹੋਵੇ, ਜਿਹੜਾ ਦੇਖੇ ਉਹਨਾਂ ਵੀ ਸ਼ੌਕ ਪੂਰਾ ਹੋਵੇ, ਤੇ ਕਿਸੇ ਨੂੰ ਵੱਡੇ ਬਿਨਾਂ ਆਂਢੀ ਗੁਆਂਢੀ ਨੂੰ ਤਾਂ ਨਾ ਹੋਵੇ ਡੌਗ ਸਵੇਰੇ ਸ਼ਾਮ ਭੌਂਕਦਾ ਹੀ ਰਹਿੰਦਾ, ਜਾਂ ਕਿਸੇ ਨੂੰ ਜਿਵੇਂ ਤੁਸੀਂ ਕਿਹਾ ਵੱਢ ਲਿਆ, ਫੇਰ ਉਹ ਇਸ਼ੂ ਬਣ ਜਾਣਾ। ਤੇ ਉਹ ਅਰਲੀ ਟ੍ਰੇਨਿੰਗ ਤੇ ਅਰਲੀ ਸੋਸ਼ਲਾਈਜ਼ਿੰਗ, ਜਿਹੜੀ 2 ਚੀਜ਼ਾਂ ਬਹੁਤ ਜ਼ਰੂਰੀ ਨੇ। ਉਹ ਸੋਸ਼ਲਾਈਜ਼ ਕਰੋ ਡੌਗ ਨੂੰ, ਕੋਈ ਪ੍ਰੋਬਲਮ ਨਹੀਂ ਜੀ ਆਉਂਦੀ। ਤੱਕਰ ਸਾਹਿਬ ਹੁਣ ਅਗਲਾ 2 ਚੀਜ਼ਾਂ ਪੁੱਛਣੀ ਆ, ਫਿਰ ਮੈਂ ਤੁਹਾਡੇ ਤੋਂ ਮਾਫੀ ਲੈਣੀ ਹੈ। ਇਹ ਹੁਣ ਫਿਰ ਇਸ਼ੂ ਆਉਂਦਾ ਵੀ ਡੌਗ ਰੱਖਿਆ ਕਿੱਥੇ ਜਾਵੇ, ਵੱਡਾ ਡੌਗ ਬਾਹਰ ਰੱਖਿਆ ਜਾਵੇ, ਵੱਡਾ ਡੌਗ ਅੰਦਰ ਰੱਖਿਆ ਜਾਵੇ। ਹਰ ਇੱਕ ਦਾ ਆਪਣਾ ਆਪਣਾ ਤਿਉ ਹੈ। ਬਹੁਤ ਲੋਕ ਨੇ, ਮੇਰੇ ਦੋਸਤ ਨੇ ਬਾਈ ਜੀ ਪੱਪੂ ਹੋਣੀ, ਉਹਨਾਂ ਕੋਲ 3 ਵੱਡੇ ਡੌਗ ਨੇ ਓਲੀਵਰ ਦੇ ਵਿੱਚ, ਉਹਨਾਂ ਦੇ ਮਤਲਬ ਇੰਗਲਿਸ਼ ਮੈਸਟਿਫ ਰੌਟ ਨੇ, ਉਹ ਬਾਹਰ ਨੇ, ਤੇ ਅਮਰੀਕਨ ਬੁਲੀ ਆ। ਅੱਛਾ, ਮੈਂ ਨਿੱਜੀ ਤੌਰ ਤੇ ਤੁਹਾਡੇ ਤੋਂ ਬਾਅਦ ਮੇਰਾ ਸ਼ੌਕ ਹੋਇਆ, ਪਿਛਲੇ ਸਾਲ 2 ਹੋਏ ਨੇ, ਤੇ ਮੈਂ ਬਾਹਰ ਨਹੀਂ ਰੱਖ ਸਕਦਾ ਡੌਗ ਨੂੰ। ਮੇਰਾ ਇਹ ਆ ਵੀ ਮੇਰਾ ਡੌਗ ਅੰਦਰ ਚਾਹੀਦਾ, ਮੈਨੂੰ ਪ੍ਰੋਟੈਕਟ ਉਹਨੇ ਅੰਦਰ ਕਰਨਾ। ਇਹ ਕਿਵੇਂ ਡਿਸਾਈਡ ਕੀਤਾ ਜਾਵੇ? ਇਹ ਵੀ ਫੈਮਿਲੀ ਤੇ ਹੈ ਜਾਂ ਬਰੀਡਸ ਵੀ ਕੁਛ ਇਹਨਾਂ ਡਾਊਟ ਚਾਹੁੰਦੀਆਂ ਨੇ? ਦੇਖੋ ਜੀ, ਬਰੀਡਸ ਵੀ ਚਾਹੁੰਦੀਆਂ ਨੇ, ਜਿਹੜੇ ਲੰਬੇ ਬਾਲਾਂ ਕੁੱਤੇ ਨੇ ਉਹਨਾਂ ਦੇ ਅੰਦਰ। ਦੇਖੋ ਗਿੱਲ ਸਾਹਿਬ, ਜਿਹੜੀ ਸ਼ੈਡਿੰਗ ਹੈ ਨਾ ਜੀ, ਆਪਾਂ ਮੋਸਟਲੀ ਜਿਹੜਾ ਸਾਰਿਆਂ ਦਾ ਵੱਡਾ ਕਾਰਨ ਆਪਾਂ ਕੁੱਤਾ ਅੰਦਰ ਨਹੀਂ ਰੱਖਦੇ, ਉਹ ਸ਼ੈਡਿੰਗ ਕਰਕੇ ਆ ਵੀ ਬਾਲ ਬਹੁਤ ਡਿੱਗਦੇ ਆ। ਜਿਹੜੀ ਛੋਟੇ ਬਾਲਾਂ ਵਾਲੀ ਬਰੀਡਸ ਹੈ, ਰੌਟਵਾਇਲਰ, ਪਿਟਬੁਲ ਹੈ ਜਾਂ ਕੁਛ ਵੀ ਹੈ, ਤੁਸੀਂ ਇਹ ਨਾ ਸੋਚੋ ਵੀ ਉਹਦੇ ਬਾਲ ਨਹੀਂ ਡਿੱਗਦੇ, ਉਹਦੇ ਵੀ ਬਾਲ ਡਿੱਗਦੇ ਆ, ਉਹ ਵੀ ਸ਼ੈਡ ਕਰਦਾ, ਪਰ ਉਹ ਬਰੀਕ ਇੰਨੇ ਨੇ ਵੀ ਦਿਖਦੇ ਨਹੀਂ। ਤੁਸੀਂ ਝਾੜੂ ਜਾਂ ਵੈਕਿਊਮ ਮਾਰੋ, ਤੁਹਾਨੂੰ ਪਤਾ ਲੱਗ ਜਾਂਦਾ ਵੀ ਬਾਲ ਹੈਗੇ ਆ। ਜਰਮਨ ਸ਼ੈਪਰਡ 2 ਵਾਰ ਸਾਲ 'ਚ ਜ਼ਿਆਦਾ ਸ਼ੈਡ ਕਰਦਾ, ਅੱਗੋਂ ਪਿੱਛੋਂ ਗਰੂਮਿੰਗ ਕਰਦੇ ਰਹੋ, ਕੰਘੀ ਮਾਰੋ, ਬਾਹਰ ਲਿਜਾ ਕੇ ਹੱਥ ਮਾਰੋ, ਠੀਕ ਰਹਿੰਦੇ ਜੀ। ਦੋਵੇਂ ਹੀ ਇਨਸਾਈਡ ਆਊਟਸਾਈਡ ਡੌਗ ਰੱਖੇ ਜਾ ਸਕਦੇ ਨੇ, ਕੋਈ ਪ੍ਰੋਬਲਮ ਨਹੀਂ, ਕੋਈ ਵੀ। ਇਹ ਵੱਡੀਆਂ ਬਰੀਡ ਦੋਵੇਂ ਜਗ੍ਹਾ ਕਾਮਯਾਬ ਨੇ ਜੀ। ਮੈਂ ਦੋਵੇਂ ਥਾਂ ਹੀ ਰੱਖਦਾ ਜੀ। ਰਾਤ ਨੂੰ ਕਦੀ ਅੰਦਰ ਵੀ ਲੈ ਆਈਦਾ, ਦਿਨੇ ਵੀ ਅੰਦਰ ਕੁੱਤਾ ਘੁੰਮ ਜਾਂਦੇ, ਬਾਹਰ ਵੀ ਰਹਿ ਜਾਂਦੇ ਆ, ਕੋਈ ਫਰਕ ਨਹੀਂ ਜੀ ਪੈਂਦਾ। ਇੱਕ ਇਹ ਤੁਹਾਡੀ ਪਰਸਨਲ ਚੋਇਸ ਹੈ ਜੀ। 1 ਮਿੰਟ ਹੋਲਡ ਕਰਿਓ, ਆਈਡੀ ਚੱਲ ਪਵੇ, ਫਿਰ ਆਪਾਂ ਚੱਲਦੇ ਹਾਂ। You're listening to 1550 AM KRPI Ferndale. The views expressed are not necessarily those of the staff, management, or ownership of this station. ਅਖਰ ਸਾਹਿਬ, ਹੁਣ ਮਿੱਤਰ ਪਿਆਰੇ ਜਿੰਨੇ ਨੇ ਸੁਣਦੇ ਨੇ, ਸਰ ਜਸਵੀਰ ਸਿੰਘ ਗਰੇਵਾਲ ਨੇ, ਟੋਰਾਂਟੋ ਰਹਿੰਦੇ ਨੇ, ਉਹ ਕਹਿੰਦੇ ਹੁਣ ਤੁਸੀਂ ਪੰਗਾ ਸਾਨੂੰ ਖੜਾ ਕਰਨਾ, 2 ਸਾਲ ਹੋ ਗਏ ਲੱਗਿਆ ਨੂੰ ਤੁਹਾਨੂੰ, ਹੁਣ ਸਾਨੂੰ ਇਹ ਲਿਆਉਣਾ ਪੈਣਾ। ਹੁਣ ਐ ਦੱਸੋ ਵੀ ਖਰਚਾ ਕਿੰਨਾ ਇਹਦਾ ਮਹੀਨੇ ਦਾ, ਇਹਨੂੰ ਕੀ ਸਾਨੂੰ ਪਾਉਣਾ ਪੈਣਾ, ਦਵਾਈ ਦੱਪਾ ਕੀ ਆ, ਵੈਟਨੇਰੀਅਨ ਕਿੰਨੇ ਮਹਿੰਗੇ ਆ, ਉਹ ਵੀ ਦੱਸੋ। ਪਹਿਲਾਂ ਤਾਂ 5-4 ਹਜ਼ਾਰ ਲਾ ਦਾਂਗੇ, ਫਿਰ ਜਿਹੜਾ ਮਹੀਨੇ ਦਾ ਖਰਚਾ ਉਹ ਕਿੰਨਾ? ਮੇਰਾ ਨਿੱਜੀ ਇਹ ਹੈ ਵੀ ਜਿਵੇਂ ਟੱਬਰ ਦੇ 6 ਜੀ ਖਾਂਦੇ ਆ ਤੇ ਉਹ 7ਵਾਂ ਵੀ ਖਾ ਲੂ, ਉਹ ਟੱਬਰ ਦਾ ਜੀ ਆ, ਉਹਦਾ ਖਰਚਾ ਨਹੀਂ ਗਿਣ ਹੁੰਦਾ। ਜਦ ਕੋਈ ਡੌਗ ਘਰੇ ਆ ਜਾਂਦਾ ਤੁਸੀਂ ਬੈਸਟ ਆਫ ਬੈਸਟ ਉਹਨੂੰ ਕਰਦੇ ਹੋ, ਪਰ ਫਿਰ ਵੀ ਤੁਸੀਂ ਰਿਕਮੈਂਡ ਨਹੀਂ ਕਰਦੇ ਵੀ ਕਿਬਲਸ ਪਾਏ ਜਾਣ। ਤੁਸੀਂ
ਰਾ ਡਾਈਟ ਤੇ ਡੌਗ ਨੂੰ ਰੱਖਦੇ ਹੋ ਬਈ ਉਹਨੂੰ ਮੀਟ ਪਾਇਆ ਜਾਵੇ, ਜਿਹੜੀ ਉਹਦੀ ਬਰੀਡ ਹੈ ਉਹਦੇ ਹਿਸਾਬ ਨਾਲ ਉਹਨੂੰ ਰਾ ਮੀਟ ਪਾਇਆ ਜਾਵੇ, ਜਿਹੜਾ ਜਦ ਆਪਾਂ ਜਿਹੜੇ ਬੁੱਚਰਸ ਨੇ ਉੱਥੋਂ ਉਹਨੂੰ ਬਣਾ ਕੇ ਦਿੰਦੇ ਆ, ਡੌਗ ਮੀਟ ਸਪੈਸ਼ਲ ਦਿੰਦੇ ਆ ਉਹ ਤੇ ਵੈਟਨੇਰੀਅਨ ਦਾ ਖਰਚ ਬੰਦਿਆਂ ਦੇ ਇੱਕ ਬੜਾ ਮਨ ਜਾਵੇ, ਵੈਟਨੇਰੀਅਨ ਬੜੇ ਮਹਿੰਗੇ ਆ, ਉਹਦਾ ਜੇ ਓਵਰਆਲ ਸਮਝਾਉਣਾ ਹੋਵੇ ਤਾਂ ਸੁਣਨ ਵਾਲਿਆਂ ਨੂੰ ਦੱਸੋ ਜੀ। ਕੈਲ ਸਾਹਿਬ ਸਾਰੇ ਨਾਲੋਂ ਵੱਡੀ ਗੱਲ ਜੀ ਆਹ ਜਿਹੜੇ 100 ਕੁਐਸਚਨਾਂ ਦਾ ਇੱਕ ਆਨਸਰ ਹੈ ਜੀ, ਡੌਗ ਦੇ ਉੱਤੇ ਵੈਟਨੇਰੀਅਨ ਕੋਲੇ ਤੁਹਾਨੂੰ ਮੌਕਾ ਹੀ ਨਾ ਆਵੇ ਤੇ ਤੁਸੀਂ ਵੈਟਨੇਰੀਅਨ ਕੋਲੇ ਲੈ ਕੇ ਜਾਓ ਜਾਂ ਡਾਕਟਰ ਦੇ। ਬੰਦਾ ਬਿਮਾਰ ਹੀ ਕਿਉਂ ਹੋਵੇ ਜੇ ਚੰਗਾ ਖਾਵੇ, ਡਾਕਟਰਾਂ ਦੇ ਤਾਂ ਹੀ ਜਾਵੇ ਨਾ ਜੀ ਜੇ ਬਿਮਾਰ ਹੈ। ਸੋ ਨਿਊਟ੍ਰੀਸ਼ਨ ਨੰਬਰ 1 ਚੀਜ਼ ਜੀ ਜਿਹੜੀ ਆਪਾਂ ਡੌਗਸ ਦੇ ਵਿੱਚ ਦੇਖਦੇ ਹਾਂ ਉਹ ਹੈਗੀ ਨਿਊਟ੍ਰੀਸ਼ਨ, ਜਿਹੜੀ ਨੰਬਰ 2 ਫੇਅਰ ਨਿਊਟ੍ਰੀਸ਼ਨ ਹੈ ਤੇ ਨੰਬਰ 3 ਵੀ ਨਿਊਟ੍ਰੀਸ਼ਨ ਹੈ। ਪ੍ਰੋਪਰ ਫੂਡ ਨਹੀਂ ਪਾਵਾਂਗੇ ਜੀ ਤਾਂ ਡੌਗ ਨੇ ਬਿਮਾਰ ਹੋਣਾ, ਉਹਨੂੰ ਅੱਜ ਨਹੀਂ ਕੱਲ ਪਰਸੋਂ ਬਿਮਾਰੀ ਕੋਈ ਨਾ ਕੋਈ ਲੱਗਦੀ ਰਹਿਣੀ ਹੈ। ਆਪਾਂ ਪਿਛਲੇ ਇਤਿਹਾਸ ਵੇਖੋ ਤੁਸੀਂ, 골ਡਨ ਰਿਟਰੀਵਰ ਜਾਂ ਲੈਬਸ ਜਾਂ ਕੋਈ ਵੀ ਆਪਾਂ ਡੌਗ ਰੱਖਦੇ ਸੀ 15-16 ਸਾਲ ਆਮ ਐਵਰੇਜ ਏਜ ਹੁੰਦੀ ਸੀ ਜੀ ਡੌਗ ਦੀ, ਆਮ ਹੀ ਆਪਣੇ ਘਰਾਂ 'ਚ ਰੱਖੇ 15-15 ਸਾਲ ਦੇ ਹੋ ਕੇ ਡੌਗ 14-15-16 ਤੱਕ ਡੈਥ ਹੋਈ ਹੈ ਉਹਨਾਂ ਦੀ ਬੁੜੇ ਹੋ ਕੇ। ਪਰ ਅੱਜ ਕੱਲ ਡੌਗਸ ਦੀ ਜਿਹੜੀ ਉਮਰ ਹੈ ਜੀ 9-10 ਸਾਲ ਰਹਿ ਗਈ। ਉਹਦੇ ਪਿੱਛੇ ਕਾਰਨ ਇਹੀ ਹੈ ਕਿ ਅਸੀਂ ਪ੍ਰੋਪਰ ਫੂਡ ਤੇ ਪ੍ਰੋਪਰ ਨਿਊਟ੍ਰੀਸ਼ਨ ਨਹੀਂ ਦਿੰਦੇ। ਲੋਕਾਂ ਦੇ ਮੈਂ ਡੌਗਸ ਦੇਖ ਜਾ ਜੀ ਮੂੰਹ ਚੋਂ ਮੁਸ਼ਕ ਆਉਂਦਾ, ਪੂਪ ਜਦੋਂ ਉਹ ਕਰਦੇ ਨੇ ਉਹ ਐਡੀ ਜਿਵੇਂ ਆਪਾਂ ਕਹਿ ਸਕਦੇ ਮੱਝਾਂ ਦੇ ਗੋਹੇ ਵਾਂਗੂ ਕਰਦੇ ਨੇ ਜੀ, ਪਤਲੀ ਤੇ ਨਰਮ, ਕਿਉਂਕਿ ਜਿੰਨਾ ਵੀ ਉਹ ਫੂਡ ਪਾਉਂਦੇ ਜੀ ਮਾੜੀ ਕੁਆਲਿਟੀ ਦਾ ਫੂਡ ਪਾਉਂਦੇ। 75% 75% ਜਿਹੜਾ ਫੂਡ ਆ ਵਿਦਾਊਟ ਉਹ ਡਾਈਜੈਸਟ ਹੋਣ ਤੋਂ, ਹਜ਼ਮ ਹੋਣ ਤੋਂ ਬਾਹਰ ਪਿੱਛੇ ਨਿਕਲ ਜਾਂਦਾ। 75% ਫੂਡ ਬਾਹਰ ਹੈ, 25% ਚ ਨਿਊਟ੍ਰੀਸ਼ਨ ਲੈਂਦਾ। ਜੁਆਇੰਟ ਦੇ ਵਿੱਚ ਉਹਦੀ ਡਿਸਕੰਫਰਟ ਹੈ ਜੀ, ਉਹ ਤੁਰਨ ਦੇ ਵਿੱਚ ਉਹਨੂੰ ਕੁੱਤਿਆਂ ਨੂੰ ਓਲਡ ਏਜ 'ਚ ਆ ਕੇ ਪ੍ਰੋਬਲਮ ਆ ਜਾਂਦੀ ਆ, ਉਹ ਆਪਣੇ ਆਪ 'ਚ ਖਾਜ ਕਰਦੇ ਆ, ਬਾਈਟ ਕਰਦੇ ਆ, ਕੁਝ ਨਾ ਕੁਝ ਅੰਗ ਵੱਢੀ ਜਾਂਦੇ ਆ, ਆਪਣਾ ਪੂਛ ਨੂੰ ਵੱਢ ਲਿਆ ਜਾਵੇ, ਉਹਨਾਂ ਦੇ ਖਾਜ ਹੁੰਦੀ ਰਹਿੰਦੀ। ਇਹ ਸਾਰੀਆਂ ਜਿਹੜੀਆਂ ਅਲਾਮਤਾਂ ਨੇ ਜੀ ਇਹ ਸਿਰਫ ਮਾੜੇ ਫੂਡ ਦੇ ਕਰਕੇ ਆ। ਮੋਸਟਲੀ ਤੁਸੀਂ ਦੇਖ ਕੱਲ ਆਮ ਹੀ ਸੁਣੀਦਾ 10 ਸਾਲ ਦਾ ਕੁੱਤਾ ਹੈ ਜੀ ਉਹਨੂੰ ਕੈਂਸਰ ਸੀ, ਕੈਂਸਰ ਨਾਲ ਉਹਨੂੰ ਪੁੱਟ ਡਾਊਨ ਕਰਨਾ ਪੈ ਗਿਆ। ਕੈਂਸਰ ਹੋਵੇ ਹੀ ਕਿਉਂ? ਕਿਉਂਕਿ ਸਾਡੇ ਉਹ ਨਿਊਟ੍ਰੀਸ਼ਨ ਦੇ ਵਿੱਚ ਪ੍ਰੋਬਲਮ ਹੈ। ਪ੍ਰੀਮੀਅਮ ਡੌਗ ਫੂਡ ਜੀ ਜਿਹੜੇ ਤੁਸੀਂ ਗੂਗਲ ਤੇ ਜਾ ਕੇ ਸਰਚ ਕਰ, ਪ੍ਰੀਮੀਅਮ ਜਿਹੜੇ ਬਹੁਤ ਟੌਪ ਕੁਆਲਿਟੀ ਦੇ ਫੂਡ ਨੇ ਉਹ ਵੀ ਜੀ ਮਿਨੀਮਮ ਸਟੈਂਡਰਡ ਮੇਨਟੇਨ ਕਰਦੇ ਨੇ, ਵਾਈਟਮਿਨਸ ਦਾ, ਮਿਨਰਲਸ ਦਾ ਜਾਂ ਹੋਰ ਜਿੰਨਾ ਮਿਨੀਮਮ ਉਹਨਾਂ ਨੂੰ ਪਾਉਣਾ ਚਾਹੀਦਾ ਵਿੱਚ ਓਨਾ ਹੀ ਹੁੰਦਾ, ਉਦੋਂ ਵੱਧ ਨਹੀਂ ਪਾਉਂਦੇ। ਇਹਦਾ ਮਤਲਬ ਇਹ ਹੈ ਵੀ ਉਹਦੇ ਵਿੱਚ 0 ਰਿਕੁਆਇਰਮੈਂਟ ਹੈ ਜੀ ਓਮੇਗਾ 3 ਫੈਟੀ ਐਸਿਡਸ ਦੀ। ਕੋਈ ਆਪਣੇ ਜਿਹੜੀ USD ਹੈ ਫੂਡ ਡਰੱਗ ਐਡਮਿਨਿਸਟ੍ਰੇਸ਼ਨ ਹੈ, ਅਮਰੀਕਨ ਹੈ ਜਾਂ ਕੈਨੇਡੀਅਨ ਹੈ, ਉਹ ਕਦੀ ਇਹ ਤੁਹਾਨੂੰ ਇੰਪਲੀਮੈਂਟ ਤੇ ਇਨਫੋਰਸ ਨਹੀਂ ਕਰਦੀ ਕਿਸੇ ਡੌਗ ਫੂਡ ਬਣਾਉਣ ਵਾਲੀ ਕੰਪਨੀ ਨੂੰ ਵੀ ਇਹਦੇ ਵਿੱਚ ਓਮੇਗਾ 3 ਪਾਇਆ ਜਾਵੇ, ਇਹਦੇ 'ਚ ਪ੍ਰੋਬਾਇਓਟਿਕਸ ਹੋਵੇ, ਐਂਟੀਆਕਸੀਡੈਂਟਸ ਹੋਣ, ਕੁਛ ਨਹੀਂ ਜੀ ਹੈ ਇਹ ਜਿਹਾ। ਤੁਸੀਂ ਮੋਸਟਲੀ ਦੇਖਿਆ ਨਾ ਚੰਗੇ ਜਿਹੜੇ ਡੌਗ ਫੂਡ ਨੇ ਜੀ ਬਹੁਤ ਸੋਹਣੀਆਂ ਪਿਕਚਰਸ ਬਣੀਆਂ ਹੋਈਆਂ ਨੇ ਫੂਡ ਦੇ ਉੱਤੇ, ਬੈਗ ਦੇ ਉੱਤੇ, ਪਰ ਖੋਲ ਕੇ ਬੈਗ ਦੇਖੋ ਸਾਰੇ ਬਰਾਊਨ ਰੰਗ ਦੀਆਂ ਗੋਲੀਆਂ ਨੇ ਅੰਦਰ। ਕਦੀ ਉਹ ਦੇਖਿਆ ਜੀ ਤੁਸੀਂ ਪਹਿਲਾਂ TV ਜਿਹੜੇ ਬਾਕਸ ਦੇ ਉੱਤੇ ਬਾਹਰ ਬਣਿਆ ਤੇ ਬਾਕਸ ਖੋਲੋ ਤਾਂ TV ਨਿਕਲਣਾ ਚਾਹੀਦਾ ਅੰਦਰੋਂ, ਕੁਛ ਨਾ ਕੁਛ ਇਹੋ ਜਿਹੀ ਚੀਜ਼ ਜਿਹੜਾ ਬਾਕਸ ਦੇ ਫੋਟੋ ਉਹੋ ਜਿਹੀ ਚੀਜ਼ ਤਾਂ ਹੋਵੇ ਪਰ ਹੁੰਦਾ ਨਹੀਂ ਕਦੀ, ਕਿਉਂਕਿ ਉਹਦੇ ਵਿੱਚ ਇਹ ਚੀਜ਼ਾਂ ਹੁੰਦੀਆਂ ਹੀ ਨਹੀਂ। ਉਹ ਮਿਨੀਮਮ ਸਟੈਂਡਰਡ ਰੱਖਿਆ ਹੁੰਦਾ ਜੀ। ਦੂਜੀ ਗੱਲ ਹੈ ਜੀ ਉਹ ਇੰਨੇ ਹਾਈ ਪ੍ਰੈਸ਼ਰ ਦੇ ਉੱਤੇ ਉਹਨੂੰ ਕੁੱਕ ਕਰਦੇ ਆ ਫੂਡ ਨੂੰ ਸਾਰੇ ਨੂੰ ਹੀ ਮਿਕਸ ਕਰਕੇ, ਕਿਉਂਕਿ ਉਹਨਾਂ ਨੇ ਸ਼ੈਲਫ ਲਾਈਫ ਬਣਾਉਣੀ ਹੁੰਦੀ ਹੈ 2 ਜਾਂ 3 ਸਾਲ ਦੀ, ਤਾਂ ਕਿ ਉਹ ਸ਼ੈਲਫ ਦੇ ਉੱਤੇ 2-3 ਸਾਲ ਕੱਢ ਸਕੇ ਐਕਸਪਾਇਰੀ ਡੇਟ ਕਰਕੇ। ਤੇ ਜਿਹੜੇ ਮਾੜੇ ਮੋਟੇ ਨਿਊਟ੍ਰੀਐਂਟਸ ਵਿੱਚ ਹੁੰਦੇ ਨੇ ਜੀ ਉਹ ਵੀ ਮਾਰ ਦਿੰਦੇ ਆ। ਜਿਹੜਾ ਤੱਤ ਹੈਗਾ ਕੋਈ ਰਹਿੰਦਾ ਵੀ ਹੁੰਦਾ, ਡਾਈਸ ਜ਼ਿਆਦਾ ਪਾਉਂਦੇ ਨੇ, ਫਿਲਰ ਜ਼ਿਆਦੇ ਨੇ। ਇਸ ਕਰਕੇ ਮੈਂ ਹਮੇਸ਼ਾ ਤੋਂ ਹੀ ਜੀ ਰॉ ਫੂਡ ਦਾ ਰਿਹਾ ਪ੍ਰਮੋਟਰ, ਕਿਉਂਕਿ ਰॉ ਫੂਡ ਜਿਹੜਾ ਬੁੱਚਰ ਤੋਂ ਲੈ ਕੇ ਆਉਣਾ ਜਾਂ ਰॉ ਡੌਗ ਫੂਡ ਤੁਸੀਂ ਆਪ ਲੈ ਕੇ ਆਉਣਾ ਤਾਂ ਘੱਟੋ ਘੱਟ ਤੁਹਾਨੂੰ ਪਤਾ ਨਾ ਵੀ ਉਹਦੇ ਵਿੱਚ ਪ੍ਰੋਟੀਨ ਤੇ ਉਹਦੇ ਵਿੱਚ ਓਮੇਗਾ 3 ਜਾਂ ਕੁਛ ਇਹੋ ਜਿਹਾ ਪਾਓ। ਮੈਂ ਲੱਗਿਆ ਹੋਇਆ ਜੀ ਬਹੁਤ ਪਿਛਲੇ 1.5-2 ਸਾਲ ਤੋਂ ਇਸ ਕੰਮ 'ਚ। ਮੈਂ ਬਹੁਤ ਵਿਸ਼ਵਾਸ ਕਰਦਾ ਦੇਸੀ ਚੀਜ਼ਾਂ ਜਿਹੜੀਆਂ ਘਰੇ ਕਿਚਨ ਦੇ ਵਿੱਚ ਆਪਣੇ ਹੁੰਦੀਆਂ, ਸੌਂਫ ਆ, ਹਲਦੀ ਆ, ਜਵੈਣ, ਇਹੋ ਜਿਹੀ ਚੀਜ਼ਾਂ 20 ਇਨਗਰੀਡੀਐਂਟਸ ਅਸੀਂ ਇਕੱਠੇ ਕੀਤੇ, ਉਹਨਾਂ ਦਾ ਕਿਸੇ ਤਰ੍ਹਾਂ ਨਾ ਪਾਊਡਰ ਮਿਕਸਚਰ ਇੱਕ ਕੋਈ ਬਣਾਇਆ ਜਾਵੇ ਜਿਹੜਾ, ਤਾਂ ਕਿ ਆਪਾਂ ਫੂਡ ਕੋਈ ਵੀ ਪਾਓ ਉਹਦੇ ਵਿੱਚ ਇੱਕ ਸਕੂਪ ਪਾ ਦਿਆ ਕਰੀਏ ਤੇ ਉਹ ਸਾਰੇ ਆਪਣੇ ਓਮੇਗਾ 3 ਫੈਟੀ ਐਸਿਡਸ ਵਗੈਰਾ ਪੂਰੇ ਕਰ ਦੇਣ, ਤਾਂ ਕਿ ਡੌਗ ਦੀ ਲਾਈਫ ਤੇ ਜੁਆਇੰਟ ਹੈਲਥ ਵਧੀਆ ਰਹੇ। ਉਹਦੇ ਤੇ ਕੰਮ ਚੱਲ ਰਿਹਾ ਜੀ, ਮਾਲਕ ਨੇ ਕਿਰਪਾ ਕੀਤੀ ਤੇ ਛੇਤੀ ਸ਼ਾਇਦ ਰਿਜ਼ਲਟ ਕੋਈ ਨਾ ਕੋਈ ਆ ਜਾਏਗਾ। ਕੋਈ ਨਾ ਕੋਈ ਆਪਾਂ ਦੇਸੀ ਚੀਜ਼ਾਂ ਬਣਾ ਕੇ ਇਕੱਠੀਆਂ ਕਰਕੇ ਤੇ ਲਾਵਾਂਗੇ ਜੀ। ਸੋ ਮੈਂ ਇਸ ਕਰਕੇ ਰॉ ਦਾ ਹਮਾਇਤੀ ਹਾਂ ਜੀ, ਸ਼ੁਰੂ ਤੋਂ ਪ੍ਰਮੋਟਰ ਹੈ ਤੇ ਤੁਹਾਡੀਆਂ ਅੱਖਾਂ ਦੇ ਸਾਹਮਣੇ
75% ਜਿਹੜਾ ਰॉ ਡੌਗ ਫੂਡ ਹੈ ਜੀ ਉਹ ਅਬਜ਼ੌਰਬ ਹੋ ਜਾਂਦਾ ਜਾਂ ਕਹਿ ਲਓ ਡਾਈਜੈਸਟ ਹੋ ਜਾਂਦਾ, ਹਜ਼ਮ ਹੋ ਜਾਂਦਾ, ਤੇ 25% ਪੂਪ ਕਰਦਾ ਡੌਗ। ਉਹਦੇ ਵਿੱਚੋਂ ਸਮੈਲ ਨਹੀਂ ਆਉਂਦੀ, ਪੂਪ ਸਖਤ ਹੁੰਦੀ ਹੈ। ਤੁਸੀਂ ਡਿਫਰੈਂਸ ਆਪ ਹੀ ਦੇਖੋਗੇ, ਪਾ ਕੇ ਦੇਖਣ ਲੱਗ ਜਾਓ। ਜੇ 15 ਦਿਨ ਦੇ ਵਿੱਚ ਕੁੱਤੇ ਦੇ ਵਿੱਚ ਸ਼ਾਈਨ ਨਾ ਆ ਜਾਵੇ, ਕੁੱਤਾ ਅੱਗੇ ਨਾਲੋਂ ਐਕਟਿਵ ਨਾ ਹੋਵੇ, ਉਹਦੇ ਮੂੰਹ ਚੋਂ ਸਮੈਲ ਚਲੀ ਜਾਵੇ, ਤਾਂ ਇਹਦਾ ਮਤਲਬ ਤੁਸੀਂ ਚੰਗਾ ਕੰਮ ਕਰ ਰਹੇ ਹੋ ਤੇ ਤੁਹਾਡੀ ਡਾਈਟ ਫਿੱਟ ਹੈ। ਬਿਲਕੁਲ ਜੀ। ਇਹ ਦੋਨੇ ਹੀ ਤਜਰਬੇ ਆਪਾਂ ਕਰਕੇ ਵੇਖੇ, ਪਹਿਲੇ ਮਾਂਬੇ ਤੇ ਹੁਣ ਇਹਦੇ ਤੇ ਹੰਚੋ ਤੇ। ਮਾਂਬੇ ਦੇ ਜਾਣ ਤੋਂ ਬਾਅਦ ਉਹਦੀ ਸਡਨ ਜਾਂ ਡੈਥ ਹੋਈ, ਮੇਰੇ ਮਨ 'ਚ ਆ ਗਿਆ ਵੀ ਕਿਤੇ ਯਾਰ ਇਹ ਰਾ ਫੂਡ ਨੇ ਇਹਦੀਆਂ ਆਰਟਰੀਜ਼ ਨਾ ਬਲੌਕ ਕਰਤੀਆਂ ਹੋਣ। ਤੇ ਇਸ ਨੂੰ ਪਹਿਲੇ 3 ਮਹੀਨੇ ਆਪਾਂ ਕੇਬਲ ਫੂਡ ਪਾਇਆ, ਡੌਗ ਜਵਾਨ ਹੀ ਨਹੀਂ ਹੋਇਆ, ਮਤਲਬ ਥੱਕਣ ਪਹਿਲੇ 3 ਮਹੀਨੇ 'ਚ। ਫਿਰ ਇਹਦਾ ਰਾ ਫੂਡ ਸ਼ੁਰੂ ਕੀਤਾ, ਫਿਰ ਤਰੱਕੀ 'ਚ ਆਇਆ। ਪਰ ਫਿਰ ਵੀ ਮੈਨੂੰ ਇਉਂ ਲੱਗਿਆ ਵੀ ਜਿਹੜੇ ਮੈਂ 3 ਮਹੀਨੇ ਉਹ ਮਿਸ ਕੀਤੇ, ਉਹਦੇ 'ਚ ਤਕੜਾ ਨਹੀਂ ਹੋ ਸਕਿਆ। ਜਿਵੇਂ ਮਤਲਬ ਮਾਂਬਾ ਕਾਇਮ ਸੀ ਪੂਰਾ, ਇਹ ਹੋ ਨਹੀਂ ਸਕਿਆ ਮੇਰੇ ਇਹ ਮਨ ਦੇ ਵਿੱਚ। ਤੁਹਾਡੀ ਜਿਹੜੀ ਗੱਲ ਉਹ ਸਹੀ ਆ ਬਿਲਕੁਲ ਬਿੱਕੀ। ਜਿਹੜੀਆਂ ਦੇਸੀ ਚੀਜ਼ਾਂ ਤੁਸੀਂ ਦੱਸਦੇ ਹੋ ਉਹ ਬਹੁਤ ਫਾਇਦੇ ਵਾਲੀਆਂ। ਵਪਾਰਕ ਸੰਦੇਸ਼ ਲੈ ਲਈਏ, 1-2 ਕਾਲਰ ਵੀ ਨੇ ਕੋਈ ਗੱਲਬਾਤ ਤੁਹਾਡੇ ਨਾਲ ਕਰਨੀ ਚਾਹੁੰਦੇ ਨੇ, ਉਹਨਾਂ ਦੀਆਂ ਵੀ ਕਾਲਸ ਲੈਂਦੇ ਆ ਤੇ ਫਿਰ ਇਹਨੂੰ 10 ਮਿੰਟਾਂ 'ਚ ਆਪਾਂ ਸਮ ਅਪ ਕਰਦੇ ਹਾਂ। ਵਪਾਰਕ ਸੰਦੇਸ਼ਾਂ ਤੋਂ ਬਾਅਦ ਸਰਦਾਰ ਕੁਲਦੀਪ ਸਿੰਘ ਤੱਕਰ, ਉੱਘੇ ਡੌਗ ਬਰੀਡਰ, ਜਿਨ੍ਹਾਂ ਦਾ ਨਾਂ ਹੈ ਸਾਡਾ ਭਾਈਚਾਰੇ ਦਾ ਮਾਣ, ਉਹ ਪਹਿਲੇ ਬਰੀਡਰ ਨੇ ਜਿਨ੍ਹਾਂ ਨੇ ਲਾਅ ਐਨਫੋਰਸਮੈਂਟ ਦੇ ਡੌਗ ਟ੍ਰੇਨਡ ਕੀਤੇ ਨੇ। ਇੱਥੇ ਵੀ ਭਾਰਤ 'ਚ ਵੀ ਹੁਣ ਕਰਕੇ ਆਏ ਨੇ, ਉੱਥੇ ਦੱਸਿਆ ਇਸ ਤਰ੍ਹਾਂ ਡੌਗ ਟ੍ਰੇਨਡ ਹੁੰਦੇ ਨੇ ਤੇ ਰਿਜ਼ਲਟਸ ਉਹਨਾਂ ਡੌਗਸ ਨੇ ਦਿੱਤੇ 15 ਦਿਨਾਂ 'ਚ, 20 ਦਿਨਾਂ 'ਚ। ਉਹ ਬਹੁਤ ਵੱਡਾ ਉਹ ਕੰਮ ਕਰਕੇ। ਪਰ ਇੱਥੇ ਉਹਨਾਂ ਦੀ ਜਿਹੜੀ ਐਬਸੈਂਸ ਸੀ ਜਿਹੜੀ ਉਹ ਬਹੁਤ ਰੜਕਦੀ ਸੀ, ਲੋਕ ਇੱਥੇ ਔਖੇ ਹੋ ਗਏ। ਚਲੋ COVID-19 ਹੋ ਗਿਆ, ਇੱਥੇ ਆ ਗਏ। ਮੈਂ ਕਿਹਾ ਬਾਈ ਜੀ ਹੁਣ ਤੁਸੀਂ ਜਾਓ ਨਾ, ਇੱਥੇ ਰਹੋ। ਲੋਕਾਂ ਦੇ ਸਵਾਲ ਵੀ ਲੈਣੇ ਆ ਜੀ, ਆਪਾਂ ਹੋਲਡ ਕਰਿਓ। ਜਵਾਬ ਮੈਂ ਤੱਕ ਲੈਣਾ 5-7 ਮਿੰਟ ਪਲੀਜ਼। ਜਵਾਬ ਜਿਹੜੇ ਸਵਾਲ ਨੇ ਸੰਖੇਪ ਰੱਖਿਓ। ਜੇ ਤੁਹਾਡਾ ਸਵਾਲ ਪੁੱਛ ਲਿਆ ਤਾਂ ਫਿਰ ਪਲੀਜ਼ ਫੋਨ ਨਾ ਕਰੋ। ਸ਼ਾਹ ਹਾਕਮ ਸਿੰਘ, ਲਾਈਨ ਨੰਬਰ 3। ਨਾ ਬਈ ਸਾਡੇ ਗੁਆਂਢ ਕੁੱਤੇ ਆ, ਰੋਂਦੇ ਆ ਤੜਕੇ ਤੋਂ 5 ਵਜੇ ਤੋਂ ਲੈ ਕੇ ਰੋਣ ਲੱਗ ਜਾਂਦੇ ਆ। ਤੇ ਰੈਂਟਲ ਪ੍ਰਾਪਰਟੀ ਆ, ਆਪ ਉਹ ਸੁਣਦਾ ਨਹੀਂ ਇੱਥੇ। ਤੇ ਉਹ ਰੌਣ ਦਾ ਕਾਰਨ ਕੀ ਆ ਉਹਨਾਂ ਦਾ, ਤੇ ਉਹਦਾ ਕੋਈ ਹੈ? ਮੈਂ ਪੁੱਛਦਾ ਜੀ। ਇਸ ਤਰ੍ਹਾਂ ਦਾ ਹੀ ਇੱਕ ਹੋਰ ਸਵਾਲ ਆਇਆ ਜੀ, ਕੋਈ ਰੈਂਟਲ ਡੌਗ ਰੱਖੇ ਹੋਏ ਨੇ ਤੇ ਉਹ ਡੌਗ ਸਾਰੀ ਰਾਤ ਰੋਂਦੇ ਰਹਿੰਦੇ ਆ। ਤੱਕਰ ਸਾਹਿਬ ਕੀ ਕਾਰਨ ਹੋ ਸਕਦਾ? ਗਿੱਲ ਸਾਹਿਬ, ਪ੍ਰੋਪਰ ਕੇਅਰ ਤੇ ਅਟੈਂਸ਼ਨ ਨਾ ਦੇਣੀ ਡੌਗ ਨੂੰ ਜੀ, ਇਹ ਕਾਰਨ ਅਟੈਂਸ਼ਨ ਭਾਲਦੇ ਨੇ ਮਾਲਕਾਂ ਦੀ। ਹੋ ਸਕਦਾ ਜਿਹੜੇ ਰੈਂਟਲ ਪ੍ਰਾਪਰਟੀ ਵਾਲੇ, ਮੈਨੂੰ ਹਾਲਾਤ ਨਹੀਂ ਪਤਾ, ਪਰ ਦੇਖ ਕੇ ਪ੍ਰਾਪਰਟੀ ਤੋਂ ਤੁਹਾਨੂੰ ਪਤਾ ਲੱਗ ਜਾਣਾ ਜਿੱਥੇ ਡਰੱਗ ਐਡਿਕਟ ਤੇ ਹੋਮਲੈਸ ਜੇ ਬੰਦੇ ਰਹਿੰਦੇ ਨੇ ਉੱਥੇ। ਦੈਟ ਮੀਨਸ ਉਹ ਆਪ ਓਵਰਡੋਜ਼ ਹੋ ਕੇ ਤੇ ਪੈ ਜਾਂਦੇ ਆ ਤੇ ਕੁੱਤਿਆਂ ਦਾ ਖਿਆਲ ਨਹੀਂ ਕਰਦੇ। ਕੁੱਤੇ ਨੇ ਬਾਥਰੂਮ ਵੀ ਜਾਣਾ ਹੋ ਸਕਦਾ, ਕੁੱਤੇ ਨੇ ਟੱਟੀ ਵੀ ਕਰਨੀ ਹੋ ਸਕਦੀ, ਉਹ ਤਾਂ ਵੀ ਰੌਲਾ ਪਾਉਂਦਾ ਅਰਲੀ ਮਾਰਨਿੰਗ ਤੇ ਮੈਨੂੰ ਬਾਹਰ ਕੱਢੋ, ਹੁਣ ਮੈਨੂੰ 10-11 ਘੰਟੇ ਅੰਦਰ ਹੋ ਗਏ। ਤੇ ਹੋ ਸਕਦਾ ਪ੍ਰੋਪਰ ਉਹਨਾਂ ਦੀ ਕੇਅਰ ਨਾ ਕੀਤੀ ਜਾਂਦੀ ਹੋਵੇ ਜਾਂ ਫੂਡ ਨਾ ਪਾਇਆ ਜਾਂਦਾ ਹੋਵੇ। ਤੁਸੀਂ 2 ਕੰਮ ਕਰ ਸਕਦੇ ਹੋ, ਰੈਂਟਲ ਪ੍ਰਾਪਰਟੀ ਦੇ ਹਾਲਾਤ ਵੇਖ ਕੇ ਬਾਇਲਾ ਆਫਿਸਰਸ ਨੂੰ ਫੋਨ ਕਰ ਸਕਦੇ ਹੋ ਵੀ ਇੱਥੇ ਆਹ ਚੱਲ ਰਿਹਾ ਜੀ, ਕੁੱਤੇ ਸਾਰੀ ਰਾਤ ਰੋਂਦੇ ਆ, ਸਾਨੂੰ ਨਿਊਸੈਂਸ ਤੇ ਡਿਸਟਰਬੈਂਸ ਹੈ, ਇਹਨਾਂ ਦਾ ਆ ਕੇ ਹੱਲ ਕਰੋ। ਤੇ ਉਹ ਆ ਕੇ ਦੇਖ ਕੇ ਜਾਣਗੇ। ਜੇ ਤਾਂ ਕੁੱਤੇ ਚੰਗੀ ਹੈਲਥ ਦੇ ਵਿੱਚ ਹੋਏ ਤਾਂ ਫਿਰ ਠੀਕ ਹੈ, ਜਾਂ ਉਹਨਾਂ ਨੂੰ ਇੰਸਟਰਕਸ਼ਨਸ ਦੇ ਕੇ ਜਾਣਗੇ। ਨਾ ਹੋਇਆ ਜੇ ਕੁੱਤੇ ਮਾੜੀ ਹਾਲਾਤ 'ਚ ਹੋਏ ਤੇ ਉਹਨਾਂ ਦੇ ਘਰ ਦੇ ਹਾਲਾਤ ਨਾ ਹੋਏ ਕੁੱਤਾ ਰੱਖਣ ਵਾਲੇ, ਤੇ ਕੁੱਤਾ ਰਿਮੂਵ ਕਰ ਦਿੰਦੇ ਨੇ ਉਹ। ਸਰ ਜਗਮੇਲ ਸਿੰਘ ਜੀ, ਲਾਈਨ ਨੰਬਰ 4। ਹਾਂਜੀ ਸਿੰਘ ਸਾਹਿਬ ਜੀ ਤੇ ਟੱਕਰ ਸਾਹਿਬ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ। ਫਤਿਹ ਜੀ। ਮੇਰੀ ਆਵਾਜ਼ ਨਹੀਂ ਆਈ? ਫਤਿਹ ਜੀ। ਹਾਂਜੀ ਸੁਣ ਰਹੇ ਹਾਂ। ਮੇਰੀ ਆਵਾਜ਼ ਨਹੀਂ ਆ ਰਹੀ ਤੁਹਾਡੇ ਕੋਲ? ਨਹੀਂ ਆ ਰਹੀ ਹੈ ਜੀ, ਸੁਣ ਰਹੇ ਹਾਂ ਜੀ, ਸੁਣ ਰਹੇ ਹਾਂ ਜੀ, ਸੁਣ ਰਹੇ ਹਾਂ। ਅੱਛਾ ਫਿਰ ਠੀਕ ਹੈ। ਤੇ ਮੇਰਾ ਸਵਾਲ ਇਹ ਹੈ, ਸਾਡੇ ਕੋਲ ਹੈ ਜਰਮਨ ਸ਼ੈਫਰਡ। ਖੈਰ ਇਹਦੇ ਘੁੰਮਣ ਫਿਰਨ ਨੂੰ ਤਾਂ 20 ਕਿੱਲੇ ਦਾ ਫਾਰਮ ਆਪਣਾ ਹੈਗਾ ਇੱਥੇ, ਤੇ ਇਹਨੂੰ ਕਿਹੜੀ ਚੀਜ਼ ਜਿਹੜੀ ਹੈ ਉਹ ਨਹੀਂ ਖਾਣ ਨੂੰ ਪਾਉਣੀ, ਉਹ ਜ਼ਰਾ ਦੱਸਿਓ। ਕਿਉਂਕਿ ਕਈ ਵਾਰੀ ਅਸੀਂ ਕੀ ਕਰਦੇ ਹਾਂ, ਦੁੱਧ ਵੀ ਪਾ ਦਿੰਦੇ ਹਾਂ ਤੇ ਕਦੇ ਕੋਈ ਰੋਟੀ ਰਾਟੀ ਵੀ, ਪਰ ਹੁਣ ਦੁੱਧ ਅੱਜ ਕੱਲ੍ਹ ਨਹੀਂ ਉਹਨੂੰ ਪਾਉਂਦੇ, ਪਰ ਉਹਦੀ ਜਿਹੜੀ ਫੂਡ ਹੈ ਬਕਾਇਦਾ ਉਸ ਨੂੰ ਦਿੰਦੇ ਆ। ਇਹ ਦੱਸਿਓ ਜ਼ਰਾ। ਥੈਂਕ ਯੂ। ਠੀਕ ਹੈ ਜੀ, ਹੁਣੇ ਪੁੱਛਦਾ ਜੀ। ਸਰ ਤਜਿੰਦਰ ਸਿੰਘ ਜੀ, ਨੰਬਰ 5। ਹੈਲੋ, ਸਤਿ ਸ਼੍ਰੀ ਅਕਾਲ ਗਿੱਲ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਮੇਰਾ ਕੁਐਸਚਨ ਇਹ ਆ ਭਾਈ ਤੱਖਰ ਨੂੰ ਵੀ ਮੈਂ ਜਰਮਨ ਸ਼ੈਫਰਡ ਕੁੱਤਾ ਲਿਆ ਸੀਗਾ ਆਪਣੇ ਭਾਈਆਂ ਤੋਂ ਨੰਬਰ 10 ਤੋਂ,
ਪਰ ਉਹ 6 ਮਹੀਨੇ ਬਾਅਦ ਜਿੱਦਾਂ ਲੰਗ ਮਾਰਨ ਲੱਗ ਗਿਆ, ਉਹਦੀ ਮੈਂ ਸਾਰੀ ਚੈੱਕਅਪ ਤਿੰਨ ਚਾਰ ਡਾਕਟਰਾਂ ਤੋਂ ਕਰਾਈ, ਸਪੈਸ਼ਲਿਸਟ ਤੋਂ ਕਰਾਈ, ਤੇ ਉਹ ਕਹਿੰਦੇ ਵੀ ਇਹਦੇ ਮਾਂ-ਬਾਪ ਦੀ ਪ੍ਰੋਬਲਮ ਸੀਗੀ, ਤੇ ਇੱਕ ਪੁੱਤਾ ਮੈਂ ਹੋਰ ਉਹਦਾ ਭਰਾ ਵੀ ਕਿਸੇ ਨੂੰ ਦਵਾਇਆ, ਉਹਦੇ ਵੀ ਸੇਮ ਪ੍ਰੋਬਲਮ ਸੀਗੀ। ਸਾਰਾ ਕੁਛ ਹੋ ਗਿਆ, ਮੈਂ ਬਰੀਡਰ ਨੂੰ ਫੋਨ ਕੀਤਾ, ਮੈਂ ਪੈਸੇ ਦੇ ਬਾਈ ਕੁੱਤਾ ਬੈਗ ਲੈ ਜਾਓ, ਕਹਿੰਦਾ ਨਹੀਂ ਹੋਰ ਲੈ ਜਾਓ। ਮੈਂ ਕਿਹਾ ਲੋ, ਮੈਂ ਹੁਣ ਗਾਂ ਕੀ ਕਰ ਸਕਦਾ, ਰਿਸਪੌਂਸਿਬਿਲਿਟੀ ਬਰੀਡਰ ਦੀ ਆ ਜਾਂ ਸਾਡੀ ਆ, ਕੀ ਕਰ ਸਕਦੇ ਆ, ਇਹਦਾ ਹੱਲ ਕੀ ਹੈਗਾ? ਇਹ ਬਰੀਡ ਕਿਹੜੀ ਆ? ਬਰੀਡ ਕਿਹੜੀ ਆ? ਰੌਟਵੈਲਰ ਆਈ, ਰੌਟਵੈਲਰ। ਓਕੇ, ਪੁੱਛਦੇ ਆ ਜੀ। 6 ਮਹੀਨੇ ਦਾ ਸਵਾਲ ਲੈ ਲਈਏ। ਰੁਪਿੰਦਰ ਕੌਰ ਜੀ, ਲਾਈਨ ਨੰਬਰ 3। ਹਾਂਜੀ, ਮੇਰਾ ਨਾਮ ਰੁਪਿੰਦਰ ਹੈ। ਮੈਂ ਪੁੱਛਣਾ ਸੀਗਾ, ਮੇਰੇ ਕੋਲ ਈਗਲ ਆ, 3 ਸਾਲ ਦੀ ਏਜ ਹੈਗੀ ਆ, ਤੇ ਉਹਦੀ ਜਿੱਦਾਂ ਇਹ ਕਹਿੰਦੇ ਨਾ ਕਿ ਮੂੰਹ ਚ ਸਮੈਲ ਆਉਣੀ, ਜਾਂ ਜੇ ਕੁੱਤਾ ਖਾਜ ਕਰਦਾ ਆ ਬੋਡੀ ਤੇ ਜਾਂ ਆਪਣੀ ਚਿਊ ਕਰੀ ਜਾਂਦਾ ਟੇਲ ਨੂੰ, ਤੇ ਉਹ ਹੈਲਥ ਇਸ਼ੂਜ਼ ਹੁੰਦੇ ਆ। ਉਹਦੇ ਬਾਰੇ ਮੇਰਾ ਕੁਐਸਚਨ ਸੀਗਾ। ਮੈਂ ਡੈਂਟਲ ਚੈੱਕਅਪ ਲਈ ਵੀ ਵੈਟ ਕੋਲ ਲੈ ਕੇ ਗਈ ਸੀ, ਹੀ ਸੈਡ ਨੋ ਪ੍ਰੋਬਲਮ ਵਿਦ ਹਿਸ ਟੀਥ ਔਰ ਐਨੀਥਿੰਗ। ਤੇ ਫਿਰ ਉਸ ਤੋਂ ਬਾਅਦ ਉਹਦਾ ਜਿਹੜਾ ਫੂਡ ਆ ਉਹ ਗ੍ਰੇਨ ਫ੍ਰੀ, ਮੈਂ ਪੈਟ ਸਮਾਰਟ ਤੋਂ ਜਿਹੜਾ ਬ੍ਰਾਂਡ ਹੈਗਾ ਅਥੋਰਿਟੀ, ਉਹਦਾ ਫੂਡ ਮੈਂ ਦਿੰਦੀ ਹਾਂ ਉਹਨੂੰ, ਤੇ ਸਾਰਾ ਕੁਛ ਸਹੀ ਚਾਹੀਦਾ, ਪਰ ਫਿਰ ਵੀ ਉਹਨੂੰ ਪ੍ਰੋਪਰ ਉਹਦਾ ਬਾਥ ਵਗੈਰਾ ਵੀ ਪੈਟ ਸਮਾਰਟ ਤੇ ਉਹਦੀ ਅਪੁਆਇੰਟਮੈਂਟ ਬਣਾ ਕੇ ਹਰ ਮਹੀਨੇ। ਬਰੀਡ ਕਿਹੜੀ ਆ ਜੀ? ਬਰੀਡ ਕਿਹੜੀ ਆ ਜੀ ਰੁਪਿੰਦਰ ਕੌਰ ਜੀ? ਹਾਂਜੀ, ਬੀਗਲ। ਅੱਛਾ ਜੀ, ਹੁਣੇ ਪੁੱਛਦਾ ਜੀ, ਹੁਣੇ ਪੁੱਛ। ਥੈਂਕ ਯੂ ਜੀ, ਥੈਂਕ ਯੂ। ਅੱਛਾ ਤੱਕਰ ਸਾਹਿਬ, ਸਵਾਲ ਖਾਣ ਪੀਣ ਤੇ ਹੀ ਨੇ। ਖਾਲਸਾ ਜੀ ਨੇ ਵੀ ਪੁੱਛਿਆ। 3 ਸਵਾਲ ਨੇ। ਹਾਂਜੀ, ਮੈਂ ਕੁਇਕਲੀ ਰੈਪ ਅਪ ਕਰਦਾ ਜੀ, 3 ਹੀ ਸਵਾਲ ਜੀ। ਪਹਿਲਾ, ਸਰਦਾਰ ਸਾਹਿਬ ਦਾ ਦੁੱਧ ਪਾਉਨੇ ਆ ਅਸੀਂ, ਤੇ ਬਹੁਤ ਵਧੀਆ ਰੱਖਿਆ, 20 ਏਕੜ ਦਾ ਫਾਰਮ ਆ, ਬੜੀ ਖੁਸ਼ੀ ਆ ਜੀ। ਕੁੱਤੇ ਨੂੰ ਇੰਨਾ ਖੁੱਲਾ ਥਾਂ ਦਿੱਤਾ ਹੈ ਤੁਸੀਂ ਘੁੰਮਣ ਫਿਰਨ ਲਈ ਜਾਂ ਨੱਚਣ ਟੱਪਣ ਲਈ, ਜੋ ਵੀ ਹੈ ਬਹੁਤ ਵਧੀਆ ਗੱਲ ਹੈ। ਚੰਗਾ ਫੂਡ ਪਾਉਨੇ ਆ, ਬਹੁਤ ਖੁਸ਼ੀ ਹੁੰਦੀ ਹੈ ਇਹੋ ਜਿਹੇ ਮਾਲਕਾਂ ਨੂੰ ਵੇਖ ਕੇ। ਦੁੱਧ ਇੱਥੇ ਆਪਾਂ ਕੈਨੇਡਾ 'ਚ ਇੱਕ ਬਹੁਤ ਵੱਡਾ ਕਾਰਨ ਹੈ ਜੀ, ਨਹੀਂ ਪਾਉਂਦੇ, ਕਿਉਂਕਿ ਇੱਥੇ ਪ੍ਰਜ਼ਰਵੇਟਿਵ ਨੇ ਪਾਏ ਹੋਏ ਦੁੱਧ ਦੇ ਵਿੱਚ, ਤਾਂ ਕਿ ਉਹਦੀ ਸ਼ੈਲਫ ਲਾਈਫ ਵਧਾਈ ਜਾ ਸਕੇ। ਇਹ ਆਪਣਾ ਇੰਡੀਆ ਵਾਲਾ ਚੁਆਵਾਂ ਦੁੱਧ ਨਹੀਂ ਹੈ। ਮੈਂ ਦੁੱਧ ਪਾਉਣ ਦੇ ਹੱਕ ਵਿੱਚ ਆ ਜੀ, ਪਰ ਕੈਨੇਡੀਅਨ ਦੁੱਧ ਪਾਉਣ ਦੇ ਹੱਕ 'ਚ ਨਹੀਂ, ਕਿਉਂਕਿ ਇਹ ਦੁੱਧ ਸ਼ੈਲਫ ਲਾਈਫ ਵਧਾਉਣ ਲਈ ਇਹਦੇ ਵਿੱਚ ਕੈਮੀਕਲ ਪਾਏ ਜਾਂਦੇ ਆ, ਤੇ ਉਹ ਕੁੱਤੇ ਲਈ ਨੁਕਸਾਨਦੇਹ ਨੇ। ਦੁੱਧ ਦੀ ਜਗ੍ਹਾ ਤੇ ਜੇ ਆਪਾਂ ਘਰ ਦਾ ਜਮਾਇਆ ਹੋਇਆ ਦਹੀਂ ਪਾ ਦਈਏ ਦੁਪਹਿਰ ਨੂੰ, ਸਪੈਸ਼ਲੀ ਗਰਮੀਆਂ ਦੇ ਵਿੱਚ, ਗਰਮੀ ਸਮਰ ਮੰਥ ਦੇ ਵਿੱਚ ਦਹੀਂ ਪਾਓ ਕੁੱਤੇ ਨੂੰ ਦੁਪਹਿਰੇ, ਕਿਉਂਕਿ ਆਪਾਂ ਪਿੱਛੇ ਗੱਲ ਕਰਕੇ ਪ੍ਰੀਬਾਇਓਟਿਕਸ ਜਾਂ ਪ੍ਰੋਬਾਇਓਟਿਕਸ ਆਪਾਂ ਨੂੰ ਚਾਹੀਦੇ ਨੇ ਕੁੱਤੇ ਦੇ ਗੱਟ ਦੇ ਵਿੱਚ, ਅੰਦਰ ਸਿਸਟਮ ਦੇ ਵਿੱਚ ਜਾਣ ਲਈ, ਹੈਲਦੀ ਰੱਖਣ ਲਈ ਸਟਮਕ। ਪ੍ਰੋਬਾਇਓਟਿਕਸ ਜ਼ਰੂਰੀ ਨੇ, ਉਹ ਦਹੀਂ ਚੋਂ ਮਿਲਦੇ ਆ, ਉਹ ਪਾਇਆ ਜਾ ਸਕਦਾ। ਰਿਪਲੇਸ ਕਰ ਦੋ ਦੁੱਧ ਦੀ ਥਾਂ ਤੇ ਦਹੀਂ ਪਾਉਣ ਲੱਗ ਜਾਓ, ਫੂਡ ਵਧੀਆ ਪਾਓ। ਤੇ ਦੂਜਾ ਸਵਾਲ ਸੀ ਜੀ ਬਰੀਡਰ ਬਾਰੇ, ਰੌਟਵਾਇਲਰ ਜੀ ਦੇ ਹਿੱਪ। ਦੇਖੋ ਜੀ, ਜੇ ਤਾਂ ਤੁਹਾਡੇ ਕੋਲੇ ਕੰਟਰੈਕਟ ਹੈ ਜਾਂ ਕੋਈ ਪੇਪਰ ਹੈ ਉਹਨਾਂ ਤੋਂ ਲਿਆ ਹੋਇਆ, ਫਿਰ ਤਾਂ ਤੁਸੀਂ ਉਹਨਾਂ ਨੂੰ ਕੁਛ ਨਾ ਕੁਛ ਕਰ ਸਕਦੇ ਹੋ। ਪਰ ਜੇ ਤੁਹਾਡਾ ਕੰਟਰੈਕਟ ਕੋਈ ਨਹੀਂ, ਜ਼ੁਬਾਨੀ ਕਲਾਮੀ ਗੱਲ ਹੈ, ਤੁਸੀਂ ਕੈਸ਼ ਦੇ ਉੱਤੇ ਹੀ ਪੱਪੀ ਚੱਕ ਲਿਆਂਦਾ ਜੀ, ਉਹਦੇ ਵਿੱਚ ਤੁਸੀਂ ਤਾਂ ਬਰੀਡਰ ਹੀ ਆਪਸ ਵਿੱਚ ਹੀ ਕੁਛ ਨਾ ਕੁਛ ਸਮਝੌਤਾ ਕਰੋ। ਉੱਥੇ ਹੀ ਗੱਲ ਆ ਜਾਂਦੀ ਜੀ। ਇੰਨੇ ਸਾਲ ਅਸੀਂ ਇਸੇ ਕਰਕੇ ਕੋਈ ਕੰਮ ਮੈਂ ਹੀ 100% ਨਹੀਂ ਕੀਤਾ, ਜਦੋਂ ਤੱਕ ਮੈਨੂੰ 100% ਚੰਗੀਆਂ ਬਲੱਡ ਲਾਈਨਸ ਨਹੀਂ ਲੱਭੀਆਂ। ਅਮਰੀਕਾ ਤੇ ਜਰਮਨ ਦਾ ਇਹੀ ਫਰਕ ਹੈ, ਇੱਥੇ ਕੋਈ ਸਟੈਂਡਰਡ ਨਹੀਂ ਜੀ ਹੈ। ਕੈਨੇਡੀਅਨ ਕੈਨਲ ਕਲੱਬ CKC ਕਹਿੰਦਾ ਵੀ ਜੇ ਤੁਹਾਡੇ ਕੋਲ ਮਾਂ ਤੇ ਬਾਪ 2 ਹੀ ਕੁੱਤੇ ਰਜਿਸਟਰਡ ਨੇ, ਉਹਨਾਂ ਕੋਲੇ ਪੇਪਰ ਹੈ CKC ਦਾ, ਤਾਂ ਤੁਸੀਂ ਬਰੀਡਿੰਗ ਕਰਾ ਸਕਦੇ ਹੋ, ਤੇ ਆਟੋਮੈਟਿਕਲੀ ਅੱਗੇ ਜਿਹੜੇ ਬੱਚੇ ਨੇ ਉਹ ਰਜਿਸਟਰ ਹੋ ਸਕਦੇ। ਅਮਰੀਕਨ ਕੈਨਲ ਕਲੱਬ ਵੀ ਐਵੇਂ ਹੀ ਕਹਿੰਦਾ, ਮਾਂ ਬਾਪ 2 ਹੀ ਰਜਿਸਟਰਡ ਨੇ, 2 ਹੀ AKC ਜਾਂ CKC ਪੇਪਰ ਨੇ, ਬਰੀਡ ਕਰਾਓ ਤੇ ਬੱਚੇ ਅਗਾਂਹ ਵੇਚੋ, ਛੋਟੇ ਪ੍ਰੋਫਿਟ ਲਈ ਥੋੜੇ ਪੈਸਿਆਂ ਦੇ ਵਿੱਚ ਹੀ ਕੰਮ ਹੋਈ ਜਾਂਦਾ। ਜਰਮਨ ਦੇ ਵਿੱਚ ਜੀ ਇਹੀ ਜਿਹੜਾ HD, ਆਪਾਂ ਹਿਪ ਡਿਸਪਲੇਸੀਆ, ਐਲਬੋ ਡਿਸਪਲੇਸੀਆ, DNA, ਜੈਨੇਟਿਕਸ, ਬਲੱਡ ਵਰਕ, ਉਹ ਜਦੋਂ ਤੱਕ ADRK ਜਾਂ ਟਾਈਟਲ ਨਹੀਂ ਹੁੰਦਾ ਡੌਗ ਜਾਂ ਸ਼ੋਅ ਦੇ ਵਿੱਚ ਕੋਈ ਰੇਟਿੰਗ ਨਹੀਂ ਆਉਂਦੀ, ਜਦੋਂ ਤੱਕ ਬਰੀਡਿੰਗ ਹੀ ਨਹੀਂ ਕਰਾਉਣ ਦਿੰਦੇ। ਜਦੋਂ ਉੱਥੇ ਤੱਕ ਡੌਗ ਪਹੁੰਚਿਆ ਹੋਇਆ ਤੇ ਇਹਦਾ ਮਤਲਬ ਟੌਪ ਦੀ ਬਲੱਡ ਲਾਈਨ ਹੀ ਪਹੁੰਚੂਗੀ, ਮਾੜੀ ਬਲੱਡ ਲਾਈਨ ਬਰੀਡ ਹੀ ਨਹੀਂ ਕਰ ਸਕੂਗੀ, ਜਿਹਦੇ ਵਿੱਚ ਇਹ ਪ੍ਰੋਬਲਮਸ ਨੇ। ਤੀਜਾ ਸਵਾਲ ਹੈ ਭੈਣ ਜੀ ਦਾ, ਉਹ ਜੀ ਡੈਂਟਲ ਹੈਲਥ ਬਾਰੇ ਵੀ ਮੈਂ ਉੱਥੇ ਹੀ ਲੈ ਕੇ ਗਈ ਹੈ। ਡੈਂਟਲ ਦੇ ਵਿੱਚ ਕੋਈ ਭੈਣ ਜੀ ਫਿਰ ਪ੍ਰੋਬਲਮ ਤੁਹਾਡੇ ਫੂਡ ਦੇ ਵਿੱਚ ਹੈ, ਚਾਹੇ ਉਹਨੂੰ ਗ੍ਰੇਨ ਫ੍ਰੀ ਪਾ ਲਓ। ਗ੍ਰੇਨ ਫ੍ਰੀ ਜਿਹੜਾ ਲਿਖਿਆ ਹੋਇਆ ਲੇਬਲ ਹੈ ਜੀ, ਜਿਵੇਂ ਆਪਾਂ ਪਹਿਲਾਂ ਕਹੇ ਜੋ ਪਿਕਚਰ ਦੇ ਵਿੱਚ ਅੰਦਰ ਫੋਟੋ ਖਿੱਚ ਕੇ ਦੇਖੋ ਜਾਂ ਖੋਲ ਕੇ ਦੇਖੋ ਬੈਗ, ਉਹ ਬਾਹਰ ਫੋਟੋ ਵਰਗਾ ਨਹੀਂ ਸਮਾਨ ਅੰਦਰ। ਉਹਨੂੰ ਰॉ ਡਾਈਟ ਤੇ ਪਾ ਕੇ ਦੇਖੋ, 10 ਦਿਨ ਦੀ ਰॉ ਡਾਈਟ ਤੇ ਪਾ ਲਓ, ਗਾਰੰਟੀ ਹੈ ਜੇ ਕੁੱਤਾ ਨਾ ਠੀਕ ਹੋ ਜੇ ਜੀ। ਨਾਲ ਹਲਦੀ ਜ਼ਰੂਰ ਪਾਓ ਜੀ, ਹਫ਼ਤੇ 'ਚ 3 ਵਾਰ। ਇਹ ਤੱਕਰ ਸਾਹਿਬ, ਸੌਰੀ, ਆਹ ਗੱਲ ਥੋੜੀ ਕੱਟੀ ਗਈ ਜੀ, ਦੱਸਿਓ ਕੀ ਰॉ ਡਾਈਟ ਦੇ ਨਾਲ ਹਲਦੀ,
ਹਲਦੀ ਜ਼ਰੂਰ ਪਾਓ ਜੀ, ਇੱਕ ਨਿਆਮਤ ਹੈ ਹਲਦੀ, ਸਾਨੂੰ ਦਿੱਤੀ ਹੋਈ ਮਾਲਕ ਦੀ ਬਖਸ਼ਿਸ਼ ਕੀਤੀ ਹੋਈ ਬਹੁਤ ਵਧੀਆ ਚੀਜ਼ ਹੈ। ਹਲਦੀ ਨਾਲ ਦਾ ਕੋਈ ਤੋੜ ਨਹੀਂ। ਹਫ਼ਤੇ ਦੇ ਵਿੱਚ ਜਿਹਦੇ ਕੋ ਵੀ ਡੌਗ ਰੱਖਿਆ, ਛੋਟਾ ਜਾਂ ਵੱਡਾ, ਡੌਗ ਦੇ ਸਾਈਜ਼ ਦੇ ਹਿਸਾਬ ਦੇ ਨਾਲ 3 ਵਾਰ ਹਫ਼ਤੇ ਦੇ ਵਿੱਚ ਹਲਦੀ ਜ਼ਰੂਰ ਪਾਓ। ਵੱਡਾ ਜਰਮਨ ਸ਼ੈਫਰਡ ਰੌਟਵਾਇਲਰ ਸਾਲ ਦਾ ਹੈਗਾ ਤਾਂ 1 ਟੇਬਲ ਸਪੂਨ ਜਿਹੜਾ ਆਪਾਂ ਚਮਚਾ ਆਪਣਾ ਹੈਗਾ ਕਿਚਨ ਦੇ ਵਿੱਚ, ਉਹ 1 ਚਮਚਾ ਉੱਪਰ ਹੀ ਫੂਡ ਦੇ ਪਾ ਕੇ ਥੋੜਾ ਜਿਹਾ ਪਾਣੀ ਪਾ ਕੇ ਸੋਕ ਕਰਕੇ ਮਿਕਸ ਕਰ ਦਿਓ ਜੀ ਵਿੱਚ। ਹਲਦੀ ਜ਼ਰੂਰ ਪਾਓ। ਹਲਦੀ ਨੇ ਬਹੁਤ ਸਾਰੇ ਰੋਗ ਉਵੇਂ ਹੀ ਹਟਾ ਦੇਣੇ ਜੀ। ਐਂਟੀ ਇਨਫਲੇਮੇਟਰੀ ਹੈ, ਐਂਟੀ ਆਕਸੀਡੈਂਟ ਹੈ। ਹਲਦੀ ਦੇ ਵਿੱਚ ਬਹੁਤ ਸਾਰੀਆਂ ਪ੍ਰੋਪਰਟੀਜ਼ ਨੇ ਜਿਹੜੀਆਂ ਉਵੇਂ ਹੀ ਸਿਸਟਮ ਨੂੰ ਹੈਲਦੀ ਰੱਖਦੀਆਂ ਨੇ। ਤੇ ਕਿਹੜੇ ਸਮੇਂ, ਸਵੇਰੇ ਜਾਂ ਈਵਨਿੰਗ? ਜਦੋਂ ਮਰਜ਼ੀ ਪਾਓ ਜੀ, ਦਿਨ 'ਚ 1 ਵਾਰ ਹਲਦੀ। ਜੇ ਤੁਸੀਂ, ਮੈਂ ਤਾਂ ਰਿਕਮੈਂਡ ਕਰਦਾ ਜੀ, ਜੇ ਸਾਲ ਤੋਂ ਉੱਪਰ ਕੁੱਤਾ ਤਾਂ ਉਹਨੂੰ 1 ਵਾਰੀ ਫੀਡ ਕਰਨਾ ਚਾਹੀਦਾ 24 ਘੰਟਿਆਂ 'ਚ। ਅਸੀਂ 2 ਵਾਰ ਨਹੀਂ ਕਰਦੇ ਜੀ ਅਡਲਟ ਡੌਗਸ ਨੂੰ, ਅਸੀਂ ਸਿਰਫ ਬੱਚੇ ਪੱਪੀਜ਼ ਨੂੰ 2 ਵਾਰੀ ਦਿਨ ਦੇ ਵਿੱਚ ਫੀਡ ਕਰਦੇ ਆ। ਜਿਹੜੇ ਮਰਜ਼ੀ ਟਾਈਮ ਪਾਓ ਜੀ, ਪਰ ਹਲਦੀ ਜ਼ਰੂਰ ਪਾਓ। ਅੱਛਾ, ਇੱਕ ਹੋਰ ਸਵਾਲ ਆਇਆ ਜੀ ਕਿ ਡੌਗ, ਉਹ ਕਹਿੰਦੇ ਵੀ ਰਾ ਫੂਡ, ਸਾਨੂੰ ਮੀਟ ਵਾਲਾ ਕੰਮ ਫਿੱਟ ਨਹੀਂ, ਅਸੀਂ ਮਹਿੰਗੇ ਕਿਬਲਸ ਪਾਉਂਦੇ ਆ, ਕੀ ਦੇਸੀ ਘਿਓ ਨਾਲ ਪਾ ਸਕਦੇ ਕਿਬਲਸ ਦੇ? ਇੱਕ ਸਵਾਲ। ਦੂਜਾ ਸਵਾਲ ਵਿਰਕ ਸਾਹਿਬ ਨੇ ਪੁੱਛਿਆ ਕਿ ਜਿਹੜੀ ਲੱਸੀ ਹੈ, ਦਹੀਂ ਦੀ ਲੱਸੀ ਹੈ ਜਾਂ ਕੱਚੀ ਲੱਸੀ ਹੈ, ਉਹ ਪਾਈ ਜਾ ਸਕਦੀ ਹੈ? ਲੱਸੀ ਦਹੀਂ ਤੋਂ ਬਣੀ ਹੁੰਦੀ ਹੈ ਜੀ, ਉਹ ਪਾਈ ਜਾ ਸਕਦੀ ਹੈ। ਕੱਚੀ ਲੱਸੀ ਦੁੱਧ ਨਾਲ ਹੀ ਆ, ਕੋਈ ਆਪਾਂ ਫਰਮੈਂਟੇਸ਼ਨ ਪ੍ਰੋਸੈਸ ਨਹੀਂ ਜੀ ਹੁੰਦਾ, ਤਾਂ ਫਿਰ ਦੁੱਧ ਪਾਉਣ ਵਾਲੀ ਗੱਲ ਹੀ ਹੋ ਗਈ ਜੀ। ਪਾਣੀ 'ਚ ਡਾਇਲਿਊਟ ਕਰਕੇ ਕਹਿ ਲਓ ਤੁਸੀਂ ਪਾਤਾ, ਉਹ ਤਾਂ ਜੀ ਐਵੇਂ ਦੁੱਧ ਪਤਲਾ ਕਰਕੇ ਪਾਉਣ ਵਾਲੀ ਕੱਚੀ ਲੱਸੀ ਬਣਾ ਦਿੰਦੇ ਆਪਾਂ। ਇੰਨੀ ਗਰਮੀ ਨਹੀਂ ਹੈ ਜੀ ਇੱਥੇ ਵੀ ਡੌਗ ਇੰਨਾ ਕੁਛ ਅਬਜ਼ਰਵ ਕਰ ਸਕਣ। ਇੰਡੀਆ ਦੇ ਵਿੱਚ ਸਭ ਕੁਝ ਚੱਲਦਾ, ਗਰਮੀ ਇੰਨੀ ਜੀ 42-43 ਡਿਗਰੀ, ਉਹਦੇ ਤਾਂ ਬੰਦੇ ਦੇ ਅੰਦਰੋਂ ਸਭ ਕੁਝ ਕੱਢ ਦਿੰਦੀ ਹੈ ਜੀ, ਗਰਮੀ ਇੰਨੀ ਹੈ। ਬਿਲਕੁਲ ਠੀਕ ਹੈ। ਸਾਰੇ ਰੋਮ ਮਸਾਮ ਖੁੱਲੇ ਰਹਿੰਦੇ ਨੇ, ਸੋ ਉੱਥੇ ਚੱਲ ਜਾਂਦਾ ਜੀ। ਇੱਥੇ ਇੰਨੀ ਵੈਦਰ ਦੇ ਹਿਸਾਬ ਨਾਲ ਅਲਾਓ ਨਹੀਂ ਕਰਦਾ, ਕਿਉਂਕਿ ਠੰਡੀ ਚੀਜ਼ ਤੇ ਠੰਡੇ ਹੀ ਫਿਰ ਸਾਰਾ ਕੁਝ ਸਿਸਟਮ ਖਰਾਬ ਹੋ ਜਾਂਦਾ ਜੀ। ਪਰ ਜੇ ਇਹ ਵਿੱਚ ਹਲਦੀ ਐਡ ਕਰਦੇ ਰਹਿਣ, ਜਾਂ ਇੱਕ ਆਪਾਂ ਸਪੈਸ਼ਲ ਕਦੀ ਫੇਰ ਮੌਕਾ ਮਿਲਿਆ ਤਾਂ ਇੱਕ ਪ੍ਰੋਗਰਾਮ ਕਰਾਂਗੇ ਜਿੱਥੇ ਦੇਸੀ ਉਹੀ ਗੱਲਾਂ ਫੇਰ ਆ ਜਾਾਂਗੇ। ਦੇਸੀ ਜਿਹੜੀ ਘਰ ਦੀਆਂ ਜੜੀ ਬੂਟੀਆਂ ਨੇ ਜਾਂ ਘਰੇ ਆਪਣੇ ਕੋਲੇ ਸਮਾਨ ਪਿਆ, ਉਹ ਕਿਵੇਂ ਪਾ ਕੇ ਤੁਸੀਂ ਵੈਟਨੇਰੀਅਨ ਤੋਂ ਥੋੜਾ ਜਿਹਾ ਖਹਿੜਾ ਛੁਡਾ ਸਕਦੇ ਹੋ। ਮਾੜੇ ਮੋਟੀਆਂ ਗੱਲਾਂ ਜਿਹੜੀਆਂ ਹੈ ਡੌਗਸ ਨਾਲ ਹੁੰਦੀਆਂ, ਘਰੇ ਆਪਾਂ ਦੇਸੀ ਚੀਜ਼ਾਂ ਪਾ ਕੇ ਸਾਰ ਸਕਦੇ ਹਾਂ। ਗੱਲ ਸਾਹਿਬ, ਮੈਨੂੰ ਇੱਕ ਕਿਸੇ ਨੇ WhatsApp ਤੇ ਮੈਸੇਜ ਭੇਜਿਆ ਜੀ, ਸੌਰੀ, ਵਾਈ ਇੰਡੀਆ, ਕਹਿੰਦਾ ਜਦੋਂ ਇੰਨਾ ਵਧੀਆ ਸੀਗਾ ਇੱਥੇ, ਤੇਰੇ ਕੋਲ ਇੰਡੀਆ ਕਾਹਤੋਂ ਚਲਾ ਗਿਆ? ਥੋੜੇ ਜਿਹੇ ਲਫ਼ਜ਼ਾਂ ਦੇ ਵਿੱਚ ਹੀ ਦੱਸ ਸਕਦਾ ਜੀ। ਤੁਸੀਂ ਬਹੁਤ ਵਾਰ ਗੱਲ ਕਰਦੇ ਹੋ, ਮੈਂ ਤੁਹਾਡੇ ਤੋਂ ਬਹੁਤ ਪ੍ਰਭਾਵਿਤ ਹੈ ਇਸ ਗੱਲ ਤੋਂ, ਤੇ ਕਿਉਂਕਿ ਤੁਸੀਂ ਹਮੇਸ਼ਾ ਕਹਿੰਦੇ ਹੋ, ਜਾਂ ਫੈਕਟ ਵੀ ਇਹੀ ਹੈ, ਜ਼ਿੰਦਗੀ ਦੀ ਸੱਚਾਈ ਵੀ ਇਹ ਹੈ ਕਿ ਕਿਸੇ ਨੂੰ ਛੱਪੜ ਚੋਂ ਕੱਢਣਾ ਹੋਵੇ ਤੇ ਛਾਲ ਮਾਰਨੀ ਪੈਂਦੀ ਹੈ, ਕਿਸੇ ਨੂੰ ਡੁੱਬਦੇ ਨੂੰ ਬਚਾਉਣਾ ਤਾਂ ਪਾਣੀ 'ਚ ਜਾਣਾ ਪੈਂਦਾ। ਇੱਥੇ ਸਾਰੇ ਬੈਠੇ ਜੀ, ਸਾਡਾ ਭਾਈਚਾਰਾ, ਇਹ ਉਹ ਗੱਲਾਂ ਤਾਂ ਕਰਦਾ ਰਿਹਾ। ਪੰਜਾਬ ਡੁੱਬ ਗਿਆ ਨਸ਼ੇ ਦੇ ਵਿੱਚ, ਪੰਜਾਬ ਸਾਡਾ ਖਤਮ ਹੋ ਗਿਆ, ਪੰਜਾਬ ਦੇ ਵਿੱਚ ਕੁਝ ਬਚਿਆ ਨਹੀਂ। ਸਿਆਸਤਦਾਨ ਨਾਲ ਰਲ ਕੇ, ਪੁਲਿਸ ਫੋਰਸ ਨਾਲ ਰਲੀ ਹੋਈ ਹੈ, ਆਹ ਹੋ ਰਿਹਾ, ਉਹ ਹੋ ਰਿਹਾ, ਪਰ ਕੋਈ ਹੌਸਲਾ ਨਹੀਂ ਕਰਦਾ ਜਾ ਕੇ ਉੱਥੇ ਗੱਲ ਕਰਨ ਦੀ ਜਾਂ ਕੰਮ ਕਰਨ ਦੀ। ਮੈਨੂੰ ਮਾਲਕ ਨੇ ਕਿਰਪਾ ਕੀਤੀ ਮੇਰੇ ਤੇ, ਮੈਨੂੰ ਮੌਕਾ ਤੇ ਸਬਬ ਮਿਲਿਆ। ਨਿਊਟਨ ਸਿੱਧੂ ਹੋਣੀ ਮੈਨੂੰ ਮਿਲੇ, ਫੋਰਸ ਮਿਲੀ ਹੈ ਜੀ ਜਿਹੜੀ ਕਹਿੰਦੀਆਂ ਵੀ ਤੂੰ ਆ ਕੇ ਫਰੰਟੀਅਰ ਦੇ ਉੱਤੇ ਆ ਕੇ ਕੰਮ ਕਰ, ਡੌਗ ਟ੍ਰੇਨ ਕਰ ਤੇ ਡਿਪਲੋਏ ਕਰ। ਤੇ ਮੈਂ ਉਹ ਮੌਕਾ ਜਾਣ ਨਹੀਂ ਸੀ ਦੇਣਾ ਚਾਹੁੰਦਾ ਜੀ। ਬਹੁਤ ਸਾਰੇ ਕੇਸਾਂ ਦੀ ਡਿਟੇਲ ਨਹੀਂ ਸਾਂਝੀ ਕੀਤੀ ਜਾ ਸਕਦੀ ਆਨਲਾਈਨ ਜਾਂ ਔਨ 에ਅਰ। ਬਿਲਕੁਲ ਜੀ, ਬਹੁਤ ਸਾਰੇ ਕੇਸ ਅਜੇ ਅੰਡਰ ਟ੍ਰਾਇਲ ਨੇ ਜੀ। ਜਦੋਂ ਬੰਦਿਆਂ ਨੂੰ ਸਜ਼ਾਵਾਂ ਹੋ ਗਈਆਂ ਫੇਰ ਦੱਸੂਗਾ ਕਿਸੇ ਦਿਨ ਆ ਕੇ, ਜਦੋਂ ਸਜ਼ਾ ਹੋਊਗੀ, ਕੇਸ ਮੁੱਕ ਗਏ ਪਿਆ ਆਹ ਪ੍ਰੋਜੈਕਟਾਂ ਤੇ ਸੀ। ਪਰ ਇੰਨੀ ਗੱਲ ਮਾਣ ਨਾਲ ਕਹਿ ਸਕਦੇ ਹਾਂ, ਉਸ ਮਾਲਕ ਦੀ ਕਿਰਪਾ ਦੇ ਨਾਲ ਅੱਜ ਤੱਕ ਦੇ ਇੰਡੀਆ ਦੇ ਸਾਰਿਆਂ ਨਾਲ ਵੱਡੇ ਡਰੱਗ ਬਸਟ, ਜਿੱਥੇ 536 ਕਿਲੋ ਦਾ ਇੱਕ ਵਾਰੀ ਰਿਕਵਰੀ ਕਰਾਈ, ਉਹ ਤੁਹਾਡੇ ਕੁੱਤਿਆਂ ਨੇ ਕੀਤੀ ਹੈ। ਆਪਣੇ ਟ੍ਰੇਨਡ ਕੀਤੇ ਹੋਏ ਡੌਗਸ। ਇੱਕ ਦਿਨ ਗਏ ਜੀ ਜੰਮੂ ਬਾਰਡਰ ਤੇ, ਦੂਜੇ ਦਿਨ ਹੀ ਪਠਾਨਕੋਟ ਨਾਕੇ ਦੇ ਉੱਤੇ ਲੱਗੇ ਹੋਏ ਤੇ 31 ਪੇਟੀਆਂ ਅਸੀਂ ਭੁੱਕੀ ਦੀਆਂ ਫੜ ਲਈਆਂ ਸੀ, ਜਿਹੜਾ ਪੰਜਾਬ 'ਚ ਆਉਂਦਾ ਸੀ। 536 ਕਿਲੋ ਹਿਰਨ ਪੰਜਾਬ ਬਾਰਡਰ ਦੇ ਉੱਤੇ ਫੜ ਲਈ, ਜਿਹੜੀ ਵਾਪਸ ਆ ਕੇ ਤੁਹਾਡੇ ਯੂਥ ਨੂੰ ਖਰਾਬ ਕਰਨਾ ਸੀ। ਉਹਨੇ ਘੁੰਮ ਘੁਮਾ ਕੇ ਉਹ ਕੈਨੇਡਾ ਜਾਂ ਅਮਰੀਕਾ ਪਹੁੰਚਣੀ ਸੀ। ਬਹੁਤ ਵੱਡੀਆਂ ਆਰਗੇਨਾਈਜੇਸ਼ਨਸ ਦਾ ਕੰਮ ਕਰਨ ਦਾ ਉੱਥੇ ਮੌਕਾ ਮਿਲਿਆ ਤੇ ਡੌਗਸ ਟ੍ਰੇਨਡ ਕਰਨ ਦਾ। ਸਿਰਫ ਇਹੀ ਗੱਲ ਸੀ ਜੀ, ਇਹੀ ਕਾਰਨ ਸੀ ਮੈਂ ਗਿਆ, ਤਾਂ ਕਿ ਦੇਖਿਆ ਜਾਵੇ ਫਸਟ ਹੈਂਡ ਪਹਿਲਾਂ ਤਾਂ ਹੋ ਕੀ ਰਿਹਾ। ਦੂਜੀ ਗੱਲ ਹੈ, ਜੇ ਕਿਸੇ ਚੀਜ਼ ਨੂੰ ਠੱਲ ਪਾਉਣੀ ਹੈ ਨਾ ਜੀ, ਤਾਂ ਉੱਥੇ ਰਹਿ ਕੇ ਠੱਲ ਪਾਈ ਜਾ ਸਕਦੀ ਹੈ। ਤੇ
ਕੁੱਤਾ ਇੱਕ ਇਹੋ ਜਿਹਾ ਹੈਗਾ ਜੀ ਟ੍ਰੇਨਡ ਕੀਤਾ ਜਿਹਨੂੰ ਬਰਾਈਬ ਨਹੀਂ ਕੀਤਾ ਜਾ ਸਕਦਾ ਜੀ। ਤੂੰ ਪੈਸੇ ਨਹੀਂ, ਵੱਡੀ ਰਿਸ਼ਵਤ ਦੇ ਕੇ ਤੁਸੀਂ ਉਹਨੂੰ ਮਨਾ ਨਹੀਂ ਸਕਦੇ। ਜਦੋਂ ਕੁੱਤੇ ਨੇ ਫੜ ਲਿਆ ਕੋਈ ਵੀ ਨਸ਼ਾ, ਐਕਸਪਲੋਸਿਵ, ਉਹ ਵੀਡੀਓਗ੍ਰਾਫੀ ਹੁੰਦੀ ਹੈ ਜੀ, ਨਾ ਤਾਂ ਉਹਦੇ ਵਿੱਚੋਂ ਕੋਈ ਪੁਲਿਸ ਵਾਲਾ ਅਫਸਰ ਮੁੜ ਕੇ ਮੁੱਕਰ ਸਕਦਾ, ਨਾ ਕੋਈ ਸਰਚ ਟੀਮ ਮੁੱਕਰ ਸਕਦੀ ਹੈ। ਤੇ ਜਿੰਨੀ ਵਾਰੀ ਵੀ ਅਸੀਂ ਸਰਚ ਕੀਤੀ, ਵੀਡੀਓਗ੍ਰਾਫੀ ਨਾਲ ਕੀਤੀ, ਉਹਨਾਂ ਨੂੰ SHOs ਨੂੰ, ਲੋਕਲ ਪੁਲਿਸ ਫੋਰਸ ਨੂੰ ਪਰਚਾ ਕੱਟਣਾ ਹੀ ਪਿਆ, ਕਿਉਂਕਿ ਸਾਡੇ ਕੋਲੇ ਵੀਡੀਓਗ੍ਰਾਫੀ ਵਾਲਾ ਬੰਦਾ ਨਾਲ ਹੁੰਦਾ ਸੀ। ਕੈਮਰੇ ਦੇ ਉੱਤੇ ਕੁੱਤਾ ਜਦੋਂ ਬੈਠਾ ਆਰਟੀਕਲ ਦੇ ਉੱਤੇ ਕਿਸੇ ਨਸ਼ੇ ਦੇ ਉੱਤੇ ਬੈਠ ਗਿਆ, ਕਿਸੇ ਐਕਸਪਲੋਸਿਵ ਤੇ ਬੈਠ ਗਿਆ, ਤਾਂ ਉਹਨਾਂ ਕੋਲੇ ਚੋਇਸ ਕੋਈ ਨਹੀਂ ਸੀ, ਉਹਨਾਂ ਨੂੰ ਪਰਚਾ ਕੱਟਣਾ ਪੈ ਜਾਂਦਾ ਸੀ। ਸੋ ਇਹ ਕਾਰਨ ਸੀ ਜੀ ਵੱਡਾ ਜਾਣ ਦਾ। ਧੰਨਵਾਦ ਬਹੁਤ ਬਹੁਤ। ਅਗਲੇ ਵੀਕ ਫੇਰ ਆਪਾਂ ਡਾਈਟ ਦੀ ਗੱਲ ਕਰਾਂਗੇ। ਬਹੁਤ ਸਵਾਲ ਨੇ ਲੋਕਾਂ ਦੇ ਡਾਈਟ ਤੇ। ਡੌਗ ਤੁਰੇ ਫਿਰਦੇ ਆ ਡਾਕਟਰਾਂ ਦੇ ਤੇ ਆਪਣੇ ਆਪ ਨੂੰ ਵੱਢਦੇ ਆ, ਸਾਰਾ ਦਿਨ ਖਾਜ ਕਰਦੇ ਆ। ਸ਼ੈੱਡ ਤਾਂ ਚਲੋ ਉਹਨੇ ਕਰਨਾ ਹੀ ਹੈ, ਡਿੱਗੀ ਜਾਂਦੇ ਆ, ਕਦੇ ਕਿਤੇ ਡਿੱਗ ਗਿਆ, ਕਦੇ ਕਿਤੇ। ਡੌਗ ਫਿਰ ਮਤਲਬ ਟੱਪਦਾ। ਇਹਦੇ ਤੇ ਆਪਾਂ ਗੱਲਬਾਤ ਫੇਰ ਅਗਲੇ ਹਫ਼ਤੇ ਕਰਾਂਗੇ। ਧੰਨਵਾਦ ਬਹੁਤ ਬਹੁਤ ਤੁਹਾਡੇ ਸਮੇਂ ਦਾ, ਤੇ ਬਹੁਤ ਵਧੀਆ ਲੱਗਦਾ ਤੁਹਾਡੇ ਨਾਲ ਗੱਲਬਾਤ ਕਰਕੇ। ਜਿਉਂਦੇ ਵਸਦੇ ਰਹੋ। ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ ਆਪ ਜੀਆਂ ਦਾ ਸਮਾਂ ਦੇਣ ਲਈ। ਦੇਸੀ ਘਿਓ ਨਾ ਪਾਇਓ ਜੀ ਜਾਂਦੇ ਜਾਂਦੇ ਇੱਕ ਗੱਲ ਕਹਿ ਜਾਂ, ਦੇਸੀ ਘਿਓ ਦਾ ਮੇਰੇ ਕੋਲੇ ਕੋਈ ਜਿਹੜੀ ਚੀਜ਼ ਦਾ ਪ੍ਰੂਵ ਕੀਤਾ ਹੈ ਰਿਜ਼ਲਟ ਨਹੀਂ, ਉਹ ਮੈਂ ਰਿਕਮੈਂਡ ਨਹੀਂ ਕਰਦਾ ਜੀ। ਮੈਂ ਰਿਸਰਚ ਜ਼ਰੂਰ ਕਰੂੰਗਾ। ਜ਼ਰੂਰੀ ਨਹੀਂ ਬੰਦੇ ਨੂੰ ਸਾਰੇ ਸਵਾਲਾਂ ਦੇ ਜਵਾਬ ਆਉਂਦੇ ਹੋਣ। ਮੈਂ ਜ਼ਰੂਰ ਕੋਸ਼ਿਸ਼ ਕਰੂੰਗਾ ਜੀ ਇਸ ਸਵਾਲ ਦਾ ਵੀ ਜਵਾਬ ਲੱਭਿਆ ਜਾਵੇ। ਸੋ ਧੰਨਵਾਦ ਜੀ ਆਪ ਜੀਆਂ ਦਾ। ਅਗਲੇ ਹਫ਼ਤੇ ਫਿਰ ਦਰਸ਼ਨ ਕਰਾਂਗੇ ਜੀ। ਧੰਨਵਾਦ ਜੀ ਬਹੁਤ ਬਹੁਤ। ਸਰ ਕੁਲਦੀਪ ਸਿੰਘ ਤੱਖਰ 604 728 51 20 ਕੋਈ ਨੰਬਰ, ਕੋਈ ਗੱਲਬਾਤ ਤੁਸੀਂ ਪੁੱਛਣੀ ਹੋਵੇ। ਇਹ ਦਰਵੇਸ਼ਾਂ ਨੂੰ ਵਧੀਆ ਰੱਖੋ ਜੇ ਰੱਖਣਾ। 6047285120 ਉਹਨਾਂ ਦਾ ਨੰਬਰ ਹੈ। 1:34 ਹੋ ਗਏ ਜੀ। ਇਸ ਹਿੱਸੇ 'ਚ ਮੈਂ ਗੱਲਬਾਤ ਕਰਨੀ ਚਾਹੁੰਦਾ ਆਪਣੇ ਘਰ ਜਿਹੜੇ ਨੇ ਉਹ ਤਾਜ਼ੇ, ਸਾਫ਼, ਫਰੈਸ਼ ਕਿਵੇਂ ਰਹਿੰਦੇ ਆ। ਆਪਣੇ ਘਰਾਂ ਦੇ ਵਿੱਚੋਂ ਇੱਕ ਖਾਸ ਕਿਸਮ ਦੀ ਹਮਕ ਆਉਂਦੀ ਹੈ। ਜਿਹੜੇ ਪੁਰਾਣੇ ਘਰ ਨੇ ਜਾਂ ਨਵੇਂ ਘਰ ਨੇ, ਉਹਦਾ ਕਾਰਨ ਕਿਹੜੀਆਂ ਚੀਜ਼ਾਂ ਦਾ ਖਿਆਲ ਰੱਖਣਾ ਚਾਹੀਦਾ। ਇੱਕ ਇਹ ਕਹਿ ਰਹੇ ਨੇ ਵੀ ਸਾਡੀ ਜਿਹੜੀ ਕੁਕਿੰਗ ਹੈ ਉਹ ਕੁਕਿੰਗ ਕਾਰਨ ਸਾਡੇ ਮਸਾਲੇ, ਪਿਆਜ਼, ਲਸਣ, ਅਦਰਕ, ਉਹਦਾ ਤੜਕਾ ਲੱਗਦਾ ਅੰਦਰ, ਉਹ ਕਾਰਨ ਹੈ। ਪਰ ਉਹਦਾ ਜਵਾਬ ਕਈ ਦਿੰਦੇ ਨੇ, ਕਹਿੰਦੇ ਹੁੱਡ ਫੈਨ ਐਡੇ ਵਧੀਆ ਹੋਣ ਤਾਂ ਹਵਾ ਆਉਂਦੀ ਨਹੀਂ, ਬਾਹਰ ਨਿਕਲੇ ਦਿੰਦਾ। ਹੁੱਡ ਫੈਨ ਜਿੱਦਾਂ ਮਰਜ਼ੀ ਹੋਵੇ, ਮੇਰੇ ਖਿਆਲ ਸਮੈਲ ਤਾਂ ਸਮੈਲ ਹੀ ਆ। ਇੱਕ ਉਹ ਗੱਲ ਪੁਰਾਣੇ ਘਰਾਂ ਦੇ ਵਿੱਚ ਜਿਹੜਾ ਹਵਾ ਅੰਦਰ ਘੁੰਮਦੀ ਆ, HRV ਸਿਸਟਮ ਆ, ਜਿਹੜਾ ਹੀਟ ਰਿਕਵਰੀ ਵੈਂਟੀਲੇਸ਼ਨ ਸਿਸਟਮ ਆ। ਅਸਲ ਤਾਂ ਉਹਦਾ ਮਤਲਬ ਇਹ ਹੈ ਜਿਹੜੇ ਘਰ ਦੇ ਹਿੱਸੇ ਦੇ ਵਿੱਚ ਹਵਾ ਠੰਡੀ ਆ, ਉੱਥੋਂ ਸੈਂਸਰ ਕਰਕੇ ਗਰਮ ਵਾਲੀ ਹਵਾ ਚੱਕ ਕੇ ਉੱਥੇ ਸਿੱਟਦਾ। ਪਰ ਉਹ ਘਰ 'ਚ ਫਰੈਸ਼ ਵੀ ਰੱਖਦਾ। ਉਹ ਯੂਨਿਟ ਲੱਗਦਾ ਪੂਰਾ 2 ਦੀਆਂ। ਹੁਣ ਆਟੋ ਤੇ ਵੀ ਚੱਲਦਾ ਉਹ, ਆਟੋ ਤੋਂ ਬਾਅਦ ਉਹ ਮੈਨੂਅਲ ਵੀ ਆ। ਵੈਸੇ ਤਾਂ ਆਟੋ ਤੇ ਹੀ ਆ, ਮੁੜ ਕੇ ਮੈਨੂਅਲ ਕਰ ਲੈਂਦੇ ਆ। ਫਿਰ ਵਾਸ਼ਰੂਮਾਂ ਦੇ ਫੈਨ, ਇਹਦੀ ਗੱਲ। ਤੇ ਘਰ ਨੂੰ ਵੈਕਿਊਮ ਕਰਨਾ ਜਿਹੜਾ, ਜਾਂ ਫਿਰ ਘਰ ਵੈਸੇ ਇੱਕ ਤਾਂ ਜਿਹੜੀ ਸਫਾਈ ਹੈ ਉਹ ਹੈ ਅਲੱਗ ਹੈ। ਇੱਕ ਜਿਹੜਾ ਇਸ਼ੂ ਇਹ ਹੈ ਕਿ ਫੇਰ ਵੀ ਘਰ ਦੇ ਵਿੱਚੋਂ ਕਿਤੋਂ ਸਮੈਲ ਆਉਂਦੀ ਹੈ। ਇਹਦੇ ਤੇ ਅੱਜ ਮੈਂ ਗੱਲ ਕਰਨੀ ਚਾਹੁੰਦਾ ਵੀ ਘਰ ਕਿਵੇਂ ਸਾਫ਼ ਰੱਖਿਆ ਜਾ ਸਕਦਾ। ਘਰ ਨੂੰ ਜਿਹੜਾ ਘਰ 'ਚ ਵੈਂਟੀਲੇਸ਼ਨ ਦਾ ਕੰਮ ਹੈ ਉਹ ਕਿੰਨਾ ਕੁ ਜ਼ਰੂਰੀ ਹੈ। HRV ਕਈ ਘਰਾਂ ਦੇ ਵਿੱਚ HRV ਬੰਦ ਨਹੀਂ ਕਰਦੇ। ਉਹ ਆਟੋ ਤੇ ਲਾਇਆ ਹੋਇਆ, ਜਦ ਉਹ ਬੰਦ ਹੁੰਦਾ ਆਪੇ ਬੰਦ ਹੁੰਦਾ, ਨਹੀਂ ਚੱਲਦਾ ਰਹਿੰਦਾ। ਪਰ ਉਹਦਾ ਤੁਸੀਂ ਮਹਿਸੂਸ ਕਰਿਓ। ਹੁਣ ਤਾਂ ਚਲੋ ਗਰਮੀ 'ਚ ਆਪਾਂ ਵਿੰਡੋ ਵਗੈਰਾ ਖੋਲ ਲੈਂਦੇ ਹਾਂ। ਠੰਡ ਦੇ ਵਿੱਚ ਜਦ ਆਪਾਂ ਹੀਟ ਆਨ ਕੀਤੀ ਨਾਲ ਉਹ ਸਿਸਟਮ ਆਨ ਹੋਵੇ ਤਾਂ ਤੁਹਾਡਾ ਘਰ ਇਸ ਤਰ੍ਹਾਂ ਲੱਗਦਾ ਜਿਵੇਂ ਬਾਹਰ ਬੈਠੇ ਹੁੰਦੇ। ਇੰਨੇ ਵਧੀਆ ਸਿਸਟਮ ਹੁਣ HRV ਦੇ ਲਾਏ ਨੇ। ਤੇ ਹਾਂ, ਇੰਸਟਾਲਰ ਕਰਨ ਵਾਲਾ ਕੰਮ ਵਧੀਆ ਹੋਵੇ, ਬੰਦਾ, ਮੁੰਡੇ ਨੂੰ ਪਤਾ ਹੋਵੇ। ਡਕਟਿੰਗ ਉਹਦੀ ਹੁੰਦੀ ਹੈ। ਕਈ ਵਾਰ ਡਕਟਿੰਗ ਬਚਾਉਣ ਦੀ ਖਾਤਰ ਰੂਮ ਦੇ ਇੱਕ ਖੂੰਜੇ 'ਚ ਲਾ ਦਿੱਤਾ ਜਾਂਦਾ, ਕਿਉਂਕਿ ਡਕਟ ਜਾਣੀ ਆ ਸਾਰੀ ਉੱਪਰੋਂ ਸਿਸਟਮ 'ਚ ਜਾਣੀ ਆ। ਹਾਊਸ ਘਰਾਂ ਦੀ ਕੰਸਟਰਕਸ਼ਨ ਤੇ ਵੀ ਕਿਸੇ ਦਿਨ ਆਪਾਂ ਹੁਣ ਸ਼ੋਅ ਕਰਦੇ ਹਾਂ, ਕੱਲ੍ਹ ਨੂੰ ਤਾਂ ਨਹੀਂ, ਅਗਲੇ ਵੀਕ, ਕਿ ਹੁਣ ਕੀ ਕੀ ਖਿਆਲ ਰੱਖਣ ਦਾ ਲੋੜ, ਕਿਹੜੀ ਲੋੜ ਹੈ, ਕਿੱਥੋਂ ਪੈਸੇ ਬਚਾ ਸਕਦੇ ਹੋ ਤੇ ਕਿੱਥੋਂ ਪੈਸੇ ਉੱਡਦੇ ਆ, ਛਿੱਲ ਕਿੱਥੋਂ ਲੈਂਦੀ ਆ, ਬੱਚਤ ਕਿੱਥੋਂ ਰਹਿੰਦੀ ਹੈ, ਕੀ ਉਹਦੀ ਕੁਆਂਟੀਟੀ ਸਰਵੇਇੰਗ ਆ, ਕੀ ਕੀ ਹੋ ਸਕਦਾ ਹੈ। ਸੁਪਰਵਾਈਜ਼ਰ ਦਾ ਇਹ ਨਹੀਂ ਮਤਲਬ ਵੀ ਤੁਹਾਨੂੰ ਉਹ ਪੈਸੇ ਬਚਾ ਕੇ ਦਊਗਾ। ਇਹ ਗੱਲ ਭੁੱਲ ਜਿਓ ਕਿ ਤੁਸੀਂ ਇਹ ਸੋਚਦੇ ਆ ਇਹ ਪਹਿਲਾਂ ਸਕੂਲ ਆਫ ਥਾਟ ਸੀ ਜੀ ਅਸੀਂ ਪੈਸੇ ਬਚਾ ਕੇ ਦਿੰਦੇ। ਨਹੀਂ, ਇਹ ਗੱਲ ਨਹੀਂ ਕੋਈ, ਪਰ ਖਿਆਲ ਰੱਖਣ ਦੀ ਲੋੜ ਹੈ। ਮਾਲਕ ਜਦ ਬੇਪਰਵਾਹ ਹੋਇਆ ਨਹੀਂ ਤੇ ਤੁਹਾਡਾ ਸਮਾਨ ਲੁੱਟਿਆ ਗਿਆ ਨਹੀਂ, ਇਹ ਯਾਦ ਰੱਖਿਓ। ਸੋ ਇਹ
ਪਰ ਘਰ ਨੂੰ ਫਰੈਸ਼ ਜਿਹੜਾ ਰੱਖਣਾ, ਤਾਜ਼ਾ ਰੱਖਣਾ, ਇਹਦੀ ਗੱਲ ਤੁਸੀਂ 1844 247 1550 ਤੁਹਾਡੇ ਤਜਰਬੇ ਚੋਂ ਉਹਦੀ ਕੁਕਿੰਗ ਲਈ ਕੀ ਹੋਵੇ, ਕੁਕਿੰਗ ਦਾ ਕੀ ਖਿਆਲ ਹੋਵੇ, ਤੇ ਹੋਰ ਕਿੱਥੋਂ ਜਿਹੜੀ ਹੈ ਘਰ ਨੂੰ ਸਾਫ਼ ਮਹਿਕਣ ਲਈ, ਵਧੀਆ ਰੱਖਣ ਲਈ ਕੀ ਕਰ ਸਕਦੇ ਹੋ। ਕਈ ਹਰ ਵਕਤ ਹੀ ਜਿਹੜਾ ਹੈ ਉਹ ਲਾਈ ਰੱਖਦੇ ਨੇ ਕੁਛ ਨਾ ਕੁਛ, ਕੋਈ ਧੂਫ ਲਾਉਂਦਾ, ਕੋਈ ਸਪਰੇਅ ਕਰਦਾ, ਕੋਈ ਦੇਖ ਲਓ ਬਿਜਲੀ ਵਾਲਾ ਯੰਤਰ ਜਿਹਾ ਲਾਉਂਦਾ ਜਿਹਦੇ ਚੋਂ ਭਾਫਾਂ ਜਿਹੀਆਂ ਨਿਕਲੀ ਜਾਂਦੀਆਂ ਨੇ। ਕਈਆਂ ਨੇ ਅੰਦਰ ਹਿਮਾਲਯ ਜਿਹੜਾ ਲੂਣ ਹੈ ਉਹ ਹਰ ਵਕਤ ਚੱਲਦਾ ਰਹਿੰਦਾ, ਉਹਦੀ ਧੂਫ ਆਈ ਜਾਂਦੀ ਹੈ। 1844 247 1550 ਕੀ ਖਿਆਲ ਰੱਖਣ ਦੀ ਲੋੜ ਹੈ ਕਿ ਤੁਹਾਡਾ ਘਰ ਸਾਫ਼ ਰਹੇ। ਤੁਹਾਡੀ ਕੰਪਲੇਂਟ ਆ ਰਹੀ ਹੈ ਵੀ ਐਡਸ ਬਹੁਤ ਨੇ, ਇਹ ਬਿਲਕੁਲ ਬਹੁਤ ਨੇ। 180 ਮਿੰਟ ਤੋਂ ਬਾਅਦ 90 ਮਿੰਟ ਰਹਿ ਜਾਂਦੇ ਨੇ ਮੇਰੇ ਕੋਲ। ਕਰੀਏ ਕੀ, ਜਦ ਘਟ ਜਾਂਦੀਆਂ ਨੇ ਫਿਰ ਮਾਲਕ ਰੌਲਾ ਪਾਉਣ ਲੱਗ ਜਾਂਦੇ ਨੇ, ਉਹ ਪੈਸੇ ਮੋਗੇ ਛੇਤੀ ਕਹੋ। ਗੁਰਪਿੰਦਰ ਸਿੰਘ ਜੀ ਲਾਈਨ ਨੰਬਰ 2 ਤੁਸੀਂ ਇਹ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹੈਲੋ, ਮੈਂ ਤੁਹਾਨੂੰ ਇਹ ਬੋ ਦਾ ਇੱਕ ਗਰੰਟੀ ਤੁਹਾਨੂੰ ਸੋਲੂਸ਼ਨ ਦੱਸਦਾ ਹਾਂ ਜੀ। ਜੀ ਦੱਸੋ। ਹੈਲੋ, ਜਿਹੜਾ ਕਿਸੇ ਵੀ ਲੂਨੀ ਸਟੋਰ ਤੋਂ ਕਾਫੀ ਪਾਊਡਰ ਹੁੰਦਾ ਹੈ, ਉਹਨੂੰ ਕਿਸੇ ਭਾਂਡੇ ਪਾ ਕੇ ਰੱਖ ਦਿਓ, ਬੋ ਲਈ ਘਰ ਦੇ ਸਾਰੀ ਜਗ੍ਹਾ ਬੋ ਨਹੀਂ ਰਹੇਗੀ ਜੀ। ਅੱਛਾ ਜੀ। ਕਾਫੀ ਸਿੰਪਲ ਜਿਹੜੀ ਕਾਫੀ ਪਾਊਡਰ ਹੁੰਦਾ ਹੈ, ਪੈਕਟ ਖੋਲੋ ਲੂਨੀ ਸਟੋਰ ਤੋਂ $1 ਦਾ ਲੈ ਕੇ, ਉਹਨੂੰ ਖੁੱਲੇ ਭਾਂਡੇ ਪਾ ਦਿਓ, ਸਿੰਪਲ, ਜਿੱਥੇ ਜ਼ਿਆਦਾ ਬੋ ਆਉਂਦੀ ਭਾਵੇਂ ਕਿਚਨ ਦੇ ਸਿੰਕ ਦੇ ਹੇਠਾਂ ਰੱਖ ਦਿਓ, ਸਾਈਡ ਤੇ ਰੱਖ ਦਿਓ। ਜੇ ਘਰ ਬੰਦ ਕਰ ਦਿਓ ਇੱਕ ਅੱਧਾ ਦਿਨ ਰਾਤ ਤੇ 100% ਗਾਇਬ ਹੋ ਜਾਏਗੀ। ਵਾਹ ਜੀ ਗੁਰਪਿੰਦਰ ਸਿੰਘ ਜੀ, ਬਹਿ ਜਾ ਕਰਾਤੀ, ਥੈਂਕ ਯੂ ਵੈਰੀ ਗੁੱਡ। ਦੂਜੀ ਗੱਲ ਹੈ, ਇੱਕ ਸ਼ਿਕਾਇਤ ਵੀ ਜੇ। ਮੈਂ ਹੁਣੇ ਫੋਨ ਕੀਤਾ ਤੇ ਜਿਹੜੇ ਫੋਨ ਜਿਸ ਨੇ ਰਿਸੈਪਸ਼ਨ ਤੋਂ ਪਿਕ ਕੀਤਾ, ਹੈਲੋ ਕਿਹਾ, ਤੇ ਮੈਨੂੰ ਆਪਣੇ ਆਪ ਤੇ ਕਨਫਿਊਜ਼ ਹੋ ਗਿਆ ਕਿ ਕਿਤੇ ਮੈਂ ਗਲਤ ਤਾਂ ਨਹੀਂ ਕਰਤਾ। ਸ਼ੀ ਸ਼ੁਡ ਸੇ ਰੇਡੀਓ ਦਾ ਨਾਂ ਜ਼ਰੂਰ ਕਵੇ। ਅੱਛਾ ਜੀ, ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ। ਧੰਨਵਾਦ ਜੀ ਗੁਰਪਿੰਦਰ ਜੀ, ਇਹਦਾ ਖਿਆਲ ਰੱਖਿਆ ਜਾਵੇਗਾ ਗਾਹਾਂ ਨੂੰ। ਕਾਫੀ ਦਾ ਅਰੋਮਾ ਬਹੁਤ ਵਧੀਆ। ਜਿਹੜੀ $4 ਦੀ ਵੇਚਦੇ ਆ ਉਹ ਤਾਜ਼ੀ ਉਸੇ ਸਮੇਂ ਪੀ ਕੇ ਵੇਚਦੇ ਆ ਨਾ, ਜਿਹੜੀ ਉੱਪਰ ਪਈ ਹੁੰਦੀ ਆ ਉਹਨਾਂ ਦੇ ਐਸਪ੍ਰੈਸੋ ਮਸ਼ੀਨ ਤੇ। ਉਹ ਬਾਈ ਜੀ ਹਰਜਿੰਦਰ ਹੋਣੀ ਕਹਿੰਦੇ ਨੇ $1000 ਦੀ ਕਹਿੰਦੇ ਚੀਨ ਤੋਂ ਆਉਂਦੀ ਆ, ਹੁਣ ਮੰਗਾਉਂਦੇ ਆ ਅਲੀਬਾਬਾ ਤੋਂ। ਉੱਪਰਲੇ ਬੰਨੇ ਉਹਦੇ ਕਾਫੀ ਪਈ ਆ ਤੇ ਉਹ ਗ੍ਰਾਈਂਡ ਕਰਕੇ ਉਸੇ ਸਮੇਂ ਕੱਢ ਕੇ ਪਾਣੀ, ਕਾਫੀ ਬੀਨਸ ਜਿਹੜੇ ਨੇ ਨਾ ਉਹ ਐਲੀਮੀਨੇਟ ਕਰਦੇ ਨੇ। ਕਾਫੀ ਬੀਨਸ ਨੇ ਜਿਹੜੇ ਗ੍ਰਾਈਂਡ ਕੀਤੀ ਹੋਈ ਜਿਹੜੀ ਹੈ ਕਾਫੀ, ਉਹ ਕਾਫੀ ਬੀਨਸ ਜਿਹੜੇ ਨੇ ਬਹੁਤ ਜ਼ਿਆਦਾ ਉਹਨਾਂ ਦਾ ਵਧੀਆ ਅਰੋਮਾ ਹੁੰਦਾ, ਉਹੀ ਉਹਨਾਂ ਦੀ ਸਪੈਸ਼ਲਿਟੀ ਹੈ। $5 ਦੇ ਜਿਹੜੀ ਆਪਾਂ ਕਾਫੀ ਪੀਂਦੇ ਆ ਲੈ ਕੇ, ਉਹਨਾਂ ਦੀ ਇਹੀ ਹੈ ਵੀ ਉਹਨਾਂ ਨੂੰ ਜਦ ਉਹ ਰੋਸਟ ਕਰਦੇ ਆ, ਰੋਸਟ ਦੀ ਟੈਕਨੀਕ ਆ। ਕਾਫੀ ਰੋਸਟ ਕਰਨ ਵਾਲਾ ਇੱਕ ਬਹੁਤ ਵੱਡਾ ਪ੍ਰੋਫੈਸ਼ਨ ਆ, ਜਿਵੇਂ ਵਾਈਨ ਮੇਕਰ ਜਿਹੜਾ ਹੈ ਉਹ ਬਹੁਤ ਵੱਡਾ ਪ੍ਰੋਫੈਸ਼ਨ। ਇਹ ਤੇ ਪੱਖੇ ਵੀ ਘਰ ਦੇ ਵਿੱਚ ਜਿਹੜਾ ਨਾ ਆਪਾਂ ਵਾਸ਼ਰੂਮਾਂ ਦੇ ਪੱਖੇ ਨੇ, ਉਹਨਾਂ ਨੂੰ ਵੱਧ ਚੱਲਣ ਦਿਆ ਕਰੋ। ਅਗਰ ਅੰਦਰ ਸੈੱਲ ਨਾ ਹੋਵੇ, ਇਹ ਨਾ ਹੋਵੇ ਵੀ ਆਪਾਂ ਨਹਾ ਕੇ ਆਏ ਤੇ ਬੰਦ। ਅੰਦਰ ਵੇਖੋ ਤੁਸੀਂ ਸ਼ੀਸ਼ਿਆਂ ਤੇ ਕਿਵੇਂ ਚੜੀ ਹੁੰਦੀ ਹੈ ਆਪਣੇ ਜਿਹੜੀ ਫੌਗ ਹੈ, ਚੱਲ ਲੈਣ ਦੇ ਉਹਨੂੰ 2 ਘੰਟੇ 1.5 ਘੰਟਾ, ਕੁਛ ਨਹੀਂ ਹੁੰਦਾ, ਕੁਛ ਨਹੀਂ ਬਿਜਲੀ ਖਾਂਦਾ। ਪੱਥੇ ਤਾਂ ਉਹ ਪਾਉਂਦੇ ਨੇ ਜਿਹੜੀਆਂ ਲਾਈਟਾਂ ਰੂਮ ਦੇ ਵਿੱਚ ਇੱਕ ਦੀ ਜਗ੍ਹਾ 10-10 ਲਾ ਕੇ ਪੌਟ ਜਾਂਦੇ ਨੇ ਨਾ, ਪੰਗਾ ਤਾਂ ਉਹ ਪਾਉਂਦੇ ਨੇ, ਪੱਖੇ ਨਹੀਂ ਪਾਉਂਦੇ। ਇਹ ਖਿਆਲ ਰੱਖੋ। ਬੰਦੇ ਕਈ ਕਹਿੰਦੇ ਯਾਰ ਤੁਸੀਂ ਸਾਡੇ ਬਾਦਲ ਸਾਹਿਬ ਦਾ ਨਾਂ ਨਾ ਇਹਨਾਂ ਨਾਲ। ਮੈਂ ਕਿਹਾ ਮਸ਼ਹੂਰ ਹੈ ਕੋਟਕਪੂਰੇ ਤੋਂ, ਉਹਨਾਂ ਦੇ ਨਾਂ ਨਾਲ ਹੋਇਆ। ਉਹ ਕਾਕਾ ਜੀ ਉਹ ਭੇਜ ਦਿਓ ਜੀ, ਕਾਕਾ ਜੀ ਮੈਂ ਬਾਦਲ ਬੋਲਦਾ ਜੀ, ਭੇਜ ਦਿਓ ਜੀ, ਥੋੜਾ ਜਿਹਾ ਜਾਨਵਰ ਭੇਜ ਦਿਓ ਜੀ। ਦੇਖੋ ਜੀ ਕੋਈ ਇਹ ਚੀਜ਼ ਦਾ ਫਾਇਦਾ ਨਹੀਂ ਜੀ। ਰਾਜਨੀਤੀ ਜੇ ਕਿਸੇ ਨੇ ਸਿੱਖਣੀ ਹੈ ਤਾਂ ਉੱਥੋਂ ਸਿੱਖ ਹੁੰਦੀ ਹੈ। ਕਹਿੰਦੇ ਕਿਸੇ SSP ਨੂੰ ਫੋਨ ਕਰਨ ਲੱਗੇ ਹੋਏ, ਕਹਿੰਦੇ ਜੀ ਇਹ ਦੇਖ ਲਿਓ ਜੀ ਮੁੰਡਾ ਛੱਡ ਦਿਓ ਜੀ ਨਾ SHO ਨੂੰ। ਉਹ ਕਹਿੰਦਾ ਨਾ ਬਾਦਲ ਸਾਹਿਬ ਇਹਨੇ ਗਾਲਾਂ ਕੱਢੀਆਂ। ਉਹ ਕਹਿੰਦਾ ਦੇਖੋ ਜੀ ਮੈਂ CM, ਮੈਨੂੰ ਲੋਕ ਗਾਲਾਂ ਕੱਢੀ ਜਾਂਦੇ ਨੇ। ਕਾਕਾ ਜੀ ਗੁੱਸਾ ਨਹੀਂ ਕਰੀਦਾ, ਛੱਡ ਦਿਓ। ਕੱਲ ਨੂੰ ਮੁੜਦੇ ਜੀ 11 ਵਜੇ। ਰੱਬ ਰਾਖਾ।